ਤੇ ਉਹ ਸਵਾਬ ਤੇ ਸਦਕਾ ਜਾਰੀਆ ਹੈ, ਉਹ ਮੰਨੇ ਨਾ ਮੰਨੇ, ਉਹਦੀ ਸਲਾਹ ਹੋਵੇ ਨਾ ਹੋਵੇ, ਖਸਮਾਂ ਨੂੰ ਖਾਏ। ਇਹ ਗੱਲ ਵੀ ਨਹੀਂ ਸਮਝ ਆਉਂਦੀ ਹੈ। ਉਹ ਉਧਰੋਂ ਸੁਣ ਕੇ ਆ ਗਏ, ਕਿਰੋਂ ਸੁਣਾ ਕੇ ਆ ਕੇ ਤੇ ਆਖਣਾ ਸ਼ੁਰੂ ਕਰਤਾ। ਆਮਿਰ ਭਾਈ ਤੇ ਪੱਪੂ ਮਲਿਕ ਜਿਹੜਾ ਪਾਗਲ ਹੈ, ਉਹਨੂੰ ਪਤਾ ਹੈ ਵੀ ਮੈਂ ਮੇਰੇ ਨਾਲ ਮੁਸਲਮਾਨਾਂ ਕੋਲ ਹੀ ਗੱਲ ਖਾਣਾ, ਮਿਰਜ਼ਾਈਆਂ ਕੋਲ ਵੀ ਖਾਣਾ। ਕੋਈ ਐਸਾ ਬੰਦਾ ਨਹੀਂ ਹੈ ਜਿਹੜਾ ਸਿਵਾਏ ਦੋ ਭੈਣ ਭਰਾਵਾਂ ਤੋਂ ਇਲਾਵਾ ਜਿਹੜਾ ਪੱਪੂ ਮਲਿਕ ਨੂੰ ਕੋਈ ਜਿਹੜਾ ਨਾ ਕੋਈ ਆਖੇ। ਇਸ ਬੰਦੇ ਨੂੰ ਫਿਰ ਵੀ ਅਕਲ ਨਹੀਂ ਆਉਂਦਾ ਵੀ ਬਈ ਮੈਂ ਹੀ ਹੋ ਜਿਹੜਾ ਨਾ ਸਕਦਾ ਵੀ ਮੇਰੇ ਚ ਹੀ ਕੋਈ ਗਲਤੀ ਹੋਵੇ। ਹੁਣ ਵੇਖ ਲਿਓ, ਉਹ ਉਸ ਮਿਰਜ਼ਾਈ ਤਲਤ ਮਲਿਕ ਕੋਲੋਂ ਗਾਲਾਂ ਖਾ ਰਿਹਾ ਤੇ ਤੁਹਾਡੇ ਨਾਲ ਬਕ ਕਰ ਰਿਹਾ। ਇਹ ਵੀ ਜਿਹੜੀ ਹੈ ਨਾ, ਇਹੋ ਜਿਹੀ ਸ਼ਖਸੀਅਤ ਵੀ, ਇਹੋ ਜਿਹੀ ਪਰਸਨੈਲਿਟੀ ਵੀ, ਉਹ ਵੀ ਤੁਹਾਨੂੰ ਜ਼ਿੰਦਗੀ 'ਚ ਬਹੁਤ ਜ਼ਿਆਦਾ ਚੀਜ਼ਾਂ ਸਿਖਾਉਂਦੀ ਹੈ। ਕਿ ਕਈ ਬੰਦੇ ਹੁੰਦੇ ਨੇ, ਉਹਨਾਂ 'ਚ ਅਨਾ ਹੁੰਦੀ ਹੈ, ਕਣੀ ਹੁੰਦੀ ਹੈ, ਗੈਰਤ ਹੁੰਦੀ ਹੈ, ਉਸ ਚੀਜ਼ ਨੂੰ ਮਾਈਂਡ ਕਰਦੇ ਨੇ, ਉਹਦੇ ਤੋਂ ਯਾਨੀ ਕਿ ਆਪਣੀ ਸਲਾਹ ਕਰਦੇ ਨੇ, ਆਪਣੇ ਆਪ ਨੂੰ ਬਦਲਦੇ ਨੇ, ਜਾਂ ਉਸ ਚੀਜ਼ ਬੁਰੀ ਤੋਂ ਫਿਰ ਪਿੱਛੇ ਹਟਦੇ। ਕਈ ਐਸੇ ਬੇਸ਼ਰਮ ਲੋਕ ਹੁੰਦੇ ਨੇ, ਰੇਤ ਦੀ ਤਰ੍ਹਾਂ, ਮਿੱਟੀ ਦੀ ਤਰ੍ਹਾਂ ਉਹਨਾਂ ਦਾ ਮਜ਼ਾਜ ਹੁੰਦਾ ਹੈ ਕਿ ਉਹਨਾਂ ਨੂੰ ਅੱਗ ਲੱਗਦੀ ਨਹੀਂ, ਉਹਨਾਂ ਨੂੰ ਛਿੱਤਰ ਪੈਂਦੇ ਰਹਿੰਦੇ ਨੇ ਸਾਰਾ ਦਿਨ, ਕੁੱਤੇ ਹਾਰ ਉਹਨਾਂ ਨਾਲ ਇੱਥੇ ਹੁੰਦੀ ਹੈ, ਲੇਕਿਨ ਉਹ ਬੇਸ਼ਰਮਾਂ ਦੀ ਤਰ੍ਹਾਂ ਉੱਥੇ ਹੀ ਬਹਿ ਕੇ ਛਿੱਤਰ ਖਾਂਦੇ ਰਹਿੰਦੇ ਨੇ। ਇਹ ਵੀ ਇੱਕ ਤੁਹਾਡੇ ਵਾਸਤੇ ਅੱਲਾਹ ਪਾਕ ਨੇ ਜਿੰਨੇ ਲੋਕ ਬਣਾਏ ਨੇ ਦੁਨੀਆ ਦੇ ਉੱਤੇ। ਹੁਣ ਉਸ ਆਮਿਰ ਭਾਈ ਜੱਟ ਤੋਂ ਬਾਅਦ ਆਣਾ ਹੈ, ਉਸ ਕਹਿਣਾ ਆਮਿਰ ਭਾਈ ਸੌਰੀ ਜਿਹੜੀ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਨਾ, ਮੈਂ ਜਿਹੜੇ ਨਾ ਮਾਫੀ ਚਾਹਨਾ। ਕੱਲ ਫਿਰ ਉਹੀ ਕਾਰ ਹੋਣੀ ਹੈ, ਹੋਣੀ ਤੇ ਉਹ ਹੀ ਏ, ਮੈਨੂੰ ਵੀ ਪਤਾ ਹੈ। ਪਰ ਯਾਰ ਮੈਂ ਕਹਿਣਾ ਕਿ ਅਸੀਂ ਉਹਦੇ ਵਾਸਤੇ ਥੋੜੀ ਕਰਨੇ ਆ, ਅਸੀਂ ਉਹਨੂੰ ਆਪਣੇ ਵਾਸਤੇ ਸਦਕਾ ਜਾਰੀਆ ਸਮਝ ਕੇ ਕਰਨੇ ਆ। ਇਹ ਵੀ ਨਹੀਂ ਸਮਝ ਆਈ। ਬਿਲਕੁਲ ਸਹੀ ਹੈ, ਬਿਲਕੁਲ ਤੁਸੀਂ ਦਰੁਸਤ ਕਹਿ ਰਹੇ ਹੋ। ਇਹ ਜਿਹੜੇ ਆਸਤੀਨ ਦੇ ਸੱਪ ਹੁੰਦੇ ਨੇ ਨਾ, ਇਹਨਾਂ ਕੋਲੋਂ ਵੀ ਬੰਦਾ ਸਿੱਖਦਾ ਹੈ। ਸ਼ਾਇਦ ਕੋਈ ਸਿੱਖ ਜਾਏ ਮੁਸਲਮਾਨ ਤੁਹਾਡੇ ਚੋਂ, ਸ਼ਾਇਦ ਕੋਈ ਸਿੱਖ ਜਾਏ, ਕਿਉਂਕਿ ਇਹ ਵੀ ਕਈ ਮੁਸਲਮਾਨ ਇਹਨਾਂ ਨੂੰ ਮੁਸਲਮਾਨ ਸਮਝੀ ਬੈਠੇ ਨੇ। ਇਹਨਾਂ ਦੇ ਕੋਲ ਵੰਝ ਕੇ ਨਾ, ਕਿਉਂ ਮਲਕ ਇਮਰਾਨ, ਇਹਨਾਂ ਦੇ ਕੋਲ ਵੰਝ ਕੇ ਤੇ ਜਾ ਕੇ ਪਿਆਂਦੇ ਹੁੰਦੇ ਨੇ ਬਈ ਤੁਸੀਂ ਕੋਈ ਦੀਨ ਦੀ ਗੱਲ ਸੁਣਾਓ ਸਾਨੂੰ। ਕੱਲ ਮੈਂ ਵੇਖਿਆ, ਬਿਲਕੁਲ ਆਮਿਰ ਭਾਈ,
ਕੱਲ ਮੈਂ ਵੇਖਿਆ ਇੱਕ ਉਹਨੂੰ ਪਿਆ ਆਖੇ ਬਈ ਤੁਸੀਂ ਕੋਈ ਦੀਨ ਦੀ ਗੱਲ ਸੁਣਾਓ, ਉਹ ਆਖੇ ਨਹੀਂ नहीं मैं दीन की केड़ी गल सुनावा, टिक टाक का मबूद कहता है कि इनको ईदी के झूले से उठा के वो आखे यार छड़ ओनू तू गल दीन दी सुना। अल्लाह की कसम खा के कहना अद्धे घंटे तो उत्ते शायद मैं उन्हां दी तकरार सुनदा रहा कि वो बंदा बार बार आखे ओदी जान छड़ दे कोई दीन दी गल कर, ते वो आखे मैं ओदी गल करनी तू मेरे को दीन दी गल पुछना ਤੇ ਫਿਰ 2 ਨੰਬਰ ਐਡੇ ਨੇ ਜਿਹੜਾ ਹੈ ਨਾ ਪਹਿਲੇ ਤੁਹਾਡੀਆਂ ਗੱਲਾਂ ਮਿਸਾਲ ਦੇ ਤੌਰ ਤੇ ਕਰਸਨ ਤੇ ਫਿਰ ਅਕੇਸ ਇਨਸਾਨ ਆਮਰ ਨਜ਼ੀਰ ਨਾਲ ਤਾਂ ਬੜਾ ਪਿਆਰ ਹੈ। कुछ बंदे तकलीद कर भाई जो मर्जी है वो हमारे भाई हैं खैर ये वो हमारे भाई हैं भाई। अमर भाई और साहब कुछ बंदे करते ने तकलीद माबूद बनाते ने ते कुछ बंदे गैर तकलीद ਆਮਰ ਭਾਈ ਇਸਲਾਮ ਦੇ ਵਿੱਚ ਸਾਰੀਆਂ ਗੱਲਾਂ ਹੋ ਰਹੀਆਂ ਨੇ। ਹੁਣ ਵੇਖੋ ਜਿਹੜੀ ਕੋਈ ਗੱਲ ਹਾਈ ਸਿਆਲਵੀ ਸਾਹਿਬ ਦੇ ਬੇਟੇ ਦੀ ਨਾ ਮੈਂ ਤਾਂ ਜਿਹੜੀ ਹੈ ਨਾ ਤੁਸੀਂ ਕੋ ਸੁਣੋ ਹੀ ਨਹੀਂ। ਇੰਨਾ ਭੈਣ ਭਰਾਵਾਂ ਨੇ ਪੱਪੂ ਮਲਿਕ ਨੂੰ ਨਾਲ ਬਹਾ ਕੇ ਇੰਨਾ ਪੂਰੀ ਬਰਾੜ ਕੀਤੀ ਉਹਦੇ ਉੱਤੇ ਔਰ ਮਿਰਜ਼ਈਆਂ ਦੇ ਕੋਲ ਵੰਜ ਕੇ ਨਾ ਕਿਹਾ ਹੈ ਮਿਰਜ਼ਈ ਸਾਨੂੰ ਤਾਨਾ ਮਾਰਦੇ ਨੇ ਤੁਹਾਡੇ ਕੋਲ ਕੋਈ ਨਇਆ ਨਬੀ ਆ ਗਿਆ। ਮੈਂ ਤਾਂ ਗੱਲ ਜਿਹੜੀ ਹੈ ਨਾ ਤੁਸੀਂ ਕੋ ਸੁਣੀ ਨਹੀਂ ਹੈ लेकिन मिर्ज़ाई सान ताना मार देन इन्ना बेगैरता नू चलो साड़ी ते शर्म है ही नहीं है, इन्हां इस्लाम दी भी शर्म नहीं है भाई अपने आप नू कम से कम कहंदे तो मुसलमान हो ना 4 हदीसां याद दिन या बरात ते आके आखना अस्सलाम वालेकुम व रहमतुल्लाहि व बरकातहू। अस्सलाम वालेकुम मलक इमरान बाबा दुखी लगदा पे यार अफसोस होना यकीन करो कोई पानी शानी पिए हार ए ना के सलाम देवना है ना भाई इस्लाम तक किदाई ये अस्सलाम वालेकुम व रहमतुल्लाहि व बरकातहू। मलक इमरान टेंशन नहीं लेनी जेड़े भी तू गुनाह करना ना पिया ए भुगतने अमर नज़ीर ने अक्सर बंदे कहंदे ने कि एदे जेड़े सज्जे खब्बे ने ते अगे पिछे ने ते सारे गुनाह अमर नज़ीर दे सिर लगने ने जो मर्जी करी चल ना इंसान खुद होता ना अस्सलाम वालेकुम रहमतुल्लाहि व बरकातहू। कानी साहब भी जेड़ा इंटरव्यू ले रहे सन अमर भाई दा ਇਹੀ ਲੱਗ ਰਿਹਾ ਸੀ ਕਿ ਸਭ ਦੇ ਗੁਨਾਹ ਅਮਰ ਨਜ਼ੀਰ ਦੇ ਸਿਰ ਤੇ ਨੇ, ਭਾਵੇਂ ਮੀਰ ਸਾਹਿਬ ਦਾ ਹੋਈਏ ਤੇ ਭਾਵੇਂ ਯੂਸਫੀ ਸਾਹਿਬ ਦਾ ਤੇ ਭਾਵੇਂ ਮਲਕ ਇਮਰਾਨ ਦਾ, ਭੁਗਤਣਾ ਅਮਰ ਨਜ਼ੀਰ ਨੇ ਵੇ ਤੇ ਅਮਰ ਨਜ਼ੀਰ ਆਪਣਾ ਚਾਰਾ ਕਰ ਬਈ। ਤੇ ਅਲ ਜਬਰਾ ਭਾਈ ਤੁਸੀਂ ਵੀ ਆਪਣੇ ਗੁਨਾਹ ਇਧਰ ਪਾਣ ਆਏ ਹੋ। $25,000 ਦੀ ਉਹਨੇ ਗੱਲ ਕੀਤੀ। ਮੈਂ ਕਿਹਾ ਬੈਠੀ ਗੰਗਾ ਤੋਲੋ कर दो काले के साथ भाग गई है अगर तो मैं $25,000 ਅਮਰ ਨਜ਼ੀਰ ਭਾਈ ਨੂੰ ਵੀ ਪੁੱਛ ਲਓ ਨਾ ਕਿ ਤਿਆਰ ਨੇ ਕਿ ਨਹੀਂ, ਉਹਦੇ ਬਾਅਦ ਚ ਮੁੱਕਰ ਜਾਣ। ਨਹੀਂ ਤੁਸੀਂ ਛੱਡ ਕੇ ਤੁਰ ਜਾਓ, ਆਪੇ ਸਾਹਮਣੇ ਰਹਿਣਗੇ। ਤੇ ਤੁਹਾਨੂੰ ਮੈਂ ਅੱਜ ਇੱਕ ਹੋਰ ਸੁਣਾਵਾਂ ਜਿਹੜੀ ਅਪਡੇਟ ਨਵੀਂ। ਮੈਂ ਨਾ ਅੱਜ ਸਵੇਰ ਰਾਤੀ ਮੈਨੂੰ ਫੋਨ ਕੀਤਾ ਹੈ ਆਪਣੇ ਰਾਜਾ ਕੀ ਨਾ ਸੋਇਬ ਰਾਜਾ ਨੇ, और मैं सौ जाना 10:30 ਵਜੇ। मैं 10 ਵਜੇ ਗੱਲ ਇਹਨਾਂ ਨਾਲ ਹੋਈ ਸੀ, 10 ਤੋਂ ਪਹਿਲੇ ਹੋਈ ਸੀ। ਤੇ ਥੋੜਾ ਬਹੁਤ ਮੈਂ ਆਖਿਆ ਸੀ ਵੀ ਚਲੋ ਆਪਣਾ ਦੇਖਿਆ ਜੇ, ਧਿਆਨ ਕਰਿਆ ਜੇ, ਅੱਲਾ ਮਦਦ ਕਰੇਗਾ। ਉਹ ਮੈਂ ਸੌਂ ਗਿਆ ਤੇ ਫਿਰ ਰਾਤੀ ਇਹਨਾਂ ਦੀ 11 ਵਜੇ ਕਾਲ ਆਈ ਹੈ, ਮੈਂ ਨਹੀਂ ਦੇਖ ਸਕਿਆ ਨਾ। ਸਵੇਰ ਉੱਠਿਆ ਤੇ ਮੈਂ ਟਿਕਟੌਕ ਜਿਸ ਵੇਲੇ ਦੇਖੀ ਇਹਨੇ 9 ਵਜੇ। रसमराइए करिए ना दा ਨਹੀਂ ਤੁਹਾਡੇ ਹੁੰਦੇ ਅਮਨ ਨਜ਼ੀਰ ਸਾਡੇ ਪੀਰੋ ਮੁਰਸ਼ਿਦ ਉਹ ਹੀ ਨੇ ਜਿਹੜੇ ਸਾਡੇ ਘਰ ਦੇ ਅਮਨ ਨਜ਼ੀਰ ਸਾਹਿਬ। ਇੱਕ ਪੰਜਬਰਾ ਭਾਈ बनाना है मीनारा तो वजीर ਸਾਰੇ ਮਾਈਕ ਤੁਸੀਂ ਬੋਲੋ, ਮਲਕ ਸਾਹਿਬ ਤੁਸੀਂ ਬੋਲੋ, ਸਾਰੇ ਬੋਲੋ, ਸਾਰੇ ਖੋਲੋ, ਮੇਰੀ ਵਾਰੀ ਆਂਦੀ ਹੈ, ਸਾਰੇ ਖੋਲੋ। ਮੈਂ ਕਿਹਾ ਤੁਹਾਡੇ ਹੁੰਦੇ ਅਮਨ ਨਜ਼ੀਰ ਪੀਰੋ ਤੇ ਮੁਰਸ਼ਿਦ ਤੇ ਉਸਤਾਦ ਸਾਡੇ ਜਿਹੜੇ ਪੀਰੋ ਮੁਰਸ਼ਿਦ ਉਸਤਾਦ ਸਾਡੇ ਮਾਪੇ ਹੋਈ ਨੇ। ਠੀਕ ਹੋ ਗਿਆ ਨਾ ਅਮਰ ਸਾਹਿਬ ਕਿ ਨਹੀਂ? ਕਹਿੰਦੇ ਨੇ ਮਾਪਿਓ ਦੀ ਦੁਆ ਜਿਹੜੀ ਨਾ ਪੀਰਾਂ ਨਾਲ ਵੱਧ ਲੱਗਦੀ।
ਇਹ ਗੱਲ ਸੱਚ ਹੈ ਕਿ ਝੂਠ ਹੈ? ਅਮਰ ਭਾਈ ਦੱਸੋ ਜਰਾ। ਉਸਤਾਦ ਜਿਹੜਾ ਹੁੰਦਾ ਹੈ, ਉਹ ਤੁਹਾਡਾ ਰੂਹਾਨੀ ਜਿਹੜਾ ਹੈ, ਵਾਲਦ ਹੀ ਹੁੰਦਾ ਹੈ। ਇਹ ਰੂਹਾਨੀ ਕੇ ਕਿਹੜਾ अच्छा आप गल सुनो ह्यूमैनिटी आमिर भाई ऐसा थोड़ा बनाना है मीनारतुल नज़ीर सुनान लगे सन यार, गाल बदल गई है। ਉਹ ਤੇ ਸਾਰੇ ਵਿਟਨੈਸ ਕਰਦੇ ਨੇ ਪਮੀਰ ਸਾਹਿਬ। ਤੇ ਤੁਹਾਨੂੰ ਇੱਕ ਹੋਰ ਮਜ਼ੇ ਦੀ ਗੱਲ ਦੱਸ ਦਵਾਂ, ਇਹਨਾਂ ਦਾ ਸਬਰ ਤੋੜਨਾ ਹੈ ਨਾ, ਛੋਟਾ ਜਿਹਾ ਕੰਮ ਕਰ ਲਵੋ, ਮਰਜ਼ਈਆਂ ਦੇ ਨਾਲ ਬਹਿ ਕੇ ਮੁਸਲਮਾਨਾਂ ਦੇ ਖਿਲਾਫ ਗੱਲ ਕਰ ਦਿਓ, 1 ਸਕਿੰਟ ਲੱਗਦਾ। बिल्कुल माशाल्लाह जिवें कहंदे ना मेरे आबू पे डाल के पर्दा ਐਨਟੀ बस ਜਿਹੜੀ ਤੂੰ ਗੱਲ मुस्तफा ਕੀਤੀ ने ਹੈ ਨਾ संभाल रखा। ਤੇਰੇ ਜਿਹੜੀ ਤੂੰ ਗੱਲ ਕੀਤੀ ਹੈ ਨਾ ਉਸ ਵਾਲੀ ਭਾਬੀ ਤੇ ਉਸ ਮਨਾਉਂਦੇ ਹੀ ਕੋਈ ਨਹੀਂ, ਠੀਕ ਹੈ। ਤੇ ਉਹ ਭਾਬੀ ਸੁਣੀ ਦੀ ਦੂਸਰੀ ਗੱਲ ਅਮਰ ਭਾਈ ਤੁਸੀਂ ਵੀ ਤੁਸੀਂ ਨਵੀਂ ਛੱਡ ਦਿਓ। देखो जी, ये गल ते मिर्जा साहब ने भी की थी कि दुनिया में एक नजीर आया लेकिन तुमने पहचाना नहीं। अच्छे रख लाम पूरा। नहीं ਉਹ ਉਮਰ ਫਰਾਜ਼ ਭਾਈ ਕੋ ਕਰਨ ਲੱਗੇ ਨੇ, ਉਹਨਾਂ ਨੂੰ ਕਰਨ ਹੀ ਨਹੀਂ ਦਿੱਤੀ। ਨਾਲੇ ਮਲਕ ਸਾਹਿਬ ਆਏ ਨੇ। ਮਲਕ ਸਾਹਿਬ ਮੈਂ ਤੁਸੀਂ ਗੱਲ ਰਾਤੀ, ਕਰਨੀ ਅਮਰ ਭਾਈ, ਮਲਕ ਸਾਹਿਬ ਤੁਸੀਂ ਨਹੀਂ ਸੀ ਪਹੁੰਚੇ ਰਾਤੀ ਉੱਥੇ ਨਾਲ? ਅਸੀਂ ਰਸਤੇ ਵਿੱਚ ਸਾਂ, ਮੈਂ ਵੀ ਤੇ ਨਾਲ ਮੇਰੇ ਦੋਸਤ ਵੀ ਸਨ, ਤੇ ਰਸਤੇ ਵਿੱਚ ਸਾਂ ਤੇ ਸ਼ੁਏਬ ਰਾਜਾ ਨੂੰ ਕਾਲ ਕੀਤੀ ਤੇ ਨਾਲ ਇਹਨਾਂ ਦੀ ਬਰਾਤ ਸੁਣ ਰਹੇ ਸਾਂ। ਤੇ ਇਹਨਾਂ ਨੇ ਕਿਹਾ ਜੀ ਪਹਿਲੇ ਸਾਨੂੰ ਪਰਮਿਸ਼ਨ ਲੈ ਕੇ ਦਿਓ ਮਸਜਿਦ ਤੋਂ ਕਿ ਸਾਡਾ ਬੰਦਾ ਉੱਥੇ ਆ ਸਕਦਾ ਨੇ, ਅਪਾਇੰਟਮੈਂਟ ਯਾਨੀ ਕਿ ਲੈ ਕੇ ਦਿਓ ਨਾ। ਤਾਂ ਅਸੀਂ ਕਿਹਾ ਐਵੇਂ ਡਰਾਮੇ ਕਰ ਰਿਹਾ ਯਾਰ, ਇਤਨੇ ਦੂਰ ਜਾਈਏ ਹੈ, ਮੇਰੇ ਕੋਲ ਘੰਟਾ ਡੇਢ ਦੀ ਡਰਾਈਵ ਵੀ ਹੈ। ਅਸੀਂ ਪੱਕਾ ਯਕੀਨ ਕਰ ਬੈਠੇ ਕਿ ਐਵੇਂ ਡਰਾਮੇ ਕਰ ਰਿਹਾ, ਅਸੀਂ ਆਉਣਾ ਕੋਈ ਨਹੀਂ ਕਿ ਕਿੱਥੇ ਆਏਗਾ। ਇਹ ਤੇ ਬਹੁਤ ਬਾਅਦ ਚੋਂ ਪਤਾ ਲੱਗਾ ਕਿ ਉਹ ਜਨਾਬ ਅਚਾਨਕ ਕਿਤੇ ਬਰਾਮਦ ਹੋ ਗਿਆ। ਔਰ ਇਹ ਗੱਲ ਇਹਨੂੰ ਵੀ ਸ਼ੁਏਬ ਰਾਜਾ ਨੂੰ ਵੀ ਪਤਾ ਸੀ ਕਿ ਉਸਨੇ ਆਉਣਾ ਕੋਈ ਨਹੀਂ ਹੈ, ਲੇਕਿਨ ਇੱਕ ਗੱਲ ਬਾਰ-ਬਾਰ ਸ਼ੁਏਬ ਰਾਜਾ ਕਹਿ ਰਿਹਾ ਸੀ ਕਿ ਹੋ ਸਕਦਾ ਹੈ ਕਿ ਉਹ ਆ ਕੇ ਵੀਡੀਓ ਬਣਾ ਕੇ ਤੇ ਨੱਸ ਜਾਏ। ਔਰ ਉਹੀ ਗੱਲ ਹੋਈ, ਉਹ ਆਇਆ, ਉਹਨੇ ਉੱਥੇ ਵੀਡੀਓ ਬਣਾਈ ਹੈ। ਉਸਨੇ ਕਰਨਾ ਪਤਾ ਕਿ ਸੀ, ਮੂੰਹ ਤੇ ਛਿੱਕੂ ਚਾੜੇ ਆ, ਵੀਡੀਓ ਸ਼ੀਡੀਓ ਬਣਾ ਕੇ ਨਾ ਕਿ ਉਹ ਜੀ ਮੈਂ ਆ ਗਿਆ ਦੇਖੋ ਕੋਈ ਨਹੀਂ ਆਏ, ਤੇ ਉਸਨੇ ਨੱਸ ਜਾਣਾ ਸੀ। ਇਹ ਵੀ ਜਿਹੜਾ ਚਿੱਕੂ ਚੜਿਆ ਸੀ ਨਾ, ਇਹਨੇ ਵੀ ਮਾਮਲਾ ਸਾਰਾ ਮਸ਼ਕੂਕ ਕਰ ਦਿੱਤਾ ਹੈ। ਹੁਣ ਸ਼ੁਏਬ ਰਾਜਾ ਨੂੰ ਮੈਂ ਆਪ ਹੀ ਕਿਹਾ ਕਿ ਤੂੰ ਸੌਂ ਜਾ, ਝੱਟ ਕੇ ਰੈਸਟ ਕਰ ਲੈ, ਪਤਾ ਨਹੀਂ ਰਾਤ ਦਾ ਵਿਚਾਰਾ ਜਗਰਾਤਾ ਸੀ। ਮੈਂ ਉਹਨੂੰ ਪੁੱਛਿਆ ਜਾਣ ਲੱਗਿਆ ਕਿ ਇਹ ਜਿਹੜਾ ਬੰਦਾ ਆਇਆ ਸੀ, ਦਿਸ ਵਾਜ਼ ਦਾ ਪਰਸਨ ਯੂ ਕੰਟੈਕਟਡ ਲਾਸਟ ਟਾਈਮ, ਕਿ ਕੋਈ ਹੋਰ ਸੀ? ਤੁਹਾਨੂੰ ਕੋ ਪਤਾ ਹੈ ਬੰਦਾ ਕੌਣ? ਉਹਨੇ ਕਿਹਾ ਵੀ ਮੈਨੂੰ ਕੀ ਪਤਾ ਹੈ, ਉਹਨੇ ਨਕਾਬ ਹੀ ਮੂੰਹ ਤੋਂ ਨਹੀਂ ਲਾਇਆ, ਨਾ ਮੈਂ ਉਹਦੀ ਆਈਡੈਂਟੀਟੀ ਵੇਖੀ ਹੈ, ਨਾ ਉਹਨੇ ਮੈਨੂੰ ਆਪਣੀ ਆਈਡੈਂਟੀਟੀ ਸ਼ੋਅ ਕੀਤੀ ਹੈ। ਉਹ ਬੰਦਾ ਉੱਥੇ ਜਿਹੜਾ ਆਇਆ ਸੀ ਤੇ ਉਹਨੂੰ ਤਸੱਵਰ ਕਰਦੇ ਰਹੇ ਕਿ ਇਹ ਉਹੀ ਬੰਦਾ ਹੈ, ਲੇਕਿਨ ਇਹਦੀ ਕੋਈ ਜ਼ਮਾਨਤ ਨਹੀਂ ਕਿ ਇਹ ਉਹੀ ਬੰਦਾ ਹੈ। ਨਹੀਂ, ਸੋ ਕੋਈ ਜ਼ਮਾਨਤ ਇਹ ਵੀ ਮੁਮਕਿਨ ਹੈ ਕਿ ਮਰਜ਼ਾਈਆਂ ਨੇ ਕਿਸੇ ਉਹ ਪਹਾੜੇ ਦੇ ਟੱਟੂ ਨੂੰ ਟੋਰਿਆ ਹੋਵੇ ਕਿ ਤੂੰ ਉੱਥੇ ਜਾ ਕੇ ਵੀਡੀਓ ਬਣਾ ਲਿਆ ਸੀ, ਕਹਾਂਗੇ ਇਹ ਸਾਡਾ ਮਜਾਇਦ ਮਰਜ਼ਾਈਆਂ ਦਾ ਨਸੀਆਂ ਦਾ ਸ਼ੇਰ ਗਿਆ ਜੇ, ਤੇ ਉੱਥੋਂ ਆ ਗਿਆ ਹੋ ਕੇ। ਉਹ ਪਤਾ ਨਹੀਂ ਉਹ ਹੈ ਵੀ ਸੀ ਮੁੰਡਾ ਕਿ ਕੋਈ ਹੋਰ ਸੀ।
लेकिन वो फंस जाएगा बड़े बुरे तरीके नाल। मैं सुनिया है कि बहुत हावी ਚਲੋ ਲੈਵਲ ਤੇ ਜਿਹੜਾ ਨਾ ਉਹ ਕਰਵਾਈ ਠੀਕ ਸ਼ੁਰੂ ਹੈ, ਹੋ ਉਹਨੂੰ ਛੱਡ ਦਿਓ, ਉਸ ਗੱਲ ਨੂੰ ਫਿਲਹਾਲ ਅਸੀਂ ਰਹਿਣ ਦਿੰਦੇ ਹਾਂ, ਡਿਸਕਸ ਕਰਨਾ ਬਰਾਡ ਲਾਈਵ ਚੱਲ ਰਹੀ ਹੈ। ਲੇਕਿਨ ਉਹ ਬੰਦਾ ਕੌਣ ਸੀ, ਕਿਆ ਇਹੋ ਹੀ ਸੀ ਜਾਂ ਕੋਈ ਹੋਰ ਸੀ? ਕੋਈ ਪਤਾ ਉਹ ਤੇ ਅਮਰ ਭਾਈ ਉਹਨਾਂ ਨੇ ਲਿਆਂਦਾ ਸੀ ਕਿਰਾਏ ਤੇ, ਉਹ ਤੇ ਲਿਆਂਦਾ ਸੀ ਉਹਨਾਂ ਨੇ ਕਿਰਾਏ ਤੇ, ਯਾਨੀ ਕਿ ਜੇ ਤੇ ਫੰਡਿਆ ਗਿਆ ਤੇ ਫੇਰ ਸਾਡਾ ਨਹੀਂ, ਤੇ ਜੇ ਉੱਥੋਂ ਵੀਡੀਓ ਬਣਾ ਕੇ ਕਾਮਯਾਬ ਹੀ ਨਾ ਨਿਕਲ ਆਇਆ ਫੇਰ ਸਾਡਾ ਸ਼ੇਰ, ਫੇਰ ਸਾਡਾ ਸ਼ੇਰ। ਫਿਰ ਇਹ ਸੀਨ ਸੀਗਾ ਉੱਥੇ, ਜੇ ਤੇ ਫੜਿਆ ਗਿਆ ਤੇ ਫੇਰ ਸਾਡਾ ਉਹਦੇ ਨਾਲ ਲਾਤ ਲੱਗੀ। ਮੈਂ ਤੇ ਐਮਜੀ ਸਾਹਿਬ ਤੇ ਹੈਰਾਨ ਆ, ਇਤਨੀ ਪੱਕੀ ਜ਼ੁਬਾਨ ਕਰਕੇ ਕਿ ਜੀ ਬੰਦੇ ਨੇ ਨਹੀਂ ਆਣਾ। ਠੀਕ ਹੈ, ਕੱਲ ਛੁੱਟੀ ਕੀਤੀ ਸੀ ਅਸੀਂ ਕੰਮ ਤੋਂ ਵੀ, ਮਤਲਬ ਜੌਬ ਤੋਂ ਵੀ ਛੁੱਟੀ ਲਈ ਸੀ ਕਿ ਜੀ ਜਾਵਾਂਗੇ। ਇਤਨੀ ਪੱਕੀ ਗੱਲ ਕਰਕੇ ਐਮਜੀ ਸਾਹਿਬ ਇੱਕ ਮੁਅਤਬਰ ਬੰਦਾ ਸਮਝਿਆ ਜਾਂਦਾ ਹੈ, ਤੇ ਉਸਨੇ ਜਨਾਬ ਅਲੀ ਅਚਾਨਕ ਦੀ ਬਿਗ ਸਰਪ੍ਰਾਈਜ਼ ਇਜ਼ ਕਮਿੰਗ। ਇਸੇ ਤਰ੍ਹਾਂ ਦੇ ਉਲੀਏ ਦੇ ਇੱਕ ਬੰਦੇ ਨੇ ਪਿਛਲੇ ਮਲਕ ਦਿਨਾਂ ਵਿੱਚ ਕੁਈਨ ਵਾਲੀ ਮਸਜਿਦ ਵਿੱਚ ਇਮਾਮ ਨੂੰ ਕਤਲ ਕੀਤਾ ਹੈ। ਸੇਮ ਇਸੇ ਤਰ੍ਹਾਂ ਦਾ ਬੰਦਾ ਸੀ, ਮੂੰਹ ਤੇ ਨਕਾਬ ਕੀਤਾ ਹੋਇਆ, ਜੀਨਸ ਦੀ ਪੈਂਟ ਜੀ ਪਾਈ ਦੀ, ਤੇ ਉਹ ਇਮਾਮ ਸਾਹਿਬ ਉੱਥੋਂ ਜੁਮਾ ਪੜ੍ਹਾ ਕੇ ਨਿਕਲੇ ਨੇ, ਜਾਂ ਜ਼ੋਰ ਦਾ ਟਾਈਮ ਸੀ, ਜੁਮੇ ਦਾ ਦਿਨ ਨਹੀਂ ਸੀ ਆਈ ਥਿੰਕ, ਉਹਨੇ ਪਿੱਛੋਂ ਜਨਾਬ ਛੁਰੀਆ ਮਾਰ ਕੇ ਨੱਸ ਗਿਆ। ਤੇ ਸਾਨੂੰ ਉਹਦੀ ਨਹੀਂ ਸੀ, ਉਹ ਤੇ ਸੁਹੇਬ ਰਾਜਾ ਦੀ ਲਾਈ ਸੀ ਤਸਵੀਰ, ਤੇ ਸੁਹੇਬ ਭਾਈ ਦੀ, ਉਹਦੀ ਤਾਂ ਤਸਵੀਰ ਹੀ ਕੋਈ ਨਹੀਂ ਕੀਤੀ। ਉਹਦੀ ਤਸਵੀਰ ਕੋਈ ਨਹੀਂ ਸੀ। ਉਹ ਜਿਹੜੀ ਟੋਪੀ ਵਾਲੀ ਤਸਵੀਰ ਸੀ ਨਾ, ਉਹ ਸੁਹੇਬ ਰਾਜਾ ਦੀ ਸੀ। ਮਲਕ ਸਾਹਿਬ ਤੁਸੀਂ ਇੰਨਾ ਅਰਸਾ ਤੁਹਾਨੂੰ ਹੋ ਗਿਆ ਮਰਦਈਆਂ ਦੇ ਮੱਥੇ ਲੱਗਦੇ ਆ, ਤੁਹਾਨੂੰ ਇਸ ਗੱਲ ਦਾ ਪਤਾ ਹੀ ਹੈ ਕਿ ਜਿੰਨਾ ਮਰਜ਼ੀ ਸੂਟ ਵਾਲਾ ਬੰਦਾ ਹੈ, ਟਾਈ ਸ਼ਾਈ ਲਾਉਣ ਵਾਲਾ ਬੰਦਾ ਹੈ, ਜ਼ੁਬਾਨ ਦਾ ਉਹਦੀ ਤਾਂ ਕੋਈ ਇਤਬਾਰ ਨਹੀਂ ਹੋਵੇ ਮਰਦਾਈ ਦੇ। ਅਮਰ ਭਾਈ ਵੀ ਅਕਸਰ ਇਹੀ ਗੱਲ ਕਰਦੇ ਨੇ ਕਿ ਇਹਨਾਂ ਦੀ ਜ਼ੁਬਾਨ ਦਾ ਵੀ ਕੋਈ ਇਤਬਾਰ ਨਹੀਂ, ਕਿਸੇ ਟਾਈਮ ਵੀ ਫਿਰ ਸਕਦੇ ਨੇ ਆਪਣੀ ਜ਼ੁਬਾਨ। ਹਾਂ, ਫਿਰ ਜਾਂਦੇ ਨੇ ਬਿਲਕੁਲ। ਤੇ ਇਹਦੇ 'ਚ ਹੈਰਾਨ ਹੋਣ ਵਾਲੀ ਤੇ ਗੱਲ ਹੀ ਕੋਈ ਨਹੀਂ। ਤੇ ਦੂਸਰਾ ਅਮਰ ਭਾਈ ਤੁਸੀਂ ਵੀ ਬਾਰ-ਬਾਰ ਤੁਹਾਨੂੰ ਪਤਾ ਹੈ ਤੁਸੀਂ ਪਾਸਟ ਵਿੱਚ ਪੱਪੂ ਮਲਕ ਨੂੰ ਤੁਸੀਂ ਮੁਸਲਮਾਨ ਆਪਣੇ ਨਾਲ ਭਰਾਵਾਂ ਜਿਹੜੇ ਤੁਹਾਡੇ ਨਾਲ ਬਹਿੰਦੇ ਨੇ ਉਹਨਾਂ ਤੇ ਫੋਕੀਅਤ ਦਿੰਦੇ ਸੋ ਕਿ ਕੋਈ ਪੱਪੂ ਮਲਕ ਨੂੰ ਬਹਿਣ ਦਿਓ ਇੱਥੇ, ਬਹਿਣ ਦਿਓ ਇੱਥੇ। ਤੁਹਾਨੂੰ ਉਦੋਂ ਵੀ ਕਿੰਨੀ ਦਫਾ ਤੁਹਾਨੂੰ ਪਤਾ ਲੱਗ ਗਿਆ, ਪਤਾ ਤੇ ਤੁਹਾਨੂੰ ਵੀ ਹੈਗਾ ਸੀ ਕਿ ਪੱਪੂ ਮਲਕ ਕਿਸ ਕੈਟਾਗਰੀ ਦਾ ਬੰਦਾ ਹੈ। ਇਹ ਪੀਰ ਅਸਕਾਨੀ ਕੋਲ ਜਾ ਕੇ ਬਹਿੰਦਾ ਤੇ ਤੁਹਾਨੂੰ ਗਾਲਾਂ ਕੱਢਣ ਲੱਗ ਪੈਂਦਾ, ਤੁਹਾਡੇ ਕੋਲ ਆ ਕੇ ਬਹਿੰਦਾ ਤੇ ਉਹਨੂੰ ਗਾਲਾਂ ਕੱਢਣ ਲੱਗ ਪੈਂਦਾ, ਮਰਦਈਆਂ ਕੋਲ ਜਾਂਦਾ ਤੇ ਸਾਨੂੰ ਗਾਲਾਂ ਕੱਢਦਾ, ਸਾਡੇ ਕੋਲ ਆ ਕੇ ਬਹਿੰਦਾ ਤੇ ਮਰਦਈਆਂ ਨੂੰ ਗਾਲਾਂ ਕੱਢਣ ਲੱਗ ਪੈਂਦਾ। ਇਹ ਤੇ ਤੁਹਾਨੂੰ ਬੜੀ ਚੰਗੀ ਤਰ੍ਹਾਂ ਪਤਾ ਸੀ ਕੈਟਾਗਰੀ ਦਾ, ਫੇਰ ਵੀ ਤੁਸੀਂ ਫੋਕੀਅਤ ਦਿੰਦੇ ਸੋ, ਇਹਨੂੰ ਆਪਣੇ ਕੋਲ ਬਾਂਦੇ ਸੋ। ਤੇ ਜਦੋਂ ਸੱਪ ਦਾ ਪਤਾ ਹੋਣ ਦੇ ਬਾਵਜੂਦ ਉਹਨੂੰ ਮੋਢੇ ਤੇ ਬਹਾ ਲਈਏ ਤੇ ਸੱਪ ਨੇ ਕੀ ਕਰਨਾ ਹੈ? ਸੱਪ ਨੇ ਤੇ ਫਿਰ ਤੁਹਾਨੂੰ ਤੁਹਾਡੇ ਮੱਥੇ ਡੰਗ ਮਾਰਨਾ ਹੈ ਨਾ। ਤੁਹਾਡੀ ਗੱਲ ਬਿਲਕੁਲ ਬਜਾਏ ਤੁਹਾਡੀ ਗੱਲ ਮੈਂ ਐਗਰੀ ਕਰਨਾ, ਲੇਕਿਨ ਇਹ ਕਿ ਹੁਣ ਉਸ ਬੰਦੇ ਨੂੰ ਜਿਹੜਾ ਹੁੰਦਾ ਨਾ ਬਸ਼ਰਮ, ਉਹਨੂੰ ਇਸ ਗੱਲ ਨਾਲ ਕੋਈ ਨਹੀਂ ਫਰਕ ਪੈਂਦਾ ਕਿ ਮੇਰੀ ਕੋਈ ਸਲਵਾਰ ਲਾਹ ਗਿਆ ਤੇ ਮੇਰਾ ਕੋਈ ਸੀਨ ਹੋ ਗਿਆ ਮੇਰੇ ਨਾਲ, ਉਹਨੂੰ ਇਸ ਗੱਲ ਨਾਲ ਕੋਈ ਨਹੀਂ ਗਰਜ਼ ਹੁੰਦਾ। ਉਹ ਬਿਸਤੀ ਪ੍ਰੂਫ ਬੰਦੇ ਦਾ ਉਹਨੇ ਆਖਿਆ ਬਸ਼ਰਮ ਦੀ ਕੰਡ ਤੇ ਬੋੜ ਹੋ ਗਿਆ, ਤੇ ਉਹਨੇ ਆਖਿਆ ਚਲ ਕੋਈ ਨਹੀਂ ਛਾਵੇਂ ਬਾਂਗੇ। ਤੇ ਇਹਨਾਂ ਲੋਕਾਂ ਨੂੰ ਬਿਸਤੀ ਇੱਜ਼ਤ ਬਿਸਤੀ ਦਾ ਨਾ ਆਪਣੀ ਦਾ ਹੁੰਦਾ ਨਾ ਕਿਸੇ ਦੀ ਦਾ ਹੁੰਦਾ। ਹੁਣ ਤੁਸੀਂ ਇਹਨੂੰ ਨੰਗਾ ਕੀਤਾ ਹੈ, ਪੂਰੀ ਦੁਨੀਆ ਨੂੰ, ਪੂਰੇ ਜਿੰਨੇ ਟਿਕਟੋਕ ਦੇ ਬੰਦੇ ਬਹਿੰਦੇ ਨੇ ਸਾਰਿਆਂ ਨੂੰ ਪਤਾ ਲੱਗ ਗਿਆ ਇਸ ਗੱਲ ਦਾ ਕਿ ਇਹਨੇ ਚਵਲ ਮਾਰੀ। ਤੁਸੀਂ ਵੇਖ ਲਓ ਸ਼ਾਮ ਨੂੰ ਨਹੀਂ ਤੇ ਕੱਲ ਨੂੰ ਫੇਰ ਉਹਨੇ ਇੱਥੇ ਬੈਠਿਆ, ਇੱਥੇ ਟਿਕਟੋਕ ਦੀ ਭੱਜਿਆ ਫਿਰਦੇ ਹੋਣੇ।
ਜੀ अस्सलाम वालेकुम जी अस्सलाम वालेकुम ਭਾਈ ਇਮਰਾਨ ਕਾਲੂ ਸਾਹਿਬ ਜਿਹੜੇ ਨੇ ਨਾ ਉਹ ਇਸ ਚੀਜ਼ ਨੂੰ ਮੰਨ ਗਏ ਨੇ ਕਿ ਜੋ ਹਰਕਤ ਉਹਨਾਂ ਦੇ ਬੰਦੇ ਨੇ ਜਾ ਕੇ ਮਸਜਿਦ 'ਚ ਕੀਤੀ ਹੈ ਉਹ ਉਹਨੇ ਗਲਤ ਕੀਤੀ ਠੀਕ ਹੈ ਜੀ ਇਮਰਾਨ ਕਾਲੂ ਸਾਹਿਬ ਜਿਹੜੇ ਨਾ ਉਹਨਾਂ ਨੇ ਕਿਹਾ ਜੀ ਕਿ ਅਸੀਂ ਮੰਨ ਜਾਂਦੇ ਹਾਂ ਕਿ ਜੀ ਉਹਨਾਂ ਨੇ ਗਲਤ ਕੀਤਾ तफसील इस जमाल की क्या है? इसकी तफसील अब ये है कि बातचीत हो रही थी ओपन आइज की ब्रॉड के ऊपर ठीक है जी और मैंने जाके ऊपर उनसे ये बात की है कि भाई अगर तो आपके बंदे ने दलील लेनी थी तो बड़े आराम से उनके साथ जाता और जाके दलील ले लेता ठीक है लेकिन जब वो अपने साथ राड लेके गया है और मुंह के ऊपर मास्क चढ़ा के गया है फ्रंट के ऊपर उसने अपने हाथ में कैमरा पकड़ा हुआ है तो फिर उसको दलील ऐसे नहीं ली जाती फिर उससे कहा जाता है कि भाई ज़बरदस्ती कोई चीज़ वो लेने गया ठीक है तो जिसकी वजह से फिर वो लोग कहते हैं कि जी नहीं ऐसे नहीं ऐसे मैंने कहा देखें दलील जो उनसी है ना हमारे एडी वाले ग्रुप वाले जो लोग थे ना वो भी आप लोगों को हवाले देने गए थे और वो बड़े आराम से गए हैं बिना किसी चीज़ के और जाके एडी वालों ने ग्रुप वालों ने जाके तो वहाँ पे हवाले दे दिए आप लोगों को मैंने कहा ऐसे ही बात है कि मैंने हाथ में कोई हथियार पकड़ा और मैं आप लोगों के सेंटर में चला जाऊं और कहूँ कि भाई मैनू हवाला दवो तो मैनू हवाला नहीं देंगे वो मैनू छितर देंगे ठीक है तो मैंने कहा आप लोगों ने गलत किया जोया साहब भी उछलन डे सन ठीक है ਉਹਦੇ बाद अली अकबर साहब भी उछलन डे सन और भी बंदे दो तीन थल्लों आए ने ताहिर साहब सन भी ताहिर साहब वो भी आके उछलन डे हर बंदा आके उछलिया वे कि भाई जी ए तुसा किहड़े बंदे नूं कहता जी गल करन वास्ते मेरी बात सुने आप लोगों से गलती हुई है अगर आप लोग ये कहते ना कि हमें सिर्फ हवाला चाहिए तो बड़े प्यार से जाते और जाके वहाँ पर यूसुफी साहब मौजूद थे राजा साहब मौजूद थे आराम से उनसे ले लेते मैंने कहा दूसरी बात है अगर आप लोग ये कहते हैं कि आप लोगों ने राड नहीं दिखाया तो आए अमर नज़ीर भाई के रोड के ऊपर आपको वीडियो देखते हैं जिसमें राड बड़े वाज़ेह तौर के ऊपर उसके हाथ में है ठीक है और मैंने कहा अगर आप लोग ये भी इल्ज़ाम लगाते हैं कि हम लोगों ने आपको बैठने के लिए नहीं कहा तो मैंने कहा जी जब वो मस्जिद के अंदर गया है तो उन्होंने बैठने के लिए बड़े वाज़ेह तौर पे कहा लेकिन उस बंदे के पास राड था वो कैसे बैठता नीचे अपने ही पेट के अंदर उसके राड चल रहा था बड़ी सादा सिंपल सी बात ठीक है उसके बाद इमरान कालू साहब आए इमरान कालू साहब कहते हैं इमरान कालू साहब बड़े जल्दी जल्दी ऊपर आए हैं और कहना शुरू हो गया चले हुए तो इमरान कालू साहब ने बड़ा अच्छा किया कि उन्होंने मुझे मुर्तद बोल दिया क्योंकि बहुत सारे कादियानी भाई ये अक्सर कह देते हैं जी हमारा कोई भी अहमदी भाई ये नहीं कह सकता कि जी ला इलाहा इल्लल्लाह मोहम्मद रसूलुल्लाह पढ़ने वाला मुर्तद है तो इमरान कालू साहब ने आते सारे मेरे लिए मुर्तद के अल्फाज इस्तेमाल किए और बड़ा बुरा भला ऐसे कहना करना शुरू कर दिया मैंने कहा इमरान कालू साहब पहले तो आप इस बात को मानें कि आपका जो बंदा है उसने गलती की है और उसने जिस जो तरीका इख्तियार किया है वो उसका तरीक़ाकार बिल्कुल गलत था ठीक है उसके बाद फिर आपसे जो बात है हज़रत ईसा की हयात या वफ़ात का वो तो बाद में आपसे कर लेते हैं पहले इस बात को मान लें कहते हैं जी ठीक है जी मैं इस बात को मान लेता हूँ कि हमारा जो बंदा है उसने इस बात की गलती की है यहाँ तक बात हुई उसके बाद मैंने जज़ाकल्लाह कहकर म्यूट लगा लिया वहाँ पर दूसरे जो बैठे थे उनमें से कोई नहीं किसी ने कहा कि नहीं हम तो इस पे बड़ा फख्र कर रहे हैं कि ये तो इसने हमारा शेर ने जोया साहब ने इमरान कालू साहब की बात की तायद की है और उन्होंने इमरान कालू साहब की बात को सेकंड किया ठीक है और कोई भी उसमें इमरान कालू साहब की बात पे बिल्कुल नहीं बोला क्योंकि उनके अल्फाज वो साहब ना इसी बात पे शायद पूछते कि इमरान कालू साहब ने मुझे मुर्तद बोल दिया लेकिन ये भी उन्होंने जो बोला मैं कहता हूँ बहुत अच्छे अल्फाज थे वो मेरे लिए अच्छे थे क्योंकि मैं कल को 20 लोगों को ये बात दिखाने वाला हूँगा कि भाई ये हैं आप लोगों के अहमदी जो कि ला इलाहा इल्लल्लाह मोहम्मद रसूलुल्लाह पढ़ने वाले को मुर्तद कहते हैं अब वो नीचे 1122 कह रहा है कि ज़िशान साहब झूठ बोल रहे हैं ऐसी बात नहीं है इनको ऊपर ले लें इन्हें की रिकॉर्डिंग दिखा दें रिकॉर्डिंग ले लें इनसे कोई बात नहीं
अबू बकर मीर भाई कि जिस तरह का उन्होंने सलूक किया है ना, अखीर थी उन लोगों की, मैं कहता हूँ। ਮੀਰ ਭਾਈ ਤੁਸੀਂ ਅਬੂ ਬਕਰ ਭਾਈ ਇਹਨਾਂ ਦੀ ਜਿਸ਼ਾਨ ਭਾਈ ਦੀ ਸਿਰਫ ਆਵਾਜ਼ ਸੁਣੀ ਹੈ, ਤੁਸੀਂ ਕੱਪੜੇ ਤੇ ਨਹੀਂ ਨਾ ਚੈੱਕ ਕੀਤੇ। ਕੱਪੜੇ ਭਾਵੇਂ ਲੀਰੋ ਲੀਰ ਹੋਏ ਹੋਣ। वो मकर मीर भाई मेरे लिए ना इमरान कालू साहब के जो अल्फाज थे ना, वो जो उन्होंने इमरान कालू से पहले किया वो तो जो उन्होंने किया, लेकिन बात जैसी थी, मैंने अपनी बात भी वहाँ पर जोन सी है ना वो अच्छे से रखी। उन लोगों को ये गुस्सा आ रहा था कि इस बंदे को इतनी देर ऊपर बिठा के क्यों रखा हुआ है, इसको नीचे फेंक के। अब उनको इस बात का बड़े अच्छे से था कि आज नीचे फेंकते तो कल तो मैंने कहीं कांड हाटी को खड़ा कर लेना था कटहरे के अंदर, ठीक है। बात ये वाली है कि जो कालू साहब के जो अल्फाज थे ना मुर्तद वाले, आप यकीन करें कि वो मेरे लिए बहुत पॉजिटिव अल्फाज थे। वजह ये वाली है कि कुछ चीज़ें बाज़ का मुँह से निकलवानी पड़ती हैं, ठीक है, और उनका जो इकरार होता है ना वो किसी दूसरे के लिए फ़ायदेमंद होता है। चले मेरे लिए तो जो उन्होंने इस्तेमाल किए बहुत सारे कादियानियों के लिए ये कालू साहब के जो अल्फाज हैं ना वो बहुत मैटर करते हैं, क्योंकि वो इनको सुनते हैं। तो इसलिए बड़ा अच्छा मुझे लगा कि ठीक है, आप भाइयों को तो गुस्सा आ रहा होगा क्योंकि वो उनकी बातचीत का अंदाज ऐसा, लेकिन मेरे लिए बड़ी पॉजिटिव, तभी मैं ऊपर बैठा हुआ था बड़े आराम सुकून के साथ। ਮੀਰ ਭਾਈ ਤੁਹਾਨੂੰ ਵੀ ਪਤਾ ਹੈ ਕਿ ਇਹ ਉਨੀ ਦੇਰ ਹੀ ਨਿਊਟਰਲ ਰਹਿੰਦੇ ਨੇ ਜਿੰਨੀ ਦੇਰ ਇਹਨਾਂ ਦੇ ਜਿਹੜਾ ਜਮਾਤ ਦਾ ਪ੍ਰੋਪੋਗੰਡਾ ਹੈ ਨਾ ਉਹਦੇ ਤੇ ਗੱਲ ਨਹੀਂ ਆਉਂਦੀ ਹੈਗੀ। ਉਸ ਤੋਂ ਪਹਿਲਾਂ ਭਾਵੇਂ ਤੁਸੀਂ ਮਿਰਜ਼ਾ ਸਾਹਿਬ ਦੀ ਲਾਈ ਰੱਖੋ, ਜੋ ਮਰਜ਼ੀ ਕਰੋ, ਇਹ ਨਿਊਟਰਲ ਆਪਣੇ ਆਪ ਨੂੰ ਸ਼ੋਅ ਕਰਵਾਉਣਗੇ। ਜਦੋਂ ਇਹਨਾਂ ਦਾ ਏਜੰਡਾ ਜਾਂ ਪ੍ਰੋਪੋਗੰਡਾ ਇਹਨਾਂ ਦੀ ਜਮਾਤ ਦਾ ਹੈਗਾ ਦਹਿਸ਼ਤਗਰਦੀ ਵਾਲਾ, ਜਦੋਂ ਇਸ ਤੇ ਗੱਲ ਆ ਜਾਂਦੀ ਹੈ ਨਾ ਫਿਰ ਇਹ ਜਿੱਡਾ ਮਰਜ਼ੀ ਨਿਊਟਰਲ ਹੋਵੇ ਨਾ ਉਹ ਭੌਂਕ ਹੀ ਪੈਂਦਾ, ਉਹਦੀ ਅਸਲੀਅਤ ਖੁੱਲ੍ਹ ਹੀ ਜਾਂਦੀ ਹੋਏ ਕਿ ਇਹ ਕਿੰਨਾ ਕੋਈ ਨਿਊਟਰਲ ਹੈਗਾ। ਮੈਂ ਕਿਹਾ ਅਬੂ ਬਕਰ ਭਾਈ ਤੁਸੀਂ ਗੱਲ ਨੂੰ ਸਮਝ ਜਾਓਗੇ। ਗੁਜਰਾਂ ਵਾਲੇ ਜਲਸਾ ਹੋਣ ਲੱਗੇ, ਅਸੀਂ ਸੀਰਤ ਨਬੀ ਕਾਨਫਰੰਸ ਤੇ, ਉੱਥੇ ਮੌਲਾਨਾ ਅਬਦੁੱਲਾ ਸ਼ੇਖਪੁਰੀ ਨੇ ਆਖਿਆ ਵੀ ਜਿੱਥੇ ਅਸੀਂ ਆ ਜਾਈਏ ਫਿਰ ਉੱਥੇ ਇਹ ਜਿਹੜੀ ਹੁੰਦੀ ਹੈ ਨਾ ਇਹ ਗਿੱਲੀ ਗੱਲ, ਦੋਵਾਂ ਪਾਸੇ ਵਗਣ ਵਾਲੀ ਗੱਲ, ਉਹ ਖਤਮ ਹੋ ਜਾਂਦੀ। ਫਿਰ ਗਿੱਲੇ ਬੰਦੇ ਨੇ ਨਾ ਜਿਹੜੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਤੇ ਉਹਨਾਂ ਨੂੰ ਵੀ ਜੀ ਆਇਆਂ ਨੂੰ, ਉਹ ਉਨੀ ਦੇਰ ਹੀ ਚੱਲਦਾ ਜਿੰਨੀ ਦੇਰ ਢਿੱਲੇ ਢਿੱਲੇ ਬੰਦੇ ਜਾਣ ਨਾ ਉੱਥੇ। ਤੇ ਜਦੋਂ ਦੋ ਟੋਕ ਫੈਸਲਾ ਕਰਨ ਵਾਲੇ ਬੰਦੇ ਆ ਜਾਣ ਫਿਰ ਉੱਥੇ ਆਰ ਜਾਂ ਪਾਰ ਹੁੰਦਾ ਬੰਦਾ। ਫਿਰ ਜਿਹੜਾ ਵਿਚਲਾ ਮੇਲ ਹੈ ਨਾ ਵੀ ਉਹਨਾਂ ਨੂੰ ਵੀ ਜੀ ਆਇਆਂ ਨੂੰ ਤੇ ਉਹਨਾਂ ਨੂੰ ਵੀ ਜੀ ਆਇਆਂ ਨੂੰ, ਇਹ ਚੱਲ ਨਹੀਂ ਸਕਦਾ ਭਾਈ ਜਾਨ। ਮੇਰਾ ਹਲੇ 2-3 ਦਿਨ ਗਏ ਆ ਤੇ ਕੰਮ ਪੂਰਾ ਹੋ ਗਿਆ, ਠੀਕ ਹੋ ਗਿਆ। ਓਪਨ ਆਈਜ਼ ਅਗਰ ਉਹ ਜਮਾਤ ਅਹਿਮਦੀਆ ਨਾਲ ਉਹਦਾ ਤਲਕ ਹੈ, ਪਦੈਸ਼ੀ ਅਹਿਮਦੀ ਹੈ, ਤੇ ਉਹਦਾ ਅਗਰ ਉਹ ਪਲੇਟਫਾਰਮ ਉਹਨਾਂ ਨੂੰ ਮੁਹੱਈਆ ਕਰ ਰਿਹਾ ਤੇ ਇਹਦੇ 'ਚ ਗਿਲੇ ਸ਼ਿਕਵੇ ਵਾਲੀ ਕੋਈ ਗੱਲ ਨਹੀਂ ਹੈ। ਲੇਕਿਨ ਉਹ ਜਿਹੜੀ ਹੈ ਨਾ ਦੋ ਤਰਫਾ ਗੇਮ ਉਹ ਨਹੀਂ ਹੋ ਸਕਦੀ। ਜਿੱਥੇ ਅਸੀਂ ਜਾਈਏ ਉੱਥੇ ਦੋਵਾਂ ਨੂੰ ਜੀ ਆਇਆਂ ਨੂੰ ਨਹੀਂ ਹੋ ਸਕਦਾ। ਕਹਿੰਦੇ ਨੇ ਨਾ ਸੁੱਖੀ ਕਦੇ ਨਹੀਂ ਵਸਦੇ ਦੋਵਾਂ ਘਰਾਂ ਦੇ ਸਾਂਝੇ, ਇੱਕੋ ਪਾਸਾ ਰੱਖ ਲੈ ਹੀਰੇ ਜਾਂ ਖੇੜੇ ਜਾਂ ਰਾਂਝੇ। ਤੇ ਜਿੱਥੇ ਅਸੀਂ ਜਾਣਾ ਉੱਥੇ ਜਾਂ ਫਿਰ ਹੀਰੇ ਜਾਂ ਫਿਰ ਖੇੜੇ ਨੇ ਤੇ ਜਾਂ ਰਾਂਝੇ ਨੇ, ਦੋਵੇਂ ਇਕੱਠੇ ਨਹੀਂ ਵਸ ਸਕਦੇ।
ਕਵਰ ਅਪ ਕਰਦੇ ਨੇ। ਅੱਛਾ ਅਮਰ ਭਾਈ ਕੱਲ ਜਰਾ ਦੁਬਾਰਾ ਸੁਣਾਇਆ ਜੇ ਸ਼ੇਰ ਬੜਾ ਜ਼ਬਰਦਸਤ ਸੀ। ਰਾਣਾ ਰਾਸ਼ਿਦ ਸਾਹਿਬ ਨੇ ਕੱਲ ਵਾਲੇ ਮਾਮਲੇ ਦੀ ਬੜੀ ਮਜ਼म्मत ਕੀਤੀ ਹੈ। ਮਲਕ ਸਾਹਿਬ ਉਹ ਦੋਗਲੇ ਅਲਫਾਜ਼ ਵਿੱਚ ਉਹ ਮਲਿਕ ਸਾਹਿਬ ਬਾਅਦ ਦੇ ਅਹੀਰ ਦੀ ਵਿੱਚ ਬਰਾੜ ਤੇ ਵੇਖੋ ਆਇਆ ਆਦਾ ਸੀ ਤੇ ਜਿਸ ਦੋਗਲੇ ਟਾਈਮ ਅਲਫਾਜ਼ ਦੇ ਉਹ ਵਿੱਚ ਆਨੰਦ ਚ ਬੈਠਾ ਹੈ ਨਾ ਪਹਿਲਾਂ ਤੇ ਨਹੀਂ ਮੈਂ ਪਹਿਲਾਂ ਤੇ ਜੇ ਕੀਤੀ ਉਹਨੇ ਗੱਲ ਕਿ ਜੀ ਮੈਂ ਇਹ ਗੱਲ ਜਿਹੜਾ ਵਾਕਿਆ ਨਾ ਬੁਰਾ ਹੋਇਆ ਤੇ ਮੁੜ ਕੇ ਉਹ ਗਿਆ ਜਾ ਕੇ ਕਿਸੇ ਦੇ ਮੱਥੇ ਲੱਗਾ ਤੇ ਫਿਰ ਵਾਪਸ ਆਇਆ ਤੇ ਫਿਰ ਉਹ ਬਿਆਨ ਬਦਲ ਗਿਆ ਆਪਣਾ। हाँ जी बिल्कुल ਫਿਰ ਉਹ बिल्कुल ਗਾਲਾਂ ਗੂਲਾਂ ਕੱਢਣ ਲੱਗ ਪਿਆ। ਉਹ ਕੀ ਨਾਂ ਹੈ ਅਲੀ ਹੱਕ ਭਾਈ ਨੇ ਗਾਲਾਂ ਕੱਢੀਆਂ ਨੇ ਤੇ ਬੁਰਾ ਭਲਾ ਕਿਹਾ ਤੇ ਇਹ ਤੁਸੀਂ ਹੁੰਦੇ ਹੀ ਇੰਜ। ਫਿਰ ਉਹਨੇ ਸੀਕਰ ਨੂੰ ਵੀ ਤੇ ਅਹੀਰ ਭਾਈ ਨੂੰ ਜਿੰਨੇ ਵੀ ਇੱਥੇ ਬੰਦੇ ਬੈਠੇ ਸਾਰੇ ਉਹਨਾਂ ਨੇ ਗਾਲਾਂ ਕੱਢੀਆਂ ਨੇ ਤੇ ਗਾਲਾਂ ਕੱਢ ਕੇ ਨਿਕਲ ਗਿਆ। ਇਹ ਉਹਨੇ ਕੀਤੀ सीकर तक को बहुत ही बेईमान बंदा है यार को बहुत बेईमान है ये प्याना इतना बेईमान बंदा मैं जिंदगी देखिया ही नहीं है ਜਿਹਦੇ ਚ ਕਦੀ ਕੋਈ ਈਮਾਨ ਦੀ ਰੱਤੀ ਦਾ ਕੁਝ ਕੋਈ ਗੈਰਤ ਪੈਦਾ ਹੁੰਦੀ ਹੋਵੇ ਨਾ ਜਿਹੜਾ ਰੁੱਤ ਸੀਕਰ ਹੈ ਉਹਦੇ ਵਿੱਚ ਤਾਂ ਗੈਰਤ ਦੀ ਰੱਤੀ ਨਹੀਂ ਹੈ। ਨਹੀਂ ਉਹਦੀ ਨਹੀਂ ਗੱਲ ਹੋ ਰਹੀ ਮਲਕ ਸਾਹਿਬ ਉਹਦੀ ਨਹੀਂ ਗੱਲ ਹੋ ਰਹੀ। ਉਹਦੀ ਗੱਲ ਤਾਂ ਨਹੀਂ ਹੋ ਰਹੀ ਹੋ ਤਰੇ ਯਾਰਾਨਾ ਜਿਹੜਾ ਹੈ ਨਾ ਰਾਸ਼ਦ ਦੀ ਲੇਕਿਨ ਵੈਸੇ ਉਸ ਦੀ ਗੱਲ ਮੈਂ ਦੱਸ ਰਿਹਾ ਬਈ ਉਹ ਇਸ ਗੱਲ ਨੂੰ ਹੀ ਕਿ ਡਿਫੈਂਡ ਕਰ ਰਿਹਾ ਹੈ ਕਿ ਅਗਰ ਉਹ ਕੋਈ ਆਰਮ ਲੈ ਕੇ ਗਿਆ ਹੈ ਤੇ ਤੁਹਾਡਾ ਕੰਮ ਹੈ ਮੁਸਲਮਾਨਾਂ ਦਾ ਕਿ ਜਿਹੜਾ ਹੈ ਨਾ ਮੁਸਲਮਾਨਾਂ ਦਾ ਕੰਮ ਹੈ ਕਿ ਉਹਦੀ ਕੋਈ ਉਸ ਨੂੰ ਖਾਣਾ ਖਵਾਉਂਦੇ ਕੋਈ ਕੈਫੇ ਪਿਲਾਉਂਦੇ ਕੋਈ ਚਾਹ ਪਿਲਾਉਂਦੇ ਯਾਨੀ ਕਿ ਚਾਹੇ ਉਹ ਆਰਮੀ ਲੈ ਕੇ ਗਿਆ ਤੁਹਾਡੀ ਜਿਹੜਾ ਹੈ ਨਾ ਇਬਾਦਤ ਖਾਨੇ ਜਾਂ ਮਸਜਿਦ ਦੇ ਅੰਦਰ ਤੇ ਸਾਡਾ ਕੰਮ ਹੀ ਉਸ ਦੀ ਮਹਿਮਾਨ ਨਵਾਜ਼ੀ ਕਰਨੀ। ਇਹੋ ਜਿਹਾ ਆਰਮ ਲੈ ਕੇ ਘਰ ਆਵੇ ਤੇ ਇਹੋ ਜਿਹੇ ਨੂੰ ਤੇ ਛਿੱਤਰ ਮਾਰਨੇ ਚਾਹੀਦੇ। ਅਮਰ ਭਾਈ ਤੁਹਾਡੇ ਵਾਸਤੇ ਥੱਲੇ ਬੰਦਾ ਆਇਆ ਅਮਰ ਭਾਈ ਥੱਲੇ ਕੁੱਤਾ ਖੁੱਲ ਗਿਆ ਤੇ ਉਹਨੂੰ ਪੱਟਾ ਪਾ ਦਿਓ ਜਾਂ ਮੈਨ ਮਲਕ ਇਮਰਾਨ ਇੰਜ ਨਹੀਂ ਕਹੀਦਾ ਨਹੀਂ ਗੱਲ ਕਰੀਦੀ ਏਦਾਂ। ਗੱਲ ਇਹ ਵੇ ਕਿ ਉਹਦੀ ਗੱਲ ਕਰ ਰਿਹਾ ਮੈਂ ਉਹਦੀ ਗੱਲ ਕਰ ਰਿਹਾ ਇਸਲਾਮ ਮੈਂ ਉਹਦੀ ਗੱਲ ਕਰ ਰਿਹਾ ਸਿਖਾਉਂਦਾ ਯਾਰ। ਨਹੀਂ ਅਗਰ ਤੁਸੀਂ ਵੇਖੋ ਵੀ ਮੀਰ ਭਾਈ ਅਗਰ ਵੇਖੋ ਵੀ ਤੇ ਸਾਡਾ ਇਸਲਾਮ ਸਾਨੂੰ ਇਹ ਤਾਲੀਮ ਦਿੰਦਾ ਹੈ ਕਿ ਅਗਰ ਕੋਈ ਨਾਨ ਮੁਸਲਿਮ ਹੈ ਤੇ ਤੁਹਾਡੀ ਉਮਰ ਤੇ ਵੱਡਾ ਤੇ ਤੁਸੀਂ ਉਹਨੂੰ ਉਹਦੇ ਨਾਲ ਬਦਤਮੀਜ਼ੀ ਕਰੋਗੇ ਉਹਨੂੰ ਗਾਲਾਂ ਕੱਢੋਗੇ। ਗੱਲ ਕੀਤੀ ਕਿਸੇ ਦੀ ਨਹੀਂ ਕੀਤੀ ਉਹਦੀ ਗੱਲ ਕੀਤੀ ਮੂੰ ਕਈ ਹੋਰ ਦੀ ਨਹੀਂ ਕੀਤੀ ਉਹਦੀ ਕੀਤੀ ਮੂੰ ਉਹ ਕੌਣ ਹੈ? ਰਾਣਾ ਰਾਸ਼ਦ ਸਾਹਿਬ ਉੱਤੇ ਤਸ਼ਰੀਫ ਲਿਆਓ ਕੋਈ ਗੱਲ ਦੀ ਸਮਝ ਨਹੀਂ ਆ ਰਹੀ ਤੁਸੀਂ ਕੀ ਕਹਿ ਰਹੇ ਹੋ। ਫਿਰ ਅਸਕਾਨੀ ਸਾਹਿਬ ਤੁਸੀਂ ਵੀ ਤਸ਼ਰੀਫ ਲਿਆਓ ਤੁਸੀਂ ਅੱਜ भाभियां दे तो पीर हुंदे ही ने पीर 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 भाभियां हुंदे ने। दुनिया में एक नज़ीर आया लेकिन दुनिया ने उसको पहचाना नहीं। ਇਹ ਐਲਾਨ ਬੜਾ ਪੂਰਾ ਹੋਇਆ ਵੈਸੇ ਹੈ ਨਾ। नहीं मिर्जा साहब का नाम पूरा नहीं होगा। इल्हाम ही कोई नहीं पूरा होया बड़े बड़े लोगों ने पहचान लिया है जड़ा दुनिया ते एक ही आया ना तुसा को नज़ीर उस ਦੀਆਂ ਮਿਸਾਲਾਂ ਤੁਹਾਡੇ ਅੱਗੇ ਸਾਹਮਣੇ ਵਧੀਆਂ ਨੇ ਕਿ ਲੋਕਾਂ ਨੇ ਪਛਾਣ ਲਿਆ। ਉਸ ਤੋਂ ਮੁਰਾਦ ਹੈ ਕਿ ਸਾਕੀ ਵਦਾ ਹੋਇਆ ਹੈ ਹੋਰ ਬਹੁਤ ਸਾਰੀਆਂ ਫੈਮਲੀਆਂ ਨੇ ਤੇ ਲੋਕਾਂ ਨੇ ਪਛਾਣ ਲਿਆ ਜਿਹੜਾ ਆਇਆ ਨਾ ਨਜ਼ੀਰ। ਇਹ ਮਿਰਜ਼ੇ ਦੀ ਪੇਸ਼ਗੋਈ ਝੂਠੀ ਨਿਕਲੀ। नहीं नज़ीर एक ही सी नबी पाक सल्लम दी ज़ात जेड़े ने मतलब बहुत मुतबर सन ते उस तो बाद मेरा ख्याल है सानू कोई नहीं लोड़ किसी ने विज्ञान दी बात झूठो झूठ च तोड़ी है ना हर शै। मिर्जा साहब दे गंद नू तुसी अमर भाई नाल पेश करना है। अमर भाई पाक ने एडे
ਨਹੀਂ ਨਹੀਂ, ਮਿਰਜ਼ਾ ਕਾਦੀਆਨੀ ਦੀ ਕਿਤਾਬਾਂ ਗੰਦ ਨੇ, ਉਹ ਗੰਦੇ ਨੇ, ਠੀਕ ਹੈ, ਤੇ ਆਮਰ ਭਾਈ ਸਾਫ ਨੇ। ਕਿੱਥੇ ਕਿੱਥੇ ਤੁਸੀਂ ਮਿਸਾਲ ਦਿੰਦੇ? ਔਲੀਆ ਅੱਲਾ ਦਾ ਨਾਂ ਲਿਖਿਆ ਹੈ, ਔਲੀਆ ਅੱਲਾ ਦਾ ਲਿਖਿਆ ਹੈ ਕੁਰਾਨ ਹਦੀਸ ਵਿੱਚ, ਤੇ ਉਹ ਤੁਸੀਂ ਬਿਆਨ ਕਰੋ ਆਮਰ ਭਾਈ ਔਲੀਆ ਅੱਲਾ ਨੇ, ਗੱਲ ਖਤਮ। ਚਲੋ ਫਿਰ ਮਰਜ਼ੀ ਤੁਹਾਡੀ। ਮੈਂ ਜੀ ਤੈਨੂੰ ਇਹ ਵੀ ਹੁਣ ਯਕੀਨ ਦਿਵਾਉਣਾ ਪੈਣਾ, ਆਖ ਕੇ ਦੱਸਣਾ ਪੈਣਾ ਵੀ ਅਬੂ ਬਕਰ ਭਾਈ ਤੇਰੇ ਨਾਲ ਵੱਡੇ ਵੀ ਨੇ, ਉਹਨਾਂ ਦਾ ਇਲਮ ਵੀ ਤੇਰੇ ਨਾਲ ਜ਼ਿਆਦਾ ਹੈ, ਤੇਰੇ ਨਾਲ ਗੱਲ ਵੀ ਉਹਨਾਂ ਨੂੰ ਸਹੀ ਕਰਨੀ ਆਉਂਦੀ। ਇਹਦੇ ਵਾਸਤੇ ਵੀ ਕੋਈ ਲਿਖ ਕੇ ਦੇਣਾ ਪੈਣਾ, ਮੈਂ ਇਹ ਨਹੀਂ ਕੋਈ ਪਾਵਰ ਅਫਤਾਰ ਨਹੀਂ ਮੈਂ ਦੇਣੀ ਤਾਂ ਤੂੰ ਮੰਨਣਾ। ਜੀ ਉਸਤਾਦ ਮਤਲਬ ਅਸਲ ਵਿੱਚ ਮੈਂ ਚਾਹਨਾ ਕਿ ਕੁਰਾਨ ਔਰ ਹਦੀਸ ਵਿੱਚ ਜੇ ਕੁਝ ਹੈ ਨਾ, ਉਹ ਕੁਰਾਨ ਦੀ ਕੋਈ ਗੱਲ ਹੀ ਨਹੀਂ ਤੇ ਕਰਦੇ ਨਾ, ਉਹ ਤੇ ਮਿਰਜ਼ਾ ਕਾਦੀਆਨੀ ਦੀਆਂ ਗੱਲਾਂ ਪੇ ਕਰ, ਤੂੰ ਨਾ ਹਰ ਗੱਲ ਦੇ ਵਿੱਚ ਨਾ ਅੜ ਫਸ ਨਾ ਕਰਿਆ ਕਰ। ਜੀ ਠੀਕ ਹੈ, ਟਰੂ ਮੁਸਲਮ ਆ ਕੇ ਛੋਟਾ ਜਿਹਾ ਇੱਕ ਸਵਾਲ ਪੁੱਛ ਲਿਆ ਛੋਟਾ ਜਿਹਾ। ਨਹੀਂ ਉਹਦਾ ਨਾਂ ਗੁਲਾਮ ਅਹਿਮਦ, ਉਹਦਾ ਨਾਂ ਤੇ ਗੁਲਾਮ ਅਹਿਮਦ ਰੱਖਿਆ ਸੀ ਮਾਂ ਪਿਓ ਨੇ, ਤੇ ਉਹ ਅਹਿਮਦ ਕਿਸ ਤਰ੍ਹਾਂ ਬਣ ਗਿਆ ਇਹ ਤਾਂ ਪਤਾ ਕਰੋ। ਉਹ ਤਾਂ ਅਹਿਮਦ ਦਾ ਗੁਲਾਮ ਸੀ, ਤੇ ਮੁਬਸ਼ਰਮ ਬੇ रसूल याती मिन बादी इस्मो अहमद का मिसदाक किस तरह बन गया है। अस्कानी साहब ऊपर आकर बुखारात निकाल लें, नीचे ना खाम खा मैसेज के टैक्स मजदूरी ना करें, सारे बंदे आपके मुंतजिर हैं। अगर आप ऊपर आकर बुखारात निकालना चाहते हो तो आपको इनवाइट किया गया है, खाम खा नीचे ना मैसेज करें, फजूल क्यों अपनी उंगलियों को। ना मेरे भाई पहले अस्सलाम वालेकुम रहमतुल्लाह व बरकातहू को पे उठाओ साथ में। आज आप परेशान तो होंगे क्योंकि सारे मुसलमानों की खुशी का दिन है, सबको सोएब राजा पर फख्र है, तो आप परेशान तो होंगे, लेकिन तुम्हारे इतने बेटे हुए हैं, किसी को कहिए कि कोई सेक्स फिल्म ही चला दे, क्या ख्याल है? बात तो हो नहीं सकती आपसे क्योंकि आपके चेले इधर बैठे हुए हैं, उन्होंने बैत किया है आपके हाथ पे मोहतरम। मैंने कल आपको ये कहा था कि आपने $10,000 देने का वादा किया, इतनी बड़ी भड़क मारी आपने और उससे फिर मुकर गए। बाद में आपको याद आया करे, ये शर्त भी लगाना चाहिए, वो भी शर्त लगाना चाहिए। एक मिनट भाई, एक मिनट हजरत जी, ये आपके शागिर्दों के साथ गुफ्तगू तो नहीं हो सकती क्योंकि आप एक हिसार में हैं, अंदर आप बैठे हुए हैं, बहुत बड़ा चौधरी बन के लुंगी बांधा हुआ है, हुक्का आपके मुंह में है और साथ आप हिसार के अंदर है। तो वो मैं कल देख रहा था, वैसे आमिर नज़ीर साहब ऐसे ही जा रहा था तो है एक बिहार का लालू अच्छा नाम है, तो उन्होंने कहा कि भाई लालू प्रसाद, किसी ने पूछ लिया कि लालू जी आप क्या डरते नहीं, ऐसे कुला डुला बातें करते हैं। उसने कहा मैं क्यों डरूं, मैं होता हूं जमगटे के हिसार में, बीच में होता हूं, आगे पीछे मेरे जो है वो हिसार है लोगों की, अगर कोई गोली चला देगा उनको लग जाएगी। तो आपका ये मामला है, आपसे बात करना तो बहुत मुश्किल है मोहतरम। मैंने सिर्फ आपसे ये अर्ज़ किया था कि आपने जो इतनी भड़क मारी कि $10,000 दूंगा, बाद में जब आपके पास आप ही का इल्ची आया जिसको आपने ही कबूल किया था एक तरफा, तो इल्ची ने कहा कि भाई वो तो मान गए हैं, आप पैसे दे दीजिए। आपने कहा ना 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 ना, ऐसे कैसे हो सकता है, पहले गारंटी लाओ। तो मैंने ये आपसे सुना था और बारहा ये आप अपने शागिर्दों को कहते हैं कि जंग के बाद अगर मुक्का याद आ जाए तो कहाँ मारना चाहिए, अपने मुंह पे। बात ये आपकी सच है, दुरुस्त है। कल मैंने कहा था आप तो हैं बड़े चौधरी, खुद साख्ता,
तो अब आप ऐसा करें, वो आप तो अपने आप को नहीं मार सकते, चौधरी जो रहे, और आप अपने चेलों को भी नहीं मारेंगे क्योंकि उनके हिसार में ही आपने चलना है। तन्हा आपका मुकाबला करने की कभी ना जरूरत थी ना है। अब मैंने ये कहा कि आपको मुहतरम वो मेरे मुंह पे मार दीजिए, वो भी आप नहीं कर पाए, तो ज़रा बताइए, इसका जवाब दे दीजिए मुहतरम। अच्छा, पहली तो बात ये है कि ये जो लफ्ज़ आप चेले, मुरीद और इस तरह की गालियां देते हैं ना हमारे भाइयों को, ये मेहरबानी है आपकी कि दोबारा ना दें। ये हमारे भाई हैं और हमारे दस्तो बाजू हैं। किसी ज़माने में यही बात हमने अमित अग्रवाल को कही थी, जिस पर आपको फ़ख्र हुआ था, और अमित अग्रवाल बड़ा तड़पा था कि ये कहता है कि इंजीनियर और वकील कमर सुल्तान मघियाना ये हमारे बाजू हैं, भाई बाजू होते हैं। हमने आपको बताया था, लेकिन आप गाली देने के लिए इस तरह के तौहीन आमेज़ अल्फाज मेहरबानी करके ना इस्तेमाल करें, वरना कोई इरिटेट होकर जवाब दे फिर आपको बुरा लगेगा। दूसरी बात यह है कि झमगट्टे वाली और लालू प्रसाद यादव वाली जो आपने मिसाल दी है, यहाँ पर इस तरह का कोई मामला है नहीं। कोई बंदा बोला है आपके बीच में, किसी ने टोका है आपको? जब तक आपने सारे अपने बुखारत नहीं निकाल लिए, किसी ने आपको नहीं रोका, नहीं टोका, नहीं बुरा भला कहा, बावजूद इसके कि आप गैर इखलाकी गुफ्तगू कर रहे थे। और अपनी जो आपकी अक्ल है उसका आप इल्ज़ाम दूसरों को दे रहे थे कि बात तो आपको समझ आई बाद में। वो चिड़ियाघर में कोई गया ना बंदा देखने चिड़ियाघर, तो उसने देखा सारे जानवर हंस रहे हैं लेकिन गधा अपनी जगह पे खड़ा है, खामोश। खामोश ए दिल भरी महफिल में चिल्लाना नहीं अच्छा, अदब पहला करीना है मोहब्बत के करीना, चुप करके खड़ा है। वो दूसरे दिन फिर गया चिड़ियाघर, तो जाके देखा सारे जानवर खामोश हैं, गधा हंस रहा है। तो उसने कहा भाई कल मैं आया था तो सारे जानवर हंस रहे थे, आप खामोश थे, आज सारे खामोश हैं, आप हंस रहे। कहता कल वाली बात मुझे आज समझ आई है। तो मेरे मोहतरम, अगर आपको बात कल वाली आज समझ आई हो तो वो अपनी अक्ल का इल्ज़ाम दूसरों को तो ना दें कि दूसरों की अक्ल में बाद में बात आई तो वो जो जंग के बाद मुक्का याद आता है उसको मुंह पर मार लेना चाहिए, मैंने तुमसे ही सुना था। ये जितनी बातें आपने की हैं, इसमें सारा कसूर आपकी अपनी अक्ल का है। क्या आपका ये ख्याल है कि आप हमें मैसेज करेंगे, लो भाई आमर नज़ीर हमने ऑडियो डिलीट कर दी, मैं आपको $10,000 दे दूंगा, अगले हफ्ते फिर ऑडियो निकल आएगी, फिर मैं 10,000 दे दूंगा, फिर उससे अगले हफ्ते? यानी आप ये चाहते हैं कि मैं ऐसा ही कोई मतलब फुद्दू सा मुसलमान आपने मुझे समझ रखा है कि मैं $10,000 दे के ऑडियो आपके पास छोड़ दूंगा। असल चीज़ है ऑडियो को ही तो ख़त्म करना है। आप यकीन दिला दें कि ऑडियो ख़त्म हो गई है या हो जाएगी तो $10,000 के आप हकदार हैं। लेकिन अगर आप यकीन नहीं दिला सकते तो उसकी, अगर आपको किसी ने बाद में जाके ये कह दिया है कि भाई ऑडियो आपके पास रहेगी, डिलीट करने के बावजूद आपने सेव की होगी, अगले महीने आप ब्लैकमेलर किसी शरीफ आदमी को फिर ब्लैकमेल करेंगे, तो आमर नज़ीर क्या करेगा? दूसरा कोई तीसरा क्या करेगा? अगर आपको किसी ने ये जाके दूसरे दिन कह दिया तो आपने ये समझ लिया ओ हो ये तो वो जंग का मुक्का है जो बाद में याद आए। असल में ये जंग का मुक्का नहीं है जो बाद में याद आया, बल्कि ये वो चिड़ियाघर वाली मिसाल है जो आपको बाद में समझ आई। अब आप करें बात, मैं सुनता हूँ। हाँ, एक छोटी सी रह गई बात, माजरत से 30 सेकंड और दे दें। रही बात ये कि आप यहाँ बैठ के बात कर सकते हैं, अकेले में तो बात कर नहीं सकते। वो कहते हैं ना, मुझे याद है सब ज़रा ज़रा, तुम्हें याद हो कि ना याद हो। शार्प शूटर की बराड पर अकेले ही थे ना जब आपका सॉफ्टवेयर अपडेट किया था दोनों बहन भाइयों का, तो वहाँ कौन था मेरे साथ? कोई भी नहीं था, अकेले ही थे। देख लें, उस दिन के बाद ज़रूरत ही नहीं पड़ी। अब आप करें बात, कोई ऐसा मसला नहीं है, लेकिन इन एक्टिविटीज़ में हम अपनी एनर्जी को वेस्ट करना, भी तो हम फ्री हैं और हम खुशी मना रहे हैं। हमें फ़ख्र है इस नौजवान पर, मोहब्बत है मुझे उन जवानों से सितारों पे जो डालते हैं कमंद, जो मुखालफ के मुंह में हाथ डालते हैं और आस्तीन का सांप बनकर अपने भाइयों के पाँव पे नहीं डसते बल्कि जाके मुखालफ के हिक में बजते हैं ना। हमें उन नौजवानों से प्यार है, मोहब्बत है। तो ये सहेब राजा को हम आज देखते हैं कि वो मुसलमान नौजवानों में बुलंदी की एक सीढ़ी
चढ़ा है, अल्लाह ताला उसको लंबी ज़िंदगी दे, दीन और दुनिया की इज्जत दे। तो हम तो खुश हैं, तो हमने समझा चले आपसे रिलैक्स माहौल में बात कर लेते हैं। लेकिन बहरहाल आपके साथ कोई हम एनर्जी वेस्ट नहीं करना चाहते, आपको ज़रूरी बात है तो कर लें। वो मैं कह रहा था नीचे खाम खा कमेंट ना करें, जो आपने बुखारात निकालने निकाल लें, जितनी मर्जी बुखारात निकालें, हम म्यूट कर लेते हैं। बहुत शुक्रिया आमिर रज़ीद साहब। आमिर रज़ीद साहब, आप इखलाक की बात करते हैं, मुझे ये बताइए कि ख़वातीन के कपड़े उतारने वाला कौन अक्लमंद शख्स है? वो आप ही हैं कि अपने बहन बेटियों की, मुसलमानों की कपड़े आप उतारने की बात करते हैं और ये इल्ज़ाम हज़रत अली पे लगाते हैं। ये है आपका इखलाक, ये है आपका अदब और ये है आपकी गुफ्तगू। अपने मस्ती में अपने जमघटों को देखकर, मैं जमघटा कह रहा हूँ, छेला कह रहा हूँ, इसमें तो आपको अपने भाई बहुत बहुत परेशान हो जाते हो। ये कोई ऐसा कर लेगा, क्या तीर मार लेगा, कुछ भी नहीं कर पाएगा। ये अपनी जो है वो चौधराहट जो आपके अंदर है, इस चादर को फेंक दो, कुछ नहीं कर पाएगा। इससे बढ़कर आपके चेले क्या कर पाएंगे जो 6 फिल्म आकर चलाते हैं, 6 फिल्म, और क्या आप कर पाएंगे? जो कुफर के फतवे देते हैं, जो मुसलमानों को हिंदू कहते हैं, और ये शोशा आपका है, आपने फेंका हुआ है। आप ये कहें मुसलमानों को कि तुम्हारी माओं ने तुम्हें ईदी के झूले से उठाया हुआ है, ये आपने एक शरीफाना और एक महज़बाना गुफ्तगू की है? नहीं, बल्कि ये आपने सिर्फ गैस खारिज किया है, गैस। सुबह शाम आमिर रज़ीद साहब आप क्या करते हैं, मुझे ये बताइए? सिर्फ गैस खारिज करते हैं। गैस खारिज के सिवा और आपका क्या है? लड़ाई बर्पा करना, फितना करना, उसके सिवा आपने क्या किया है, मुझे बताइए। आमिर रज़ीद साहब, ये आप देखें, आपने जो इतना बड़ा भड़क मारा कि $10,000 दे दूंगा, उस वक्त आपको तमाम बात कर लेनी चाहिए नहीं? जब आपको €500 देने थे तो आपने शातिम रसूल को अपना मुअज़्ज़ज़ मुकर्रम वकील बनाया और उसके साथ घंटों बारे यहाँ बात की। नहीं, ऐसा नहीं हुआ था, वहाँ गुफ्तगू नहीं हुई थी, हमने तो ये नहीं कहा था, इस तरह से तो नहीं हो सकता है। €500 की बात थी आमिर रज़ीद साहब। आपसे एक चवन्नी भी नहीं निकलेगा, एक चवन्नी भी नहीं निकलेगा। आपसे अगर निकलेगा तो सिर्फ 2 भाइयों के दरमियान दराड़ और मुसलमानों पे कुफर के फतवे, ये निकलेंगे। ख़वातीन के कपड़े उतारना जो हम देख के आ रहे हैं मुहतरम, आपने जब ये कह दिया, वो बंदा कह रहा है और एकदम हल्कापन इख्तियार करके एक मदारी बनकर, मदारी कायद है, आप कायद हैं, लीडर हैं और कितने सालों से काम कर रहे हैं माशाल्लाह, अल्लाह आपको इसका जज़ाए खैर दे। एक कायद मदारी बना हुआ है, मदारी, पूरा 1.5 घंटा वहां जो है वो डुगडुगड़ी बजा। आपकी नीयत साफ होती, सही होती, आप आखिर क्या कहते कि भाई इस तरह की बात घूम रही है, हमें नहीं मालूम, अल्लाह आलम, और हकीकत अल्लाह जानता है। आप कौन है? आप गैबदान है कि ऐसा है या नहीं है? आप गैबदानी का दावा करते हैं, हमें नहीं मालूम, खबरदार कि तुम लोगों ने बात की, इसके बारे में बात नहीं करना। वो जाने, उनका काम जाने, बात सच सामने आएगी, सच भी हो सकता है, झूठ भी हो सकता है, लेकिन आप गैबदान कब से बने हैं? और आपने मदारीपन किया, एक एक मुसलमान को, वहाँ पप्पू को जलील किया, एक शरीफ आदमी को, मसूद को जलील किया, क्योंकि वो हमारे साथ बैठता है। आपने ऐलान किया हुआ है ना कि इनके साथ ना बैठो। दीन आपका है, आप जागीरदार हैं, आप एक तन्हा मुसलमान हैं इस दुनिया में। यहाँ ना जाओ, उधर ना जाओ, इसको हम नहीं जानते, जिसको हम नहीं जानते वो मुसलमान नहीं है। ये कुफर का फतवा है आप दे रहे हैं। आपने जो कुफर का फतवा दिया, एक मुसलमान को इस्लाम से खारिज किया, शरअन जाकर पूछ लीजिए। ये टिकटॉक का दुनिया नहीं है, 2-4 आदमी आप देख रहे हैं। आपकी जो हरकतें हैं, कुफर को भी देखकर आप अपने पाँव के नीचे उसको रख लेते, कोई बात नहीं। बिदत को आप देख के उससे आप आंखें जो है वो चुरा लेते, कोई बात नहीं। मुशरिक हो, बिदती हो और दीन को रोंदने वाला हो, आप कहते हैं ये हमारा भाई है, लेकिन एक सच्चा अकीदा मुसलमान, उससे आप नफरत करते हैं। वजह
क्योंकि ताली नहीं बजा रहा, बंदर नहीं बना हुआ है, आपके डोलकी पर नाचता नहीं है। आमिर नज़ीर साहब, बातें बहुत हैं, मुझे इस बात का जवाब दे दीजिए मेरे मोहतरम भाई। जब आपने ये बात खुद की है, हमेशा की है, $500 के लिए क्या है, 500 यूरो के लिए क्या, 300 यूरो के लिए क्या है, और वो 600 यूरो या 500 लतीफ़ के झंडा लेकर जाना चाहते थे वहाँ पर। आप गए, आप सब झूठ हैं, आपके जितने भी वादे आपने किए हैं। आपने क्या, कौन सा तीर मारा, आपके भाइयों ने कौन सा तीर मारा? लतीफ़ जिंदा है, गए उसके घर पे, कुछ किया ना? शोशा। इसी तरह मलिक तलत और पप्पू का मामला बहुत हैं, लेकिन उनको आहिस्ता आहिस्ता देखेंगे। आप घबराना नहीं। आप कहते हैं गैस मैं आपके सही खारिज करूंगा, समझ रहे, सही खारिज करूंगा, कोई मसला नहीं। मेरे पास आपके गैस खारिज के लिए बहुत मवाद है, लेकिन एक एक पे बात करो। शायरी आप अच्छा कर लेते हैं, लेकिन आपको मालूम है कुरान शायरों के बारे में क्या कहता है, और शायरों के पीछे कौन लोग हैं ये भी आप जानते होंगे। लेकिन उससे क्या लेना देना, उससे क्या लेना देना? अपने शायरी से, अपने इससे गुमराह करो नौनिहाल बच्चों को, जो आकर हमारी बहन बेटियों को नंगी नंगी गालियां दें, हमारे बरोड़ों पे आकर 6 फिल्म चलाएं, हमारे बरोड़ों पे आकर हमें काफिर कहें और हमें खानदान को भी काफिर कहें। ये आपकी तालीम है, ये आपका गैस है। अब आप ही ने कहा है मेरे मोहतरम भाई कि मुक्का जब याद आए जंग के बाद अपने मुंह पे मार लेना चाहिए। आप ही को याद आया है, कोई शर्त होती, कोई बात होती, सारा कुछ होता। आप समझदार आदमी हैं, कच्चे वो अकल नहीं है आपकी। आप एक चौधरी हैं, आप बड़े पंचायतों में बैठे हुए हैं, आपको नहीं मालूम कि किस तरह से बात कर लेनी चाहिए? आपने $10,000 का वादा किया, दे दे। एक करान भी नहीं निकलेगा आपसे आमिर भाई, 1 रुपया, 1 छवन्नी भी नहीं निकलेगा। $10,000 देने का आपने कहा, वो डिलीट करेंगे, हम $10,000 देंगे। आपको ये मैं खुद कह रहा था, ये किस तरह की बात कर रहा है? इसको कहना चाहिए पहले हमें वो सुनाइए, कोई गारंटेड कोई चीज़, कोई बात नहीं कर रहा है। दुश्मन को तो वार चाहिए ना, आप तो हमें दुश्मन समझते हैं। आस्तीन का सांप आपने कहा है, और आपने भी ये कहा है कि ये पुद्दू मुसलमान हैं, ये तो सब आप जानते हैं। जब आस्तीन का सांप है वो कभी भी आपको डस सकता है ना, तो आपको कच्चे कोटियां नहीं खेलनी चाहिए। अब आपने बड़क मारा है, आप एक बड़े कायद हैं, आपको ये अमल कर देना चाहिए, वो $10,000 दे देने चाहिए। नहीं तो वो मुक्का आप अपने आप पे नहीं मारेंगे, शर्मिंदगी का मुक्का है वो, मेरे मुंह पे मार लीजिए, मैं इतना आपसे तलब कर रहा हूँ। जी मोहतरम, इसके बाद एक और चीज़ आपके सामने रखेंगे, शलवारें आप खवातीन की अच्छी उतारते हैं जी। कर लें और भी बुखारात खारिज कर लें, मुझे कोई मसला नहीं है। जिस तरह मैंने कहा कि बंदे को इरिटेशन उतनी देर होती है जब तक बंदा देखता है कि रिज़ल्ट अच्छा नहीं है। जब रिज़ल्ट सामने आ जाए, आप जीत चुके हों, आप देख लें, जिस तरह कुरान में अल्लाह ताला ने कहा ना, कद तबय्यन रुश्द मिनल गई, हदायत गुमराही से साफ अलग हो चुकी है। जब ये अलग हो जाए बंदा रिलैक्स हो जाता है। अल्लाह की कसम खा के कह रहा, मुझे आपकी इन बातों की बिल्कुल कहीं पर वो जिस तरह कहते हैं ना, जूं भी नहीं रेंग रही है, क्योंकि आपके इन जितनी ये जो आप बातें मार रहे थे, इनके जवाब वो लोग टेक्स्ट मैसेज में दे रहे थे। अगर आपके पास कोई ऐसी बात है, कोई ऐसी दलील है, तो भाई मैंने इन लोगों को, जिस तरह मैं आपको नहीं जानता या आपको नहीं मिला, इसी तरह से ये जितना 100 बंदा नीचे बैठा हुआ है ना, इनको भी मैं नहीं मिला मेरे प्यारे भाई, मैं इनको भी नहीं मिला, मैं इनको भी नहीं जानता। लेकिन इन्होंने अपने एटीट्यूड से, अपने रवैये से, अपने किरदार से, अपने खलूस से, अपनी वफा से अपने आप को मुसलमानों का फ़र्द साबित किया है, मुस्लिम उम्मत का फ़र्द साबित किया है। अगर कोई बंदा मुसलमानों के कौज़ के ख़िलाफ़, मुसलमानों की जमीयत के ख़िलाफ़, मुसलमानों की वहदानियत के ख़िलाफ़ जाता है, वहदत के ख़िलाफ़ जाता है, वो अपना किरदार से वो अपनी शख्सियत खुद पेश कर रहा है ना, उसकी बात पॉपुलर नहीं हो रही, लोग उसको पसंद नहीं कर रहे, लोग उसकी बात को अच्छा नहीं समझ रहे। इसके लिए क्या फ़ायदा इन बातों का कि आप एक ही बात को दोहराते चले जाएं, $10,000 दे दो या फैला दें बात।
मशहूर कर दें आमर नज़ीर हमारा $10,000 खा गया, हमने झूठा साबित कर दिया है, देख लो $10,000 नहीं दे रहे। एक भी बंदा टिकटॉक पर मुसलमान ये नहीं कहेगा कि आमर नज़ीर ने आपका $10,000, बच्चा बच्चा कहेगा कि ब्लैक मेलरों के आगे जो ब्लैक मेल हो जाए उसकी बसीरत से डरने के लिए अल्लाह के नबी ने नहीं फरमाया था कि मोमन की बसीरत से डरो। मोमन है ही वो जो ब्लैक मेलरों को भी पहचानता है, आस्तीन के सांपों को भी पहचानता है। बाकी आप कहते हो वो मुसलमान भाई को ये कह दिया, मुसलमान बहन को ये कह दिया। भाई ऐसे मुसलमान जिनका आप जिक्र कर रहे हैं ना, ऐसे मुसलमानों की मुसलमानी उनके लिए है, वो मुसलमान हैं कि नहीं हैं, हर बंदे का अकीदा उसके अपने लिए है, हमें उससे क्या लेना देना। हम जो मिर्ज़ाइयों के यहाँ पर वो ऑपरेशन करते हैं ना, वो तो इसलिए करते हैं कि वो मुसलमानों के लिए, मुस्लिम उम्मत के लिए एक फितना बने हुए हैं, धोखा और दजल करते हैं। उस कादियानी कज़्ज़ाब ने ऐसा दजल फैलाया कि शेख बटालवी ने कहा था कादियानी एक फितना, कभी क़यामत होगा। ये शेख बटालवी के अल्फाज हैं। आसमानी मसीह और उसका रफ़ीक, ये आर्टिकल लिखा था शायद उसने, उसमें ये उन्होंने लिखा था कि कादियानी एक फितना, कभी क़यामत होगा, इस दजल की वजह से, इस हेरा फेरी की वजह से। वरना कादियानी का भी कीदा उनके लिए, जहन्नम जाएं। बंदे का कीदा बंदे के अपने लिए होता है, हमें किसी के कीदे से क्या लेना देना। बिदती है, कोई शराबी है, कोई कबाबी, हम अपने खुद अपने अमाल के जवाब दें। कुरान कहता है वला ताज़िरु वाज़िरतुम विज़रा उख़रा, कोई किसी का बोझ नहीं उठाएगा। तो हमें कोई इन बातों से लेना देना नहीं है। आप अपनी एनर्जीज जहाँ पर लगाना चाहते हैं, अगर मज़ीद लगाना चाहें लगाते रहें। अपनी इस्लाह करना चाहें तो इस्लाह कर लें, अभी वक्त है, अभी सांस आ जा रही है। आपका नैरेटिव ये अनपॉपुलर है, कोई मुसलमान आपको और आपके इस्लाम को मानने के लिए तैयार नहीं है। अगर आप मुसलमान हैं तो आपका अकीदा तो आपके साथ है, आपका इस्लाम अहले इस्लाम के लिए होना चाहिए, आपकी सलामती अहले इस्लाम के लिए होना चाहिए, ना कि आप फितना बने हुए हैं तमाम मुसलमानों के लिए। अगर आप या मैं इवन अगर मैं मुसलमानों के लिए फितना बना हुआ हूँ तो मुसलमान मुझे पसंद नहीं करेंगे। अब देख लें, एक बात आप कर रहे हैं, एक मैं कर रहा हूँ, हम दोनों में से किसकी बात को मुसलमान पसंद कर रहे हैं, किसकी बात को नापसंद कर रहे हैं। आईने के आगे खड़े होके अपना चेहरा देख लें, आपको पता चल जाएगा। तो इसके ऊपर ज़्यादा बहस, वडाइश साहब बहुत बार बार कह रहे हैं बात करनी है, वडाइश साहब कर लें आप बात, आप कई मेरा ख्याल है हफ्तों से बात कर रहे हैं, लेकिन मुझे मौका दीजिए वडाइश साहब, उसके बाद नमाज होगा। और मैं पीर साहब, आप अगर आधा मिनट एक मुझे बात करने का मौका दीजिए, आपको पता है मुझे बात करने दीजिए, मैं इसके बाद नमाज के लिए चला जाऊंगा, आप बात कर लीजिए। नहीं, मैंने आपकी मौजूदगी में बात करनी है ना, आप आमिर साहब की गैर मौजूदगी में तो आपसे बहुत बात मैंने की है। मेरे आपकी बात सुन लूंगा, मुझे बात करने दीजिए प्लीज। जी ठीक है, आपसे अदब के साथ मैं कह रहा हूँ। आमिर नज़ीर साहब, दुनिया ये टिकटॉक नहीं है जो आपको जानती है या आपके शागिर्द हैं, ये दुनिया ये नहीं है। मुसलमान सिर्फ ये टिकटॉक में नहीं है। आप ज़रा होश में रहिए, मुसलमानों को कुफ्र के फतवे देना छोड़ दीजिए, और मुसलमान ख़वातीन जो आपकी बात नहीं मानते, जो आपके तर्ज अमल पर अमल नहीं करते, जो नक्शा और जो रास्ता आप देते हैं जुआ नहीं खेलते, जो शातिमों को अपने पास नहीं बिठाते, जो शातिमियत नहीं करवाते। आपको कहा गया कि ये तलत सबसे आला और अरफा और बेहतरीन इंसान ये आपका तलत है, जिसने मुसलमानों के नौ मौलूद बच्चियों से लेकर आखिरी जो पैदा होगा सबको गालियां दी हैं। शातिमियत तो हमेशा करता रहता है। आपकी दोस्तियां इनसे थी, कितनी बार आपको कहा, मोहब्बत से कहा ना कीजिए, हजरत जी ऐसा मत कीजिए, आप हमारे बड़े हैं, हजरत साहब ऐसा मत कीजिए। आखिर में मैंने ऊपर बैठना छोड़ दिया, आप मान नहीं रहे थे, आप कहते नहीं, आपने हर हाल में हमारी ही बात माननी है। अकेला आप ही रह गए अकलमंद, आप ही चौधरी हैं खुद साख्ता, जिसको चाहेंगे बदनाम कर लेंगे। उस खातून ने तुम्हारा क्या बिगाड़ा है? खुद को मर्द कहते हो, मर्द हो, दाढ़ियां भी तुम्हारी हैं छोटी मोटी,
और बैठ के जो है एक खातून के पीछे पड़े हो, नहीं वो बात नहीं कर सकती, वो ऐसा है, वो वैसा है, वो पिलाना है, इसकी शादी इस तरह से हुई है, 3 जो है वो उसके ऐसे शौहर हैं जिन्होंने जो है वो शादी भी नहीं की, एक निकाह किया हुआ है, आसकानी उसका आशिक है, उससे शादी कर लेगा। शर्म नहीं आता आप लोगों को इस तरह की बातें करते हुए? एक भी चीज तुम लोग साबित नहीं कर सकते, एक भी। सारे झूठ हैं, सारे पलंदे हैं, सारा कुछ देखा हुआ है। आप क्या चाहते हैं? खवातीन और भी बरोड़ों पर मौजूद हैं, लेकिन वो खवातीन आपके मातहत हैं, आपकी बात मानती हैं, या आपकी बात नहीं, आपको घास ही नहीं डालता। भाई आपको क्यों घास डाले कोई खातून? आपका क्यों जर खरीद गुलाम बनकर रहे? उसकी अपनी जिंदगी है। आगे बातें तो बहुत ज्यादा है, मैंने जिस तरह से आपको कहा, आपकी खयानतें, आपके झूठ, आपकी गालियां और आपके फितने मुसलमानों के बारे में, मेरे बारे में आपने वो रवैया इख्तियार किया कि लोगों ने काफिर कहना मुझे शुरू कर दिया, हिंदू कहना शुरू कर दिया। आपके चेलों ने, जो आपने पाले हुए हैं, आप पाले हुए हैं। सबसे पहला फतवा देना वाला कौन? एक कबर पुज्जा, एक कबर पुज्जा जो कबर को पूछता है, वो एक सलफी को काफिर कह रहा है। ये तेरा ईमान है? मैं तुझे सलफियों के सामने बिठाऊं, वो तुम्हें नक्शा दिखा दें। सलफी उलमा के सामने तुम्हें बिठाऊं, वो तुम्हें नक्शा दिखा दें। एक कबर पुज्जा, एक सही उल अकीदा इंसान को, जो जद्दी पुश्ती जो है अहले हदीस है, उसको काफिर कह रहा है। तेरे मौजूदगी में, तेरे मौजूदगी में तुझे डर है, अगर आप इनको कुछ कहोगे वो तेरी वो हाल कर देंगे जो रेड लाइन बना हुआ था ना, किसका, वो क्या नाम है, होली बोली शोली, रेड लाइन था इनका। क्या किया इनके साथ? तेरी उससे भी बदतर कर लेंगे, क्योंकि तू अहले हदीस है, लेकिन तू इनके दरमियान बैठा हुआ है, सांस को दबाया हुआ है। जो भी दीन के साथ करे, आपको कुछ नहीं करना, आपने गैस खारिज करना है। हम इस तरह की बातें बर्दाश्त नहीं करते। दीन के साथ जहां भी ज्यादती हो, कोई पीर हो, कोई मलंग हो, जो कुछ भी हो, हम उसको मुंह पर कह देते हैं। आपको मालूम है इनके पीर जो है मुर्दों को भी जिंदा करता था। ये बातें सामने आ रही हैं कि हमारे पीर मुर्दे जिंदा करते थे। हमारा वो पीर है जिसने अपनी टोपी रख दी, क्रेन को लाया गया, उठा नहीं सका। यह अकीदा। हमारा वो पीर है, कलम को हुक्म दिया, कलम लिखने लगा। हमारा वो पीर है, चैलेंज किया, आओ हम ये मुर्दा जिंदा करता हूं, तुम भी करो किसी भी कब्रिस्तान में। ये है अकीदा। खत्म नबूवत का आप काम कर रहे हैं। सहाबा को गाली देने वाले, सहाबा की शातमियत करने वाले, उम्महातुल मोमिनीन को गाली देने वाले, वो तुम्हारे भाई हैं। लेकिन पीर आसकानी जो अहले हदीस है, जद्दी पुश्ती, वो तेरे लिए क्या है? वो हिंदू है। तेरे लिए वो हिंदू है। वो बात आप ही ने शुरू की। जरा अपनी दरोबेनी कीजिए। और ये दुनिया सिर्फ ये टिकटॉक नहीं है। आ जाओ किसी भी अहले हदीस के सामने। आमिर रजी साहब, आपने जो हरकतें की हैं कि मैं शलवार उतार दूंगा खवातीन की, और मुसलमानों को पुद्दू और पुद्दू मुसलमान, और दूसरी बात ईदी के जनाब आला वो झूले से उठाना, ये तमाम बातें एक अहले हदीस को, एक कायद को ज़ेब देता है। उसको अटैक करे जो देखे ये मुझे इस तरह की शतरत करने नहीं दे रहा। आपने गालियां देना शुरू कर दिया था। आमिर रजी साहब, हमने आपको फ़ोन किया था कि ये तलत के साथ गालियां देना शुरू मत कर दो, आपको ज़ेब नहीं देता। आप घबरा गए, क्यों मुझे मना कर रहा है। आपने तस्वीरें टांगी थी। मैंने कहा था आपको, आमिर रजी साहब, ये काम कबर पुज्जों के, तेरे नहीं। आप ये तस्वीर मत रखिए, आपका ये काम ही नहीं है। बदनाम मत कीजिए अहले हदीसों को, ये मैंने आपको कहा था। लेकिन आपने शैतानों के मेरे पीछे लगा दिया। शैतानों को आपने लगाया। आप वो हैं। जरा याद कीजिए, वो तमाम बातें आपकी मौजूद हैं और यके बाद दीगर हम करते रहेंगे। इसी टिकटॉक में है, इसी टिकटॉक में मैं आपके पीछे रहूंगा, क्योंकि आप मेरे भाई हैं। जरूर मैं कोशिश करूंगा कि तुम्हारी इस्लाह हो। ये गैस खारिज करना ये दीन नहीं है। सिर्फ गैस खारिज करो और फितना करो। आपने इस मसले में फितना किया। $10,000 का आपने जो है वहां पर वादा किया। आप जानते हैं अच्छी तरह से $1 आप नहीं देंगे। मैंने कहा था आपकी हैसियत नहीं है, हैसियत होगी लेकिन देंगे नहीं।
ये सिर्फ एक फितना था, ये एक सिर्फ शोशा था। अपने आप को साबित कीजिए, वो पैसा दे दीजिए ताकि मालूम हो कि वाक़तन आप करते हैं। आमिर नज़ीर साहब, आपको बाद में मुक्का अपना याद आया है, आप चौधरी हैं, बड़े हैं, मैं नहीं कहूँगा अपने मुंह पे मारिए, बल्कि मैं ये आपको मना करूँगा कि ख़वातीन के शलवार मत उतारिए, मेरा शलवार उतार दीजिए। जिस तरह आपने मुझे काफिर तो डिक्लेयर किया हुआ है, मेरा शलवार उतार के अपना मुक्का मेरे मुंह पर मारिए, और अगर आपका दिल नहीं भरता, शलवार आप उतारते हैं कुछ चीज़ देखने के लिए, अपना मुक्का जो है मेरे पिछवाड़े में भी डाल दीजिए, लेकिन ख़वातीन के साथ ये मत कीजिए। मैं बर्दाश्त कर लूँगा। मुझे इतना ही आपसे कहना है, अगले नशस्त में कुछ और बातें होंगी, नाराज़ नहीं होना। आपकी इस्लाह जब तक नहीं होगी, सिर्फ गैस कार खारिज करने के लिए क्या है, हमारा अपने आप को मुसलमान कैसे, कौन सा आप आइए, एक चीज़ मेरा साबित कीजिए कि ये मुसलमानों इस्लाम के शरई नुक्ते से यहाँ आपने एक गलत बात की है, आए साबित कीजिए। अगर मैंने वो किया, नाक रगड़ लूँगा, आपके कहने से नहीं, आपके बुहतान तराशियों से नहीं। आपके भाई आए और गलत चीज़ बयान करें, मैं डुड़की लेके उनके पीछे भागूं? आप आए, एक ही बंदा आमिर नज़ीर, एक, आप तो अहले हदीस थे, आपसे तो ज़्यादा मुझे उम्मीद थी। एक ही शख्स, वाहिद शख्स, जिससे मुझे इतना मोहब्बत भी नहीं है, लेकिन अब इज्जत है। वो अब, पहले नहीं था, अब है, क्योंकि मैंने देखा, वाच किया, उसमें है कुछ बात। वो एक शख्स था मुफ्ती मुबश्शिर ने जब एक इबारत पेश की और उसमें वो बात नहीं थी, मैंने कहा मुफ्ती साहब इसमें ये इबारत साबित नहीं हो रही। उन्होंने हंस के जवाब दिया, अस्कानी भाई आप सही कह रहे हैं, मैं ज़रा तवाज़ो कर रहा था। लेकिन आप लोग ऐसे डीठ बने, हर इबारत जो नहीं है आप लोग उसी को कोशिश कर रहे थे कि इसको ऐसा कहो। मैंने कहा मरते दम तक नहीं कहूँगा, जो है वही कहूँगा। नहीं, इसको उर्दू नहीं आती, बाइकाट का ऐलान, सारा कुछ। आमिर नज़ीर, आपको चैलेंज है, मेरा चैलेंज है पीर आस्कानी का, जिसको तुम हिंदू कहते हो, जिसके बारे में तुम्हारा ये ख्याल है कि इसके माँ ने इसके ईडी के जो है वो झूले से उठाया है, वो पीर आस्कानी जो आपके फतवे के मुताबिक हिंदू है, उसका चैलेंज है तुम्हें आज से और क़यामत की सुबह तक। एक भी चीज पीर आस्कानी ने अपनी तरफ से कहा हो, शरीयत के खिलाफ हो, लाइए वो दलील पेश कीजिए। जो भी आप कहेंगे टिकटॉक छोड़ दूंगा, वरना आपको नहीं कहूंगा टिकटॉक छोड़ने के लिए, क्योंकि आपने अपना गैस खारिज करना होता है। आपको गैस हो जाएगा, मैं कहूँ टिकटॉक छोड़ दो, आप नहीं छोड़ो, रहो, गैस खारिज करो, लेकिन ये चैलेंज कबूल करो कम से कम एक, कि ये है, ये तुम्हारी आवाज़ है, ख़यानत मत कीजिए, काट कूट कर नहीं, ये तुम्हारी आवाज़ है, ये देखो शरई मसला है, आपने अपनी तरफ से बताया, अपनी तरफ से आपने बताया है, बगैर किसी आलिम का फतवा या बगैर किसी हदीस से या बगैर किसी कुरान की आयत से इस्तदलाल आपने नहीं की, और किसी आलिम का कौल या किसी मुफ्ती का कौल या किसी मुहद्दिस का आपने पेश नहीं किया, अपनी तरफ से कहा है, और ये यूं पिलाने आलिम के कौल से, पिलाने हदीस से, पिलाने आयत से रद्द है। ये आपको चैलेंज है, आज से साबित कीजिए, वरना बहुतान तराशियाँ आप करते रहें, उससे आप सही साबित नहीं होंगे। अल्लाह आपको इज्जत दे। ठीक है, मैं आपकी बात सुन के उतर जाऊंगा, अब इंशाल्लाह नमाज का टाइम है। अच्छा पीर साहब, मेरी बात आपने सुन के जाना ना पीर साहब। अच्छा पीर साहब, आपको पता है मैं आपकी ब्राड पे काफ़ी ज़्यादा टाइम मैंने गुजारा है, और आमिर साहब की ब्राड पे तो खैर बहुत ही कम, मेरा सबसे कम टाइम अगर मैं आता हूँ तो आमिर साहब की ब्राड पे, तो उस मरहले जो फार्मूला आपने इंट्रोड्यूस करवाया हुआ, उसके मुताबिक फिर मैं आपका चेला हूँ। तो आपका चेला होने के नाते आपको मालूम है कई दफ़ा मेरी आपसे झड़पें भी होती रही हैं। जब भी आप जिक्र करते हैं आमिर साहब का, वो मैंने तो खैर आप ही से सुनी है ये मुख्तलिफ टर्मिनोलॉजीज़, जो चेला और टिक टाक के महबूद एट्सेट्रा। तो मैंने आपसे हमेशा झगड़ा किया इस बात के ऊपर कि जो भी कोई दीन इस्लाम की बात करता है, ख़त्म नबूवत का काम करने वाले, वो आमिर साहब हों, आप हों, कोई भी हों, उनको अटैक करके डीफेम करना, अंडरमाइन करना, ये अच्छी बात नहीं है। और पीर साहब ये बात मैं आपके सामने हमेशा करता रहा हूँ, आप जानते हैं मेरा आपके साथ जो भी तलखी होती है इन्हीं मौज़ूआत की वजह से होती है।
क्योंकि आई हेट कि मुसलमान अपने छोटे छोटे ज़ाती इख्तलाफात की वजह से एक बहुत बड़ा जो काज है अल्लाह और रसूल सल्लल्लाहु अलैहि वसल्लम का, उसको हम कंप्रोमाइज़ करें और उसको अंडरमाइन करें। चूँकि मैंने आपके साथ काफ़ी टाइम गुजारा है और आई नो योर पेन, आप आमिर साहब के मुतल्लिक़ आप काफ़ी शिकवे शिकायत हैं आपके, और मैंने जो नतीजा निकाला है, निचोड़ निकाला है, वो यही है कि आपके दरमियान शायद अच्छा वक्त गुजरा है, अब तलखी है और आप एक सुलह जोई चाहते हैं। और जो मैंने इम्प्रेशंस लिए वो यही हैं कि आमिर साहब शायद हठधर्मी का मुजाहरा करते हैं, आप सुलह जोई की ख्वाहिश रखते हैं। और मेरी ये ऑब्वियसली ख्वाहिश थी कि कोई हो, और मैंने अपील भी की है एक दो दफ़ा आपकी ब्राड पे के ऊपर भी जो लोग थे उनसे कहा था कि जो पुराने लोग जिनका दोनों शख्सियात के साथ अच्छा ताल्लुक़ है उनके ऊपर ये फ़र्ज़ है और लाजम है कि वो इस जो चपकलश और जो 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 झगड़ा चल रहा है इसको सीज़ फायर करवाएं दो मुसलमानों के दरमियान, और ख़ास तौर पे जो दोज़ हू आर एबल टू मेक बिग डिफरेंस, कि आप स्कॉलर्स हैं और जेन्युइन स्कॉलर्स हैं और आपका झगड़ा जो है वो ज़्यादा नुकसानदेह है। मेरे जैसे आम लोग हूँ, हम लड़ते झगड़ते फिरे, इट डजंट मैटर मच, लेकिन आप लोग लीड करते हैं कम्युनिटी को वाकई। तो पीर साहब ये बिल्कुल यकीन कर लें, जो एक आम मुसलमान है मेरे जैसा, उसकी दिल आज़ारी का बायस है ये। जब आप लोग आपस में एक दूसरे को अटैक करते हैं, अंडरमाइन करते हैं, इस्लाम के काज को नुकसान पहुंचता है, तो मेरी तो दिल आज़ारी होती है पीर साहब, और मैंने आपको कई दफ़ा दर्जन दफ़ा आपके सामने इज़हार भी किया। अब आप मौजूद हैं यहाँ पे, मुझे ये देख के कम से कम खुशी हो रही है कि एटलीस्ट आप एक प्लेटफॉर्म पे दोनों शख्सियात मौजूद हैं, चाहे अच्छे पैराए में ना भी सही, लेकिन गुफ्तगू कर रहे हैं। मेरी आमिर भाई आपसे भी दरख्वास्त है, पीर साहब के दिल में आपके लिए यकीनन कोई ना कोई मोहब्बत ज़रूर है, क्योंकि वो आपका जिक्र करते हैं बहुत ज़्यादा अपनी ब्राड में। तो जो भी डिफरेंसेस हैं मेरे ख्याल में अगर कम से कम इतने हो जाएं, ज़रूरी नहीं कि आप एक पैनल के ऊपर रोज़ बैठ के गुफ्तगू करें, लेकिन इतना हो जाए कि कम से कम पीर अस्कानी साहब जो हैं वो अपना काम करें, आप वैसे भी अपना काम कर ही रहे हैं, तो कोई ऐसा फार्मूला, कोई ऐसी दरमियान में कोई आपके मुश्तरका जो भी दोस्त अहबाब हों, मेरी उनसे भी दरख्वास्त है कि इनके दरमियान एक सुलह जोई का तुर जो गए मामला है नहीं, वो प्लीज़ करवाएं। थैंक यू। वो चले गए। नहीं, पीर साहब को सुलह जोई की बात पसंद नहीं आती, समहाउ आई डोंट नो व्हाई। जी ਹਾਂ ਅਮਰ ਭਾਈ 1 ਮਿੰਟ ਜ਼ਰਾ ਦੇ ਸਕਦੇ ਹੋ, ਗੱਲ ਕਰਾਂ 1 ਮਿੰਟ ਜ਼ਰਾ, ਅਗਰ ਇਜਾਜ਼ਤ ਹੋਵੇ ਤੇ। ਅੱਛਾ, ਇਹ ਪੀਰ ਸਾਹਿਬ ਇੱਥੇ ਬਹਿ ਕੇ ਹੁਣ ਸਾਰਿਆਂ ਨੂੰ ਆਮਰ ਭਾਈ ਨੂੰ ਇਸਲਾਮ ਸਿਖਾ ਰਹੇ ਸਨ ਬਹਿ ਕੇ ਕਿ ਜੀ ਇਹ ਕੰਮ ਜਿੰਨੀਆਂ ਪੀਰ ਸਾਹਿਬ ਨੇ ਗੱਲਾਂ ਕੀਤੀਆਂ ਨੇ ਇਹ ਸਾਰੀਆਂ ਖੁਦ ਪੀਰ ਸਾਹਿਬ ਦੇ ਵਿੱਚ ਪਾਈਆਂ ਜਾਂਦੀਆਂ ਨੇ। ਉਸ ਦਿਨ ਪੀਰ ਸਾਹਿਬ ਦੇ ਮੈਂ ਗਿਆ ਉੱਥੇ, ਪੀਰ ਸਾਹਿਬ ਲੱਗੇ ਸਨ ਬੁਰਾ ਭਲਾ ਕਹਿਣ, ਤੇ ਮੈਨੂੰ ਮੈਂ ਪੁੱਛਿਆ ਜਾ ਕੇ ਕਿ ਮਾਮਲਾ ਕੀ ਹੈ, ਇਹਨਾਂ ਦੱਸਿਆ ਜਿੱਦਾਂ ਦਾ ਕਰਕੇ ਮਾਮਲਾ। ਮੈਂ ਪੀਰ ਸਾਹਿਬ ਨੂੰ ਆਖਿਆ ਕਿ ਪੀਰ ਸਾਹਿਬ ਤੁਸੀਂ ਦੱਸੋ ਕਿ ਤੁਸੀਂ ਜੋ ਆਪਣੇ ਆਪ ਨੂੰ ਆਲਮ ਕਹਿੰਦੇ ਹੋ, ਆਪਣੇ ਆਪ ਨੂੰ ਦੀਨ ਦਾ ਮੁਕਰਰ, ਕਿ ਮੈਂ ਬੜਾ ਤਗੜਾ ਮੁਕਰਰ ਹਾਂ ਤੇ ਮੇਰੀ ਗੱਲ ਦੁਨੀਆ ਸੁਣਦੀ ਏ, ਕਿ ਤੁਹਾਨੂੰ ਇਹ ਗੱਲਾਂ ਜ਼ੇਬ ਦਿੰਦੀਆਂ ਨੇ ਬਲੈਕਮੇਲਿੰਗ ਵਾਲੀਆਂ, ਜਾਂ ਜਿਹੜੀ ਤੁਹਾਡੀ ਭੈਣ ਹੈ ਉਹ ਤੇ ਹੈ ਹੀ ਪ੍ਰੋਫੈਸ਼ਨਲ ਬਲੈਕਮੇਲਰ ਹੈ ਨਾ, ਤੇ ਤੁਸੀਂ ਵੀ ਨਾਲ ਰਲ ਗਏ ਹੋ। ਤੇ ਪੀਰ ਸਾਹਿਬ ਨੂੰ ਮੈਂ, ਪੀਰ ਸਾਹਿਬ ਅਗਰ ਤੁਸੀਂ ਵਾਕਈ ਦੀਨ ਦੀ ਖਿਦਮਤ ਕਰਦੇ ਹੋ ਤੁਹਾਨੂੰ ਤਾਂ ਚਾਹੀਦਾ ਕਿ ਇਹਨੂੰ ਅੱਲਾ ਦੀ ਰਜ਼ਾ ਵਾਸਤੇ ਛੱਡ ਦਿਓ। ਅਬਦੁੱਲਾ ਭਾਈ ਵੀ ਉੱਥੇ ਬੈਠੇ ਸਨ, ਇਹਨਾਂ ਨੇ ਉੱਥੇ ਇਹ ਗੱਲ ਕਹੀ ਹੈ ਕਿ ਮੈਂ ਅੱਜ ਤੋਂ ਬਾਅਦ ਅੱਲਾ ਦੀ ਰਜ਼ਾ ਵਾਸਤੇ ਇਹ ਗੱਲ ਇੱਥੇ ਹੀ ਖ਼ਤਮ ਕਰ ਦਿੱਤੀ, ਮੈਂ ਕਿਸੇ ਨਾਲ ਇਹਦਾ ਜ਼ਿਕਰ ਵੀ ਨਹੀਂ ਕਰਾਂਗਾ, ਮੈਂ ਇਸ ਗੱਲ ਦਾ ਜ਼ਿਕਰ ਵੀ ਨਹੀਂ ਕਰਾਂਗਾ ਕਿਸੇ ਨਾਲ ਅੱਲਾ ਦੀ ਰਜ਼ਾ ਵਾਸਤੇ। ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਭੈਣ ਨੂੰ ਵੀ ਜਾ ਕੇ ਕਹਾਂ ਕਿ ਤੂੰ ਵੀ ਇਸ ਮਾਮਲੇ ਨੂੰ ਖ਼ਤਮ ਕਰ, ਅੱਗੋਂ ਮੰਨੇ ਜਾਂ ਨਾ ਮੰਨੇ। ਮੈਂ ਇਹ ਜਿਹੜੀਆਂ ਪਹਿਲੀਆਂ ਗੱਲਾਂ ਗਰੰਟੀ ਵਾਲੀਆਂ, ਮੈਂ ਤੇ ਇਹ ਉਹਨਾਂ ਨਾਲ ਕਲੀਅਰ ਕਰ ਲਈਆਂ ਸਨ ਕਿ ਇੱਕ ਬੰਦਾ ਤੁਹਾਨੂੰ ਐਡੀ ਵੱਡੀ ਅਮਾਊਂਟ ਦੇ ਰਿਹਾ ਹੈ ਤੇ ਤੁਸੀਂ ਕਮ ਤੋਂ ਕਮ ਇਹ ਤੇ ਉਹਨੂੰ ਮੇਕ ਸ਼ੋਰ ਕਰੋ ਨਾ ਕਿ ਉਹ ਇਹ ਚੀਜ਼ ਦੁਬਾਰਾ ਨਹੀਂ ਸਾਹਮਣੇ ਆਏਗੀ, ਇਹ 100% ਲੀਡ ਹੋਏਗੀ। ਉਸ ਗੱਲ ਤੇ ਆਏ ਨਹੀਂ। ਫਿਰ ਜਦੋਂ ਲਾਸਟ ਗੱਲ ਹੋਈ ਸੀ ਤੇ ਇਹੀ ਹੋਈ ਸੀ ਕਿ ਮੈਂ ਅੱਲਾ ਦੀ ਰਜ਼ਾ ਵਾਸਤੇ ਇਸ ਮਾਮਲੇ ਨੂੰ ਇੱਥੇ ਹੀ ਛੱਡ ਰਿਹਾ। ਆਹ ਬਰਾੜ ਕੀ ਹੁਣ ਇਸ ਤੋਂ ਬਾਅਦ ਕੋਈ ਬੰਦਾ ਆ ਕੇ ਮੈਨੂੰ ਪੁੱਛੇ ਵੀ ਤੇ ਮੈਂ ਇਸ ਗੱਲ ਦਾ ਜ਼ਿਕਰ ਨਹੀਂ ਕਰਾਂਗਾ। ਤੇ ਹੁਣ ਅੱਜ ਆ ਕੇ ਫਿਰ ਉਹੀ ਰੌਲਾ ਇਹਨਾਂ ਨੇ ਪਾ ਲਿਆ ਤੇ ਇਹਨਾਂ ਨੇ ਇਹ ਅੱਲਾ ਦੀ ਰਜ਼ਾ ਵਾਸਤੇ ਜਿਹੜਾ ਛੱਡਿਆ ਮਾਮਲਾ, ਜਿਹੜਾ ਉਹਨਾਂ ਨੇ ਵਾਅਦਾ ਕੀਤਾ, ਇਹ ਵਾਅਦਾ ਖਿਲਾਫੀ ਨਹੀਂ? ਕਿਆ ਇਹ ਇਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਦਰੁਸਤ ਨੇ? जी
اچھا اچھا عامر بھائی، جی جی میں کرنی عامر بھائی کہ انت منی بمنزلتی ولدی اس میں ولدی، اے میرے بیٹے سن، اہل حدیث دا عقیدہ ہے جے کہ اللہ الہام کرے تے کہہ دے انہاں نوں کہ ہن عیسیٰ علیہ السلام تو بھی جڑے انہاں واسطے الفاظ ہیں انہاں تو ود کے الفاظ میرے تے نازل ہوئے نے، تے اے عقیدہ ہے اہل حدیث دا؟ بس مسئلہ اے وے کہ ماشاءاللہ عامر بھائی کام کر رہے نے، مسئلہ اے وے کہ کام کردیاں دیکھ نہیں سکتے نا. ہن ضیاء بھائی دا تے فتوی اے دے اوتے وے کہ ملحد آدمی ہے تے ہن انہاں نوں قبر پجوا تے مسلکی دھونس دے کے کسے نوں گمراہ کرنا چاہے تے اوتھے ضیاء بھائی نہ کوئی ایک واری ہویا ہے؟ صحیح عبارت عربی عبارت ہے تے او دا ترجمہ کیتا ہے تے ترجمہ بھی انہیں غلط کر کے، بلکہ ضیاء بھائی نے کہا ایک نہیں دو نہیں تین جڑے تراجم کرنے والے نے انہوں نے بلا لا تے انہیں بندے نے ترجمہ کر کے انہوں دسیا، انہیں جھوٹ بولیا اتنے. کہنے لگیا کہ بھائی مجھے مفتی صاحب نے کہا، مفتی صاحب، ہاں مفتی صاحب نے بالکل مان لیا. اور بھائی وہ مفتی صاحب آپ سے کوئی اس طرح کی کوئی بات نہیں کرنا چاہتے اسکانی صاحب، اس لیے انہوں نے کہا کہ بھائی ٹھیک ہے بھائی ہم نے آپ کی بات مان لی، ہم جھگڑا نہیں آپ سے چاہتے. لیکن اگر کوئی آپ سے کر بھی لے کہ آپ کی بات غلط ہے تو آپ وہاں پہ لڑائیاں کرتے ہیں. ابھی یہی بات لے لیں، یہ الہام والی بات ہے. اس سے پہلے حضرت علی رضی اللہ تعالیٰ عنہ کے قول کو ماننے سے اس نے انکار کیا. ضیاء بھائی کی ریکارڈنگ موجود ہے، عامر بھائی بھی موجود تھے. تو کیا اہل حدیث کا یہ عقیدہ ہے کہ ہم حضرت علی رضی اللہ تعالیٰ عنہ کے قول کو نہیں مانیں گے؟ اس نے وہاں پہ ماننے سے انکار کر دیا. تو اب ضیاء بھائی کو قبر پجوا عامر بھائی کے سامنے کہہ کے کیسے یہ تفرقہ بازی کرنا چاہ رہا ہے، اور اپنی بڑاس نکال کے نا، اصل میں وہ بڑی تھی اس کی بڑاس، تو بڑاس نکال کے یہ مسل کی تعصب دے کے لوگوں کو جو ہے نا وہ دھوکہ دینے کی کوشش کر رہا تھا. اب عامر بھائی اگر وہ نہ بھی اس کو کچھ کہیں تو سب لوگوں کو تو پتہ ہی ہے. اچھا وہ ایک میر صاحب، جی جی ایک منٹ میر صاحب، بات یہ ہے کہ 124-25 بندے بیٹھے ہوئے ہیں، سب کو پتہ ہے کہ با خدا عامر نذیر صاحب نے کبھی کسی کو یہ نہیں کہا کہ کسی کی براڈ پہ جا کے سیکسی فلم چلاؤ. با خدا عامر صاحب نے کبھی یہ نہیں کہا کہ جا کے عورتوں کے کپڑے اتارو. کبھی ایسی کوئی بات نہیں ہوئی. نہ ہی عامر نذیر صاحب نے کبھی کسی سے کہا کہ کسی مسلمان کی براڈ پہ جا کے کوئی گالی دے کے آئے. یہ ہم لوگوں کے اپنی وہ ہیں. اگر ہم میں سے کسی نے غلطی کی ہے تو اس کا الزام یہ نہیں ہے کہ آپ عامر صاحب پہ ڈال دیں. تو باقی انہوں نے جتنی بھی باتیں کی اپنی، ان کو باتیں کرنے دو، 2-4 دن باتیں کریں گے، یہاں آ کے کریں کوئی بات نہیں. یہی باتیں مرضیوں کی براڈ پہ جا کریں. یہی سیم اچھا الزام ویسے صاحب جی پیڑی گل جی ظفر اچھا اللہ ایک شاہ منٹ ذرا صاحب دے پر مجھے ڈال نیچے، دیا جاتا ہے کہ وہ ایک منٹ کرواتے عثمان حمین ہیں. ٹھیک جی کرو میر بھائی کرو.
मैं ਅਬੂ ਬਕਰ ਭਾਈ WhatsApp ਸਲਾਮੁਅਲੈਕੁਮ ਮੈਂ WhatsApp ਦੇ ਦੌਰ ਦੇ ਵਿੱਚ ਆਮਰ ਭਾਈ ਨੂੰ ਬਕਾਇਦਾ ਰਿਕਾਰਡਿੰਗ ਭੇਜੀ ਸੀ। ਉਸਮਾਨ ਭਾਈ ਇੱਕ ਆਖਰੀ ਦਿਆ ਜੇ ਬਸ ਆਖਰੀ, ਉਸ ਤੋਂ ਬਾਅਦ ਖਤਮ। ਇਹ ਤੁਸੀਂ WhatsApp ਦੀ ਗੱਲ ਕੀਤੀ ਹੈ। WhatsApp ਦੇ ਦੌਰ ਦੇ ਵਿੱਚ ਨਾ, WhatsApp ਦੇ ਦੌਰ ਦੇ ਵਿੱਚ ਅਬੂ ਬਕਰ ਭਾਈ ਮੈਂ ਨਹੀਂ ਭਾਈ ਆਖਰੀ ਗੱਲ WhatsApp ਦੇ ਦੌਰ ਦੇ ਵਿੱਚ ਜਿਹੜਾ ਬੰਦਾ ਜਿਹੜੀ ਗੱਲ ਉਹ ਬੰਦਾ ਚਾਹਨਾ ਤੁਸੀਂ ਉਹੀ ਕੰਮ ਕਰੋ ਬਸ ਯਾਰ। ਚਲੋ ਠੀਕ ਹੈ, ਬੰਦ ਕਰ ਦੋ, ਬੰਦ ਕਰ ਦੋ। ਤੁਸੀਂ ਲੋਕ ਰੱਖੋ ਪਰਾਂ ਮਾਰੋ ਸਾਥ ਚੁੱਕ ਕੇ। ਤੁਸੀਂ ਬੰਦੇ ਕਾ ਦੇਣ ਲੱਗ ਪਏ ਹੋ, ਤੁਸੀਂ ਆਪ ਖੁਦ ਦੇਣੇ ਹੋ ਬੰਦੇ ਮੌਕਾ ਕਿ ਤੁਸੀਂ ਇਤਨੀ ਅਮੀਅਤ ਹੈ ਵੇ ਉਹ ਤਾਂ ਆਪਣੀ ਬਰਾਤ ਤੇ ਕੋਈ ਕਹਾ ਨਹੀਂ ਪਾਣਾ ਤਾਂ ਇੱਥੇ ਆਏ ਆ ਯਾਰ ਕਿ ਬੜੀ ਕੋਈ ਗੱਲ ਬਣਸੀ ਹੈਗਾ ਗੱਲ ਇਖਲਾਫੀ ਮਸਲਾ ਬਣਸੀ ਚਲੋ ਕੋਈ ਜ਼ਿਕਰ ਤੇ ਆਸੀ ਨਾ ਉਹਨਾਂ ਸਿਰਫ ਉਹ ਸਭਾ ਕਰੋ ਪਰਾਂ ਜਿਹੜਾ ਉਹਨੂੰ ਹੁਣ ਨਾ ਬਰਾੜ ਲਾਉਣ ਦਾ ਮੌਕਾ ਮਿਲ ਗਿਆ ਸ਼ੇਬ ਰਾਜਾ ਦੀ ਗੱਲ ਕਰੋ। ਇੱਕ ਮਿੰਟ ਬਸ ਦਿਆ ਜੇ ਅਮਰ ਭਾਈ। ਹੁਣ ਚਲੋ ਮੌਕਾ ਉਹਨਾਂ ਨੂੰ ਮਿਲ ਗਿਆ ਕਿ 4 ਦਿਨ ਇਹ ਬਰਾਡਾ ਲਾਣਗੇ, ਜਾ ਕੇ ਕਹਿਣਗੇ ਅਸੀਂ ਪੜਾਸ ਕੱਢ ਲਈ ਹੈ ਤੇ ਮੁਸਲਮਾਨ ਐਨਜੀ ਇੱਕ ਰੱਦੇ ਕਾਦੀਆਨੀਅਤ ਤੇ ਮਾਮਲਾ ਤੇ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦਾ ਕੰਮ ਹੈ ਕਿ ਭਾਈ ਇਹਨਾਂ ਤੋਂ ਇਹ ਕੰਮ ਕਿਉਂ ਕਰ ਰਹੇ ਨੇ। ਅਮਰ ਭਾਈ ਫਲਾਂ ਜਗ੍ਹਾ ਤੇ ਜਾਂਦੇ ਇਹ ਕੰਮ ਕਿਉਂ ਕਰ ਰਹੇ ਨੇ, ਜ਼ਿਆ ਭਾਈ ਕਰਦੇ ਨੇ ਭਾਈ ਇਹ ਕਿਉਂ ਕੰਮ ਕਰ ਰਹੇ। ਭਾਈ ਕੰਮ ਕਰਨ ਵਾਲੇ ਉਹਨਾਂ ਨੇ ਰੋਕਣਾ ਨੇ। ਕੁਝ ਔਲਾਦਾਂ ਇੰਜ ਦੀਆਂ ਜਿਨ੍ਹਾਂ ਦੇ ਮਰਜ਼ਈ ਹੋ ਗਏ ਨੇ ਉਹ ਵੀ ਲੱਗੇ ਨੇ ਜਨਾਬ ਸਾਰਾ ਦਿਨ ਬਹਿ ਕੇ ਉੱਥੇ ਮੁਸਲਮਾਨਾਂ ਨੇ ਇਹ ਕਰ ਦਿੱਤਾ, ਫਲਾਂ ਕਰ ਦਿੱਤਾ, ਇਹ ਕਰ ਦਿੱਤਾ, ਉਹ ਕਰ ਦਿੱਤਾ। ਤੇ ਇਹਦੇ ਤੋਂ ਵੀ ਇਹ ਨਾ ਬਾਜ਼ ਆ ਜਾਣ ਤੇ ਉਹਨਾਂ ਦੀਆਂ ਬਰਾਡਾਂ ਦਾ ਹਿੱਸਾ ਨਾ ਬਣਨ ਕਿ ਫਲਾਂ ਦੀ ਜਿਹੜੀ ਨਾ ਨੱਕ ਵਗਦੀ ਹੈ ਤੇ ਫਲਾਂ ਦੇ ਹੱਥ। ਨਹੀਂ ਉਹ ਜਿਹੜੀ ਗੱਲ ਕਰ ਰਹੇ ਨੇ ਮੈਂ ਨਾ ਬਹੁਤ ਇਸ਼ੂ ਹੈ। ਅਸਲ 'ਚ ਨਾ ਤੁਹਾਡੀਆਂ ਸਾਰਿਆਂ ਦੀਆਂ ਗੱਲਾਂ ਵਿੱਚੋਂ ਕਿਸੇ ਦੀ ਵੀ ਗੱਲ ਐਸੀ ਨਹੀਂ ਹੈ ਜਿਹੜੀ ਐਡਰੈਸੇਬਲ ਹੋਵੇ ਸਿਵਾਏ ਵੜੈਚ ਸਾਹਿਬ ਦੀ ਗੱਲ ਦੇ। ਵੜੈਚ ਸਾਹਿਬ ਜਿਹੜੇ ਸੰਗੇ ਮੀਲ ਤੇ ਤੁਸੀਂ ਹੋ ਨਾ ਇਸ ਵੇਲੇ ਪਹੁੰਚੇ। ਆਮਰ ਭਾਈ ਤੁਹਾਡੀ ਆਵਾਜ਼ ਸਲੋ ਆ ਰਹੀ ਬਹੁਤ। ਅੱਛਾ ਮੇਰਾ ਤਾਂ ਖਿਆਲ ਹੈ ਬਰਾਡ ਵੀ ਸ਼ਾਇਦ ਹੁਣ ਡਾਊਨ ਵੀ ਹੁੰਦੀ ਸਵੇਰ 9 ਵਜੇ ਦੀ ਆਨ ਹੋਈ ਤੇ 4 ਹੋ ਗਏ ਨੇ ਹੁਣ ਠੀਕ ਹੈ ਆਵਾਜ਼। ਨਹੀਂ ਮਾਇਕ ਲੱਗਦਾ ਕੰਡੀ ਪਿੱਛੇ ਰੱਖਿਆ ਨੇ। ਅੱਛਾ ਮੈਂ ਲਾ ਦਿੰਦਾ ਯਾਰ ਉਹ ਜਿਹੜਾ ਨਾ ਹੈਡਫੋਨ ਲਾ ਦਿੰਦਾ ਹੁਣ ਸਹੀ ਹੋਵੇਗੀ ਇਨਸ਼ਾਅੱਲਾ ਆਵਾਜ਼। जी ਹੁਣ ਠੀਕ ਹੈ ਬਿਲਕੁਲ। ਮੈਂ ਕਹਿਣ ਲੱਗਾ ਸੀ ਕਿ ਸਿਰਫ ਵੜੈਚ ਸਾਹਿਬ ਦੀ ਗੱਲ ਦਾ ਮੈਂ ਜਵਾਬ ਅਰਜ਼ ਕਰਨਾ ਚਾਹੁੰਦਾ ਕਿ ਵੜੈਚ ਸਾਹਿਬ ਜਿਹੜੇ ਸੰਗੇ ਮੀਲ ਤੇ ਤੁਸੀਂ ਪਹੁੰਚੇ ਹੋ ਨਾ ਹੁਣ ਲੋਕੀ ਉਸ ਸੰਗੇ ਮੀਲ ਤੋਂ ਗੁਜ਼ਰ ਕੇ ਉਹ ਅੱਗੇ ਜਾ ਕੇ ਮੰਜ਼ਿਲ ਤੇ ਪਹੁੰਚੇ ਪਏ ਨੇ। ਜੋ ਗੱਲ ਤੁਸੀਂ ਅੱਜ ਕੀਤੀ ਹੈ ਨਾ ਇਹ ਗੱਲ ਅੱਜ ਤੋਂ ਕੋਈ 6 ਮਹੀਨੇ ਪਹਿਲਾਂ ਜਾਂ 4-5 ਮਹੀਨੇ ਪਹਿਲਾਂ ਇਹ ਸਾਰੇ ਬੰਦੇ ਆਹੀ ਕਰਦੇ ਸਨ ਜਾਂ ਇਹਨਾਂ 'ਚ ਮੈਜੋਰਿਟੀ ਆਹੀ ਕਰਦੀ ਹੋਏਗੀ ਕਿ ਬਈ ਉਹ ਪਤਾ ਨਹੀਂ ਇਹਨਾਂ ਦੇ ਕੋਈ 2 ਬੰਦਿਆਂ ਦੇ ਜ਼ਾਤੀ ਇਖਤਲਾਫਾਤ ਨੇ ਤੇ ਉਹਦੇ ਨਾਲ ਇਸਲਾਮ ਦਾ ਨੁਕਸਾਨ ਹੋ ਰਿਹਾ ਹੈ। ਇਹ ਕੋਈ ਜ਼ਾਤੀ ਇਖਤਲਾਫਾਤ ਨਹੀਂ ਹੈ। ਵੜੈਚ ਸਾਹਿਬ ਦਰ ਹਕੀਕਤ ਇਹ ਸਾਹਿਬ ਜਿਹੜੇ ਨੇ ਇਹ ਬਿਮਾਰ ਹੋ ਚੁੱਕੇ ਨੇ। ਇਹਨਾਂ ਨੂੰ ਇੱਕ ਮਰਜ਼ ਲਾਹਕ ਹੋ ਚੁੱਕਿਆ ਹੈ ਔਰ ਉਸ ਮਰਜ਼ ਦਾ ਇਲਾਜ ਹਕੀਮ ਲੁਕਮਾਨ ਕੋਲ ਵੀ ਕੋਈ ਨਹੀਂ। ਉਸ ਮਰਜ਼ ਨੂੰ ਤੁਸੀਂ ਆਪ ਪਛਾਣਨਾ ਹੈ ਜਾ ਕੇ ਕੋਲੇ ਬਹਿ ਕੇ ਪਛਾਣ ਲਿਆ ਜੇ ਲੋਕਾਂ ਦੇ ਪਛਾਣ ਲਿਆ ਲੋਕਾਂ ਤੇ ਪਤਾ ਲੱਗ ਗਿਆ ਉਹਨਾਂ ਦੀ ਬਿਮਾਰੀ ਦਾ ਤੇ ਲੋਕ ਤੇ ਉਹ ਤੁਹਾਡੇ ਵਾਲੇ ਸੰਗੇ ਮੀਲ ਨੂੰ ਅਬੂਰ ਕਰਕੇ ਬਹੁਤ ਅੱਗੇ ਨਿਕਲ ਗਏ ਨੇ। ਇਹ ਜਿਹੜੀ ਗੱਲ ਤੁਸੀਂ ਅੱਜ ਕਰਨ ਲੱਗੇ ਹੋ ਇਹ 4-5 ਮਹੀਨੇ ਬੰਦੇ ਪਹਿਲਾਂ ਕਰ ਚੁੱਕੇ ਨੇ। ਉਹ ਬਿਲਕੁਲ ਆਖਰੀ ਗੱਲ ਹੈ ਇਹ ਕਿ ਉਹ ਜਿਸ ਵੇਲੇ ਇਹਨਾਂ ਗੱਲਾਂ 'ਚੋਂ ਲਾਜਵਾਬ ਹੋ ਗਏ ਨੇ ਨਾ ਜਿਹੜੀਆਂ ਗੱਲਾਂ ਉਹਨਾਂ ਕੀਤੀਆਂ ਨੇ ਤੇ ਮੈਂ ਇਹਨਾਂ ਨੂੰ ਆਖਿਆ ਵੀ ਇਹਨਾਂ ਦੀ ਗੱਲਾਂ ਦੀ ਹੁਣ ਖੁਰਕ ਵੀ ਕੋਈ ਨਹੀਂ ਹੁੰਦੀ ਹੈ ਤੁਸੀਂ ਲੱਗੇ ਰਹੋ ਘੰਟਾ ਪੂਰਾ ਬੁਖਾਰਤ ਕੱਢ ਲਓ 2 ਘੰਟੇ ਕੱਢ ਲਓ। ਉਹਨਾਂ ਸਮਝਿਆ ਇਹਦੇ ਨਾਲ ਕੰਮ ਨਹੀਂ ਹੁੰਦਾ ਤੇ ਫਿਰ ਉਹਨਾਂ ਆਪਣੀ ਆਖਰੀ ਟਰਨ 'ਚ ਮਸਲਕ ਕਾਰਡ ਖੇਡਿਆ। ਮੈਂ ਅਹਿਲ ਹਦੀਸ ਉਲਮਾ ਕੋਲ ਤੈਨੂੰ ਲੈ ਚੱਲਣਾ ਮੈਂ ਫਲਾਣੇ ਕੋਲ ਲੈ ਚੱਲਣਾ ਮੈਂ ਅਹਿਲ ਹਦੀਸ ਮੈਂ ਫਲਾਣਾ ਮੈਂ ਟਮਕਾਣਾ। ਭਾਈ ਮੈਨੂੰ ਅਹਿਲ ਹਦੀਸ ਨਾਲੋਂ ਜ਼ਿਆਦਾ ਆਪਣੇ ਦੀਨ ਇਸਲਾਮ ਨਾਲ ਪਿਆਰ ਹੈ। ਅਹਿਲ ਹਦੀਸ ਨਾਲੋਂ ਜ਼ਿਆਦਾ ਮੁਹੱਬਤ ਦਾ ਹੱਕਦਾਰ ਮੇਰੇ ਅੱਲਾ ਦੇ ਨਬੀ ਦਾ ਛੱਡਿਆ ਦੀਨ ਹੈ ਮੇਰੇ ਵਾਸਤੇ ਔਰ ਅਹਿਲ ਇਸਲਾਮ ਔਰ ਅਹਿਲ ਇਸਲਾਮ ਮੁਹੱਬਤ। ਅਗਰ ਅਹਿਲ ਇਸਲਾਮ ਦੇ ਖਿਲਾਫ ਮੇਰਾ ਵਜੂਦ ਮੇਰੀ ਹਰਕਤਾਂ ਮੇਰੇ ਕੰਮ ਅਹਿਲ ਇਸਲਾਮ ਦੇ ਖਿਲਾਫ ਨੇ ਮੈਂ ਇਹਨਾਂ ਨੂੰ ਡੰਗ ਮਾਰਨ ਲੱਗੇ ਨਾ ਮੇਰਾ ਇਸਲਾਮ ਕਿਸੇ ਕੰਮ ਦਾ ਨਾ ਮੇਰਾ ਅਹਿਲ ਹਦੀਸ ਹੋਣਾ ਕਿਸੇ ਕੰਮ ਦਾ। ਅਹਿਲ ਹਦੀਸ ਹੋਣਾ ਮੇਰਾ ਕਿਸ ਕਾਰੇ ਜੇ ਮੈਂ ਆਸਤੀਨ ਦਾ ਸੱਪ ਬਣ ਕੇ ਮੁਸਲਮਾਨਾਂ ਦੇ ਕਾਜ਼ ਦੇ ਖਿਲਾਫ ਇਹਨਾਂ ਦੀ ਨਜ਼ਰ ਦੇ ਵਿੱਚ ਦੁਨੀਆ ਦੇ ਉੱਤੇ ਅਗਰ ਕੋਈ ਮੁਸਲਮਾਨ ਔਰਤ ਹੈ ਤੇ ਉਹ ਸਿਰਫ ਉਹ ਔਰਤ ਹੈ ਜਿਹੜੀ ਇਦਰੀਸ ਮਿਰਜ਼ਾਈ ਦੀ ਬੀਵੀ ਹੈ ਜਿਹਦੇ ਕੋਈ ਬੱਚੇ 4-5 ਉਹਦੇ ਚੋਂ ਨੇ ਇਦਰੀਸ ਮਿਰਜ਼ਾਈ ਚੋਂ ਨੇ ਤੇ ਬਾਅਦ ਵਿੱਚ ਕੋਈ
ਪਤਾ ਨਹੀਂ ਉਹਦਾ ਕਿਹਦੇ ਨਾਲ ਨਿਕਾਹ ਹੈ ਤੇ ਕਿਹਦੇ ਨਾਲ ਨਹੀਂ, ਤੇ ਉਹ ਸਾਡੇ ਕੋਲ ਉਹਦੀ ਵੀਡੀਓ ਮੌਜੂਦ ਹੈ ਜਦੋਂ ਨਵੇਂ ਅਸੀਂ ਟਿਕਟਾਕ ਦੇ, ਇਹ ਨਹੀਂ ਕਿ ਅਸੀਂ ਉਹਨੂੰ ਕੋਈ ਕੈਪਚਰ ਕਰਨ ਵਾਸਤੇ। ਅੱਲਾਹ ਤਾਲਾ ਨੇ ਬਸ ਫਿਤਨੇ ਨੂੰ ਜਦੋਂ ਬੇਨਕਾਬ ਕਰਨਾ ਹੁੰਦਾ ਤਾਂ ਅੱਲਾਹ ਤਾਲਾ ਹੀ ਮਦਦ ਕਰਦਾ, ਉਹ ਕੁਦਰਤੀ ਉਹ ਮਹਿਫੂਜ਼ ਰਹੇਗੀ ਵੀਡੀਓ। ਅਸੀਂ ਸਰਚ ਕਰਦੇ ਸੀ ਪਿਛਲੇ ਕੋਈ 6 ਮਹੀਨੇ ਪਹਿਲਾਂ ਦੀ ਗੱਲ ਹੈ, ਤੇ ਉਹ ਮਿਲ ਗਈ 2-2.5 ਸਾਲ ਪਹਿਲੇ। ਉਹਨੇ ਖੁਦ ਸਾਡੇ ਸਾਹਮਣੇ ਇੱਥੇ ਬਰਾੜ ਦੇ ਉੱਤੇ ਕਿਹਾ ਕਿ ਵੀ ਇਸ ਤਰ੍ਹਾਂ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮਿਰਜ਼ਾਈ ਸੀ ਦਰੀਸ, ਤੇ ਉਹਦੇ ਨਾਲ ਮੇਰਾ ਨਿਕਾਹ ਕਰਤਾ, ਮੈਂ ਇੱਥੇ ਕੈਨੇਡਾ ਆਈ ਤੇ ਮੈਨੂੰ ਪਤਾ ਲੱਗਾ ਕਿ ਇਹ ਤੇ ਮਿਰਜ਼ਾਈ ਹੈ। ਤੇ ਮੈਂ ਅੱਬੂ ਜੀ ਨੂੰ ਕਿਹਾ ਅੱਬੂ ਜੀ ਉਹ ਤੇ ਮਿਰਜ਼ਾਈ ਹੈ, ਤੇ ਅੱਬੂ ਜੀ ਨੇ ਕਿਹਾ ਬਈ ਚੱਲ ਹੁਣ ਚੁੱਪ ਕਰ ਜਾ, ਜੋ ਕੁਝ ਹੋ ਗਿਆ ਤੂੰ ਹੁਣ ਖਾਮੋਸ਼ ਰਹੋ। ਤੇ ਉਹ ਇੱਥੇ ਬੰਦੇ ਪੁੱਛਣ ਆਏ, ਉਸਮਾਨ ਡਾਰ ਮੈਂ ਬੈਠਾ ਇੱਥੇ, ਇਹਨੇ ਪੁੱਛਿਆ ਸ਼ਾਇਦ ਬਈ ਫਿਰ ਉਹ ਤੁਸੀਂ ਤਲਾਕ ਲੈ ਲਈ ਕਿ ਇਹ ਤੁਹਾਡਾ ਨਿਕਾਹ ਹੈ? ਉਹਨੇ ਕਿਹਾ ਮੈਂ ਤੇ ਉਹਨੂੰ ਨਿਕਾਹ ਹੀ ਨਹੀਂ ਸਮਝਦੀ ਹੈ, ਤੇ ਤਲਾਕ ਮੈਂ ਉਹਦੀ ਕੀ ਲਾਂ, ਮੈਂ ਤੇ ਉਸ ਨਿਕਾਹ ਨੂੰ ਨਿਕਾਹ ਹੀ ਨਹੀਂ ਸਮਝਦੀ। ਹੁਣ ਉਹ ਨਿਕਾਹ ਵੀ ਨਹੀਂ ਹੈ ਤੇ ਬੱਚੇ ਵੀ ਹੈਣ ਨੇ, ਉਹਦੇ ਬਾਅਦ ਇੱਕ ਹੋਰ ਵੀ ਨਿਕਾਹ ਹੈ ਵੇ, ਉਹ ਮੁਸਲਮਾਨ ਔਰਤ ਇਹਨਾਂ ਦੀ ਨਜ਼ਰ 'ਚ ਸਰਕਾਰ ਦੀ। ਇਹ ਸਭ ਦੀ ਇਸਲਾਹ ਕਰਨਾ ਚਾਹੁੰਦੇ ਨੇ, ਇਹ ਸਭ ਨੂੰ ਲੋਕਾਂ ਨੂੰ ਖਿੱਚ ਕੇ ਲਿਆਉਣਾ ਚਾਹੁੰਦੇ ਨੇ ਸਿੱਧੇ ਰਸਤੇ ਦੇ ਉੱਤੇ। ਇੱਕ ਇਹ ਸਾਹਿਬ ਤੇ ਇੱਕ ਤੀਜਾ ਪੱਪੂ ਮਲਕ ਹੈ, ਇਹ 3 ਕੁ ਬੰਦੇ ਹਨ ਨੇ, ਮੇਰੇ ਹਾਲੇ ਚੌਥਾ ਤੇ ਇਹਨਾਂ ਨਾਲ ਕੋਈ ਨਹੀਂ, ਇਹ ਤਾਂ ਰਲਿਆ। ਤੇ ਉਮੀਦ ਹੈ ਕਿ ਮੁਸਲਮਾਨਾਂ ਨੂੰ ਜਿਹੜੀ ਸਮਝ ਆ ਗਈ ਇਹ ਗੱਲ, ਉਹਨੂੰ ਦੁਹਰਾਉਣ ਦੀ ਜ਼ਰੂਰਤ ਕੋਈ ਨਹੀਂ ਹੈ। ਉਸਤਾਦ ਮੁਹਤਰਮ 1-2 ਰਲੇ ਨੇ ਇਹਨਾਂ ਨਾਲ, ਲੇਕਿਨ ਮੈਂ ਨਾ ਨਹੀਂ ਲਵਾਂਗਾ ਜੋ ਕੁਝ ਵੀ ਹੈ। ਕਿ ਇੱਕ ਬੰਦਾ ਹੈ ਉਹ ਅਗਰ ਇਸ ਹੱਦ ਤੱਕ ਸਮਝਦਾ ਹੈ ਕਿ ਸਾਰੇ ਮੁਸਲਮਾਨ ਉਹਦੀ ਗੱਲ ਦੀ ਮਜ਼ਮਤ ਕਰ ਰਹੇ ਨੇ, ਉਹ ਕਹਿੰਦਾ ਮੈਂ ਮੁਸਲੇ ਹਾਂ, ਤੁਸੀਂ ਸਾਰੇ ਅਨਪੜ੍ਹ ਤੇ ਜਾਹਿਲ ਤੇ ਬੇਵਕੂਫ ਤੇ ਮਤਲਬ ਗੁੰਮਰਾਹ ਹੋ, ਤੇ ਮੈਂ ਹਦਾਇਤ ਯਾਫਤਾ। ਐਸੇ ਲੋਕਾਂ ਦੇ ਬਾਰੇ ਕੁਰਾਨ ਨੇ ਆਖਿਆ ਵਾਇਜ਼ਾ ਕੀਲ ਲਹੁਮ ਲਾ ਤੁਫਸਿਦੂ ਫਿਲ ਅਰਜ਼ ਕਾਲੂ ਇਨਮਾ ਨਹਨੁ ਮੁਸਲਿਹੂਨ। ਇਹ ਆਪਣੇ ਆਪ ਨੂੰ ਮੁਸਲੇ ਸਮਝਦੇ ਨੇ, ਹਕੀਕਤ ਦੇ ਅੰਦਰ ਤੇ ਇਹ ਜੋ ਕੁਝ ਵੀ ਕਰਦੇ ਨੇ ਉਹਦਾ ਫੈਸਲਾ ਲੋਕੀ ਵੀ ਕਰਦੇ ਨੇ। ਸਾਨੂੰ ਕਰਨ ਦੀ ਕਿਹੜੀ ਲੋੜ ਹੈ ਝਗੜਾ ਕਰਨ ਦੀ, ਤੇ ਇਹਦੇ ਉੱਤੇ એનર્ਜੀ ਲਾਉਣ ਦੀ ਇੰਨਾ ਟਾਈਮ, ਉਹ ਤਾਂ ਵੈਸੇ ਹੀ ਫ੍ਰੀ ਸਾਂ। ਤੇ ਸਾਂ ਕਿਹਾ ਤੁਸੀਂ ਆਪਣੇ ਬੁਖਾਰਾ ਜਿਹੜੇ ਥੱਲੇ ਟੈਕਸਟ ਮੈਸੇਜ ਕਰਨ ਲੱਗੇ ਇੱਥੇ ਆ ਕੇ ਕੱਢ ਲਓ, ਕੋਈ ਫਰਕ ਨਹੀਂ ਪੈਂਦਾ, ਕੱਢ ਕੇ ਮੌਜੂਦ ਨਹੀਂ ਚੱਲੋ। ਹੋਰ ਕੋਈ ਗੱਲ ਕਰਨੀ ਤਾਂ ਕਰ ਲਓ, ਰਾਜਾ ਸਾਹਿਬ ਆਏ ਨੇ, ਤੁਸੀਂ ਕੋਈ ਕਰਨੀ ਗੱਲ ਦਾ ਕੁਝ ਆਵਾਜ਼ ਦਾ ਕੁਝ ਕਰੋ, ਆਵਾਜ਼ ਤੁਹਾਡੀ ਠੀਕ ਨਹੀਂ ਆ ਰਹੀ। ਤੇ अबू बकर भाई 1 मिनट रुकना, मैं जरा साइड तो मैं जा पड़ा, मैं क्वाड जा जान 1 मिनट सिर्फ। ये बात नहीं हो गया, मैं पता नहीं ब्लूटूथ लाया सी तो फिर दोबारा लाया, पता नहीं ਉਹਦੇ ਨਾਲ ਕੋਈ ਪ੍ਰੋਬਲਮ ਪੈਂਦੀ ਸੀ। ਉਹ ਕਹਿੰਦੇ ਥੱਲੇ ਕਹਿ ਰਹੇ ਨੇ ਸਾਨੀ ਕੋਲੋਂ ਡਰ ਗਏ ਨੇ, ਇਸ ਵਾਸਤੇ ਆਵਾਜ਼ नहीं मेरी अप्रोच ऑब्वियसली मेरे लिए अमर साहब अंडरस्टैंड करते हैं मेरा ਉਹਦੇ ਪਿੱਛੇ ਪੁਆਇੰਟ ਕੀ ਸੀ ਅਸਲ 'ਚ। ਵੇਖੋ ਉਹਨਾਂ ਦਾ ਮੈਂ ਇੱਕ ਮਰਜ਼ ਜਿਹੜਾ ਢੂੰਡਿਆ ਹੋਏ ਵੇ, ਤੇ ਉਹਨਾਂ ਆਖਰੀ ਗੱਲ ਜਿਹੜੀ ਮੈਨੂੰ ਕੀਤੀ ਸੀ, ਮੈਨੂੰ ਸਮਝ ਆਈ ਸੀ, ਉਹ ਇਹ ਵੇ ਕਿ ਆਮਰ ਸਾਹਿਬ ਮੇਰੇ ਨਾਲ ਸੁਲ੍ਹਾ ਕਰ ਲੈਣ। ਮਤਲਬ ਉਹਨਾਂ ਦਾ ਇਹ ਵੇ ਕਿ ਪਬਲਿਕ ਵਿੱਚ ਇਹ ਆ ਜਾਏ ਕਿ ਮੇਰੇ ਨਾਲ ਆਮਰ ਸਾਹਿਬ ਦੀ ਸੁਲ੍ਹਾ ਹੈ। ਇਹ ਉਹਨਾਂ ਦੀ ਦਿਲੀ ਖਾਹਿਸ਼ ਹੈ, ਇਹ ਮੈਂ ਤੁਹਾਨੂੰ ਹਕੀਕਤਨ ਜੋ ਮੈਂ ਫੀਲ ਕੀਤਾ। ਤੇ ਉਹ ਮੇਰਾ ਇਹ ਪੁਆਇੰਟ ਸੀ ਸਿਰਫ ਕਿ ਅਗਰ ਆਮਰ ਸਾਹਿਬ ਹੱਥ ਫੇਰ ਦੇਣ ਕੰਡ ਦੇ ਉੱਤੇ, ਤੇ ਅਗਰ ਉਹ ਚੁੱਪ ਕਰਕੇ ਆਪਣਾ ਕੰਮ ਕਰਦਾ ਰਹੇ, ਅੱਲਾ ਅੱਲਾ ਖੈਰ ਸੱਲਾ, ਤੇ ਕੋਈ ਡੀਲ ਮਾੜੀ ਨਹੀਂ। ਬਾਕੀ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਆਬਵੀਅਸਲੀ ਪੀਰ ਸਾਹਿਬ ਇੱਕ ਬ੍ਰਾਂਡ ਨੇ, ਔਰ ਜਿਹੜੀ ਉਹ ਬ੍ਰਾਂਡ ਹੈ ਨੇ ਉਹ ਪੀਰ ਸਾਹਿਬ ਨੂੰ ਵੀ ਪਤਾ ਹੈ, ਤੇ ਬਾਕੀ ਸਭ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਜਿਹੜੇ ਅਸੀਂ ਸੁਣਨੇ ਆ। ਉਹ ਬ੍ਰਾਂਡ ਦਾ ਤੇ ਕੋਈ ਕਿਸੇ ਨੂੰ ਭੁਲੇਖਾ ਨਹੀਂ ਨਾ, ਹਰ ਬ੍ਰਾਂਡ ਹੁੰਦੀ, ਉਹਦਾ ਬ੍ਰਾਂਡ ਛੁਪਾਉਣਾ ਵੀ ਚਾਹੇ ਤਾਂ ਬ੍ਰਾਂਡ ਛੁਪਦੀ ਨਹੀਂ, ਉਹ ਆਸ਼ਕਾਰ ਹੋ ਜਾਂਦੀ। ਤੇ ਬ੍ਰਾਂਡ ਹੁਣ ਬਸ ਹੁਣ ਅਫਸੋਸ ਨਾ ਕਿ ਉਹ ਇੱਕ ਬ੍ਰਾਂਡ ਹੈ ਨੇ, ਤੇ ਬ੍ਰਾਂਡ ਉਹ ਹੀ ਨੇ ਜਿਹੜੀ ਮਤਲਬ ਕਿ ਪਤਾ ਨਹੀਂ ਉਹ ਕੀ ਬ੍ਰਾਂਡ ਨੇ, ਮੇਰੀ ਤੇ ਵੀ ਅਕਲ ਚੋਂ ਬਾਹਰ ਹੈ ਕਿ ਹਾਲਾਂਕਿ ਉਹਨਾਂ ਕੋਲ ਇਲਮ ਵੀ ਹੈ ਨੇ, ਪੜ੍ਹ ਕੇ ਜਿਹੜਾ ਜ਼ਾਇਆ ਨਹੀਂ ਕਰਨ ਵਾਲੀ ਗੱਲ ਹੁੰਦੀ, ਉਹ ਬਸ ਅਬਦੁਲ ਸਾਹਿਬ ਪਹਿਲੇ ਕਦੀ ਵਕਤ ਐਸੀ ਬੰਦੇ ਜਾਂਦੇ ਸਨ, ਹੁਣ ਆਸਤਾ ਆਸਤਾ ਜਾਣਾ ਛੱਡ ਗਏ ਨੇ। ਬ੍ਰਾਂਡ ਜਦੋਂ ਗੱਲਾਂ ਅੱਛੀਆਂ ਕਰਦੇ ਹਨ ਤੇ ਵਾਮ ਜਾਂਦੀ ਸੀ ਨਾ, ਹੁਣ ਜਿਸ ਤਰ੍ਹਾਂ ਮੈਂ ਇਸ ਤਰ੍ਹਾਂ ਦੀ ਬ੍ਰਾਂਡ ਜਿਵੇਂ ਦੀ ਮੈਂ ਬ੍ਰਾਂਡ ਆਖੀ ਹੈ, ਉਹ ਹੋਰ ਤਰ੍ਹਾਂ ਦੀ ਬ੍ਰਾਂਡ ਹੈ। ਮੈਂ ਉਹ ਅੰਡਰਸਟੈਂਡ ਕਰੋ, ਮੈਂ ਬ੍ਰਾਂਡ ਬ੍ਰਾਂਡ ਸਮਝੋ ਨਾ। ਇਹਦਾ ਮੁਖਸਰ ਜਵਾਬ ਪਤਾ ਜੀ ਕੀ ਹੈ ਵੜਾਇ ਸਾਹਿਬ? ਇਹਦਾ ਮੁਖਸਰ ਜਵਾਬ ਇਹ ਵੇ
ਕਿ ਅਸਾਂ ਤਕਰੀਬਨ ਇੱਥੇ ਆ ਕੇ ਉਹਨਾਂ ਦਾ ਐਟੀਟਿਊਡ ਜਿਹੜਾ ਨਾ ਉਹ ਸਾਲ ਡੇਢ ਦੇਖਿਆ। ਇਹ ਜਿਹੜੀ ਉਹਨਾਂ ਨੇ ਇਸ਼ਾਰਤਨ ਗੱਲ ਕੀਤੀ ਹੈ ਨਾ, ਤੁਸੀਂ ਗੌਰ ਨਹੀਂ ਫਰਮਾਇਆ। ਉਹ ਪੇ ਕਹਿੰਦੇ ਸੀ ਕਿ ਤੁਸੀਂ ਮੈਨੂੰ ਧੱਕੇ ਨਾਲ ਮਿਰਜ਼ਾ ਕਾਦੀਆਨੀ ਦੇ ਹਵਾਲੇ ਕੁਝ ਮਨਵਾਉਣਾ ਚਾਹੁੰਦੇ ਸੀ, ਤੇ ਮੈਂ ਕਹਿੰਦਾ ਸੀ ਹਵਾਲੇ 'ਚ ਇਹ ਨਹੀਂ ਗੱਲ ਲਿਖੀ, ਉਹ ਲਿਖੀ। ਮੁਫਤੀ ਮੁਬਸ਼ਰ ਮੇਰੇ ਕੇ ਮੰਨ ਗਿਆ, ਤੁਸੀਂ ਕਦੇ ਮੰਨੇ ਨਹੀਂ ਹੈ। ਉਹ ਸਮਝਦੇ ਨੇ ਕਿ ਅਸੀਂ ਸ਼ਾਇਦ ਮਤਲਬ ਹੈ ਕਿ ਉਹਨਾਂ ਤੋਂ ਘੱਟ ਜਾਣਦੇ ਆ ਕਾਦੀਆਨੀ ਦੇ ਹਵਾਲਿਆਂ ਨੂੰ, ਮਿਰਜ਼ਾ ਕਾਦੀਆਨੀ ਦੀ ਤਹਿਰੀਰਾਂ ਨੂੰ। ਉਹ ਸਾਡੀ ਉਸ ਮਾਮਲੇ 'ਚ ਵੀ ਸਲਾਹ ਕਰਨਾ ਚਾਹੁੰਦੇ। ਹੁਣ ਚਲੋ ਕਿਰਦਾਰ ਵਿੱਚ ਤੇ ਇਖਲਾਕ ਵਿੱਚ ਤੇ ਹਰ ਬੰਦੇ 'ਚ ਹੀ ਅਸੀਂ ਬੰਦੇ ਆ, ਕਮਜ਼ੋਰ ਆ, ਤੇ ਸਾਡੇ 'ਚ ਕਮੀਆਂ ਕੁਤਾਹੀਆਂ ਮੌਜੂਦ ਹੋਣਗੀਆਂ। ਲੇਕਿਨ ਅਗਰ ਉਹ ਇਹ ਸਮਝਦੇ ਨੇ ਕਿ ਅਸੀਂ ਰੱਦੇ ਕਾਦੀਆਨੀਅਤ ਦੇ ਕੰਮ ਵਿੱਚ ਵੀ ਗਲਤੀ ਕਰ ਰਹੇ ਹਾਂ ਨਾ, ਤੇ ਮੁਹਤਰਮ ਫਿਰ ਸਾਨੂੰ ਤੇ ਮੇਰਾ ਖਿਆਲ ਹੈ ਕਿ ਛੱਡ ਕੇ ਟੁਰ ਜਾਣਾ ਚਾਹੀਦਾ ਹੈ। ਟਿਕਟਾਕ ਸਾਡੇ ਫਿਰ ਇੱਥੇ ਕੰਮ ਹੀ ਕੋਈ ਨਹੀਂ ਹੈ। ਉਹਨਾਂ ਨੂੰ ਇਹ ਗਲਤਫਹਿਮੀ ਜਿਹੜੀ ਲੱਗੀ ਹੈ ਨਾ, ਮੇਰੇ ਕਮੈਂਟ ਸੁਣ ਮਰਜ਼ਈਆਂ ਨੂੰ ਵੀ ਮੈਸੇਜ ਦੇ ਛੱਡਿਆ ਹੈ ਕਿ ਦੇਖ ਲਓ ਤੁਹਾਡੇ ਹੱਕ 'ਚ ਮੈਂ ਇੱਥੇ ਵੀ ਆ ਕੇ ਪੜਾਸ ਕੱਢੀ। ਨਹੀਂ, ਉਹਨੇ ਵੀਡੀਓ ਬਣਵਾਈਆਂ ਨੇ ਇੱਥੇ 1 ਸਾਲ ਡੇਢ, ਇੱਥੇ ਐਸੀਆਂ ਵੀਡੀਓਜ਼ ਬਣੀਆਂ ਨੇ। ਕਦੇ ਜ਼ਿਆ ਭਾਈ ਨਾਲ ਲੜ ਰਹੇ ਨੇ, ਕਦੇ ਨਈਮ ਭਾਈ ਨਾਲ ਲੜ ਰਹੇ ਨੇ, ਕਦੇ ਇੱਥੋਂ ਕਿਸੇ ਹੋਰ ਸਾਥੀ ਅਬੂ ਬਕਰ ਮੀਰ ਭਾਈ ਨਾਲ ਲੜ ਰਹੇ ਨੇ, ਕਦੇ ਕਿਸੇ ਨਾਲ ਲੜਾਈ ਹੋ ਰਹੀ ਹੈ। ਕੀ ਕਿਉਂ ਪੀਰ ਅਸਕਾਨੀ ਬਰਾੜ ਦੇ ਉੱਤੇ ਆਂਦਾ ਇਸ ਹਵਾਲੇ 'ਚ ਇਹ ਗੱਲ ਹੀ ਨਹੀਂ ਲਿਖੀ ਜਿਹੜੀ ਤੁਸੀਂ ਪੇ ਬਿਆਨ ਕਰਦੇ ਹੋ। ਸਾਰੇ ਮੁਸਲਮਾਨ ਕਹਿੰਦੇ ਨੇ ਇਸ ਹਵਾਲੇ 'ਚ ਇਹ ਗੱਲ ਲਿਖੀ, ਉਹ ਕਹਿੰਦਾ ਨਹੀਂ ਇਹ ਨਹੀਂ ਇਹ ਗੱਲ ਲਿਖੀ। ਹੁਣ ਮੈਨੂੰ ਦੱਸੋ ਕਿ ਅਸੀਂ ਸਾਰੇ ਮੁਸਲਮਾਨਾਂ ਦੇ ਮੌਕਫ ਨੂੰ, ਇਸ ਇਜਤਮਾਹੀਅਤ ਨੂੰ ਛੱਡ ਕੇ ਤੇ ਜਾਂ ਤੇ ਇਹਦੇ ਪਿੱਛੇ ਲੱਗ ਜਾਈਏ ਕਿ ਇਹ ਜਿਹੜਾ ਇਹ ਸਹੀ ਜਾਣਦਾ ਹੈ ਕਿਤਾਬਾਂ ਨੂੰ ਔਰ ਉਹਨਾਂ ਦੀ ਤਹਿਰੀਰ ਨੂੰ, ਮਿਰਜ਼ਾ ਕਾਦੀਆਨੀ ਦੀ ਤਹਿਰੀਰ ਨੂੰ, ਜਾਂ ਫਿਰ ਇਹ ਬੰਦਾ ਆਪਣੀ ਸਲਾਹ ਕਰ ਲਵੇ। ਆਖਰ 1 ਮਿੰਟ ਮੈਨੂੰ ਕਰ ਲੈਣ ਦਿਓ ਗੱਲ। ਇਹ ਬੰਦਾ ਆਪਣੀ ਸਲਾਹ ਕਰ ਲਵੇ ਤੇ ਸਾਡਾ ਉਹਦੇ ਨਾਲ ਕੋਈ ਝਗੜਾ ਨਹੀਂ ਹੈ। ਝਗੜਾ ਐਸੇ ਹੀ ਗੱਲ ਦਾ ਹੈ ਕਿ ਉਹ ਮੁਸਲਮਾਨਾਂ ਦੇ ਕਾਜ਼ ਦੇ ਖਿਲਾਫ, ਮੁਸਲਮਾਨਾਂ ਦੇ ਮਫਾਦ ਦੇ ਖਿਲਾਫ, ਉਹ ਆਪਣੇ ਆਪ ਨੂੰ ਮੁਸਲੇ ਸਮਝਦਾ ਹੈ ਔਰ ਮੁਸਲਮਾਨਾਂ ਨੂੰ ਬਦਨਾਮ ਕਰਦਾ, ਔਰ ਮੁਸਲਮਾਨਾਂ ਦਾ ਬਿਲਕੁਲ ਪੱਪੂ ਮਲਕ ਵਾਲਾ ਕਿਰਦਾਰ ਅਦਾ ਕਰਦਾ। ਮੁਸਲਮਾਨਾਂ ਦਾ ਇਸ ਤਰ੍ਹਾਂ ਮੂੰਹ ਕਾਲਾ ਕਰਦਾ ਜਿਸ ਤਰ੍ਹਾਂ ਪੱਪੂ ਮਲਕ ਨੇ ਇਹ ਕੇਸ ਜਿਹੜਾ ਪੈਸਿਆਂ ਵਾਲਾ ਸੀ ਉਹਦੇ 'ਚ ਉਹਨੇ ਸਾਡਾ ਮੂੰਹ ਕਾਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਜਿਹੜੀ ਗੱਲ ਹੈ ਨਾ, ਇਹ ਇੰਜ ਸਮਝ ਲਓ ਜਿਸ ਤਰ੍ਹਾਂ ਰੈੱਡ ਲਾਈਨ ਹੁੰਦੀ ਹੈ। ਇਹ ਫਿਰ ਮੇਰੀ ਅਗਰ ਕੋਈ ਜ਼ਾਤੀ ਲੜਾਈ ਹੁੰਦੀ ਵੜੈਚ ਸਾਹਿਬ, ਇਹ ਦੂਜਿਆਂ ਮੁਸਲਮਾਨਾਂ ਨੂੰ ਤੇ ਇਹ ਸਮਝਣਾ ਚਾਹੀਦਾ ਸੀ ਨਾ ਕਿ ਇਹ ਬੰਦਾ ਜਿਹੜਾ ਮੁਸਲਮਾਨਾਂ ਦੇ ਕਾਜ਼ ਦੇ ਖਿਲਾਫ ਨਹੀਂ ਹੈ, ਅਹਿਮਦ ਦੀ ਕੋਈ ਜ਼ਾਤੀ ਉਹਦੇ ਨਾਲ ਚਪਕਲਿਸ਼। ਹੁਣ ਸਾਰੇ ਮੁਸਲਮਾਨ ਕਹਿਣ ਲੱਗੇ ਨੇ ਨਹੀਂ 100% ਐਗਰੀ। ਉਹ ਡਿਸਟਰਕਟਿਵ ਫੋਰਸ ਨੇ। ਮੈਂ ਹੁਣ ਖੁੱਲ ਕੇ ਜਿਹੜਾ ਮੈਂ ਉਹ ਅਹਿਮਦ ਅਲੀ ਸਾਹਿਬ ਮੈਂ ਖੁੱਲ ਕੇ ਆਖ ਦੇਣਾ, ਉਹ ਇੱਕ ਡਿਸਟਰਕਟਿਵ ਫੋਰਸ ਨੇ। ਹੀ ਇਜ਼ ਅ ਫੋਰਸ ਆਫ ਡਿਸਟਰਕਸ਼ਨ। ਕਿਉਂ ਡਿਸਟਰਕਸ਼ਨ ਛੱਡ ਦੇਵਣ ਤੇ ਸਾਡੀ ਉਹਨਾਂ ਦੀ ਸੁਲਹ ਹੋਏ, ਕੋਈ ਐਸਾ ਮਸਲਾ ਨਹੀਂ। ਅੱਛਾ ਦੇਖੋ, ਮੈਂ ਉਹਨਾਂ ਨੂੰ ਇਹ ਕਿਹਾ, ਸਾਡਾ ਮੌਕਫ, ਮੈਂ ਉਹਨਾਂ ਨੂੰ ਇਹ ਕਿਹਾ ਕਿ ਮੈਂ 1 ਮਿੰਟ ਨਹੀਂ ਭਾਈ ਆਖਰੀ 1 ਮਿੰਟ, ਮੈਂ ਉਹਨਾਂ ਨੂੰ ਇਹ ਕਿਹਾ ਕਿ ਮੈਂ ਤੁਹਾਨੂੰ ਨਹੀਂ ਜਾਣਦਾ। ਇਹਦਾ ਮਤਲਬ ਇਹ ਵੇ ਕਿ ਜੇ ਤੁਸੀਂ ਇਸਲਾਮ ਔਰ ਅਹਿਲੇ ਇਸਲਾਮ ਦੀ ਗੱਲ ਕਰੋਗੇ ਤੇ ਤੁਸੀਂ ਮੇਰੇ ਮੁਸਲਮਾਨ ਭਾਈ ਹੋ। ਵਡਾਈ ਸਾਹਿਬ ਤੁਸੀਂ ਵੀ, ਅਬੂ ਬਕਰ ਮੀਰ ਭਾਈ ਵੀ, ਨਈਮ ਭਾਈ ਵੀ। ਅਗਰ ਅਸੀਂ ਮੁਸਲਮਾਨਾਂ ਦੇ ਕਾਜ਼ ਦੇ ਖਿਲਾਫ ਗੱਲ ਕਰਾਂਗੇ ਨਾ ਮੇਰੇ ਮੁਹਤਰਮ, ਤੇ ਫਿਰ ਅਸੀਂ ਟਿਕਟਾਕ ਤੇ ਮਿਲੇ ਆ ਨਾ, ਸੋਸ਼ਲ ਮੀਡੀਆ ਤੇ ਮਿਲੇ ਆ ਨਾ। ਮਾਸੀ ਦੇ ਪੁੱਤਰ ਤੇ ਮਾਮੇ ਦੇ ਪੁੱਤਰ ਤੇ ਸਾਡੇ 'ਚ ਕੋਈ ਵੀ ਦੋ ਨਹੀਂ ਨਾ ਬੈਠੇ ਹਨ। ਇੰਨੀ ਗੱਲ ਹੈ। ਜੇ ਉਹ ਆਪਣੀ ਇਸ ਡਿਸਟਰੈਕਸ਼ਨ ਵਾਲੀ ਆਪਣੀ ਜਿਹੜੀ ਇਨਕਲੀਨੇਸ਼ਨ ਹੈ ਉਹਨੂੰ ਛੋੜ ਦੇਣ, ਸਿੱਧੇ ਰਾਹ ਤੇ ਆ ਜਾਣਗੇ ਤੇ ਮਸਲਾ ਕੋਈ ਨਹੀਂ। ਲੇਕਿਨ ਉਹ ਆਪਣੇ ਆਪ ਨੂੰ ਅਗਰ ਅਕਲੇ ਕੁੱਲ ਸਮਝ ਕੇ, ਤੇ ਜਿਸ ਤਰ੍ਹਾਂ ਉਹ ਸਮਝਦੇ ਨੇ ਕਿ ਦੁਨੀਆ ਦੇ ਉੱਤੇ ਸਿਰਫ ਮੁਸਲਮਾਨ ਔਰਤ ਹੈ ਵੇ, ਜਿਹਦਾ ਮੈਂ ਅੱਗੇ ਥੋੜਾ ਤਾਰਫ ਕਰਾਇਆ, ਤੇ ਜਿਸ ਤਰ੍ਹਾਂ ਉਹ ਸਮਝਦੇ ਨੇ ਕਿ ਮਿਰਜ਼ਾ ਕਾਦੀਆਨੀ ਦੀਆਂ ਇਬਾਰਤਾਂ ਨੂੰ ਸਿਰਫ ਮੈਂ ਜਾਣਨਾ, ਜਿਸ ਤਰ੍ਹਾਂ ਉਹ ਚਾਹੁੰਦੇ ਨੇ ਕਿ ਆਮਰ ਦੀ ਇਸਲਾਹ ਮੈਂ ਕਰਨੀ ਹੈ, ਇਹ ਗਲਤ ਰਾਹ ਤੇ ਵੇ ਤੇ ਮੈਂ ਇਹਦੀ ਇਸਲਾਹ ਕਰਨੀ ਹੈ, ਜਾਂ ਇਹਨਾਂ ਮੁਸਲਮਾਨਾਂ ਸਾਰਿਆਂ ਦੀ ਬਲਕਿ ਇਸਲਾਹ ਮੈਂ ਕਰਨੀ ਹੈ, ਇਹ ਸਾਰੇ ਗੁੰਮਰਾਹ ਨੇ। ਤੇ ਇਹਨਾਂ ਸਾਰਿਆਂ ਨੂੰ ਪਤਾ ਹੀ ਕੋਈ ਨਹੀਂ ਮਿਰਜ਼ਾ ਕਾਦੀਆਨੀ ਤਹਿਰੀਰਾਂ 'ਚ ਕੀ ਹੈ ਤੇ ਗੱਲ ਕਿੰਜ ਕਰੀ ਦੀ ਹੈ, ਹਵਾਲਾ ਕਿੰਜ ਪੇਸ਼ ਕਰ। ਅਗਰ ਉਹ ਇਸ ਸੋਚ ਵਿੱਚ ਅੱਗੇ ਜਾਣਾ ਚਾਹੁੰਦੇ ਨੇ ਤੇ ਉਹਨਾਂ ਦੇ ਵਾਸਤੇ ਰਸਤਾ ਖੁੱਲ੍ਹਾ ਹੈ, ਤੇ ਜੋ ਇਸਲਾਹ ਕਰਕੇ ਸਿੱਧੇ ਰਾਹ ਤੇ ਆਉਣਾ ਚਾਹੁੰਦੇ ਨੇ ਤੇ ਮੋਸਟ ਵੈਲਕਮ। ਇੰਨੀ ਗੱਲ ਸਾਡੀ ਇਸਲਾਹ ਸਾਡਾ ਕੋਈ ਉਹਨਾਂ ਨਾਲ ਕੋਈ ਝਗੜਾ ਹੀ ਕੋਈ ਨਹੀਂ ਹੈ। ਅੱਛਾ, ਇਹ ਆਮਰ ਭਾਈ ਗੱਲ ਕੀਤੀ ਹੈ ਤਾਂ ਹੋ ਗਿਆ ਮੁਸਲਮਾਨਾਂ ਦਾ ਮੌਕਫ, ਤੇ ਮੈਂ ਉਹਨਾਂ ਦੇ ਸਾਹਮਣੇ ਖੁਦ ਮਿਰਜ਼ਾਈਆਂ ਦਾ ਮੌਕਫ ਰੱਖਿਆ। ਉਹਨਾਂ ਪਤਾ ਨਹੀਂ ਸੀ ਗੱਲ ਕਿਵੇਂ ਕਰਦਾ, ਮਾੜੇ ਸਾਹਮਣੇ ਖੋਲ੍ਹਿਆ ਹੁੰਦਾ ਸੀ ਮੁਬਾਸਰ ਰਾਵਲਪਿੰਡੀ, ਉਹਦੇ 'ਚ ਮੈਂ ਮਿਰਜ਼ਾਈਆਂ ਦੇ ਦਲਾਇਲ ਪੜ੍ਹਦਾ ਸੀ ਤੇ ਰੱਦ ਕਰਦੇ ਸੀ। ਇਹ ਕਹਿੰਦੇ ਸੀ ਮਿਰਜ਼ਾ ਇਹ ਗੱਲ ਨਹੀਂ ਲਿਖੀ, ਲਾਣਾ ਕਿ ਉਹ ਗੱਲ ਮਿਰਜ਼ਾਈਆਂ ਦਾ ਮੁਨਾਜ਼ਰ ਖੁਦ ਸਾਬਤ ਕਰ ਰਿਹਾ ਸੀ। ਅੱਲਾਹ ਦਿੱਤਾ ਜ਼ਿੰਦਗੀ ਮਿਰਜ਼ਾ ਕਾਦੀਆਨੀ ਆ ਗੱਲ ਲਿਖੀ ਹੈ, ਲੇਕਿਨ ਇਹਨਾਂ ਨੂੰ ਪਤਾ ਨਹੀਂ ਸੀ ਹੁੰਦਾ ਗੱਲ ਕੋ ਆਵਾਜ਼ ਤੇ ਨਹੀਂ ਮਵਾਨ ਦੀ ਅਲਫਾਜ਼ ਕਿਸ ਦੇ ਨੇ, ਵਜ਼ਾਹਤ ਕੌਣ ਕਰ ਰਿਹਾ, ਇਹਨਾਂ ਦੀ ਹਾਲਤ ਸੀ।
ਅੱਛਾ, ਇਹ ਜਿਹੜੀ ਗੱਲ ਤੁਸੀਂ ਹੁਣ ਕੀਤੀ ਹੈ ਨਾ, ਇਹ ਹੀ ਉਹ ਗੱਲਾਂ ਨੇ, ਲੇਕਿਨ ਮਸਲਾ ਇਹ ਵੇ ਕਿ ਇਹਦੇ 'ਚ ਥੋੜੀ ਜਿਹੀ ਗੁੰਜਾਇਸ਼ ਮੌਜੂਦ ਹੈ ਵੇ ਕਿ ਉਹ ਮੈਨੂੰ ਪ੍ਰਾਈਵੇਟ 'ਚ ਉਹਨੇ ਇੱਕ ਦੋ ਵਾਰੀ ਕਿਹਾ ਕਿ ਮੈਂ ਅਸਲ 'ਚ ਕਈ ਵਾਰੀ ਜਾਣ ਕੇ ਕਰਨਾ ਤਾਂ ਕਿ ਗੱਲ ਜਿਹੜੀ ਹੈ ਨਾ ਖੁੱਲ੍ਹ ਕੇ ਸਾਹਮਣੇ ਆ ਜਾਏ, ਮਿਰਜ਼ਾਈਅਤ ਦੀ ਮੁਕੰਮਲ ਛਤਰੋਲ ਤੁਸੀਂ ਕਰੋ। ਲੇਕਿਨ ਮੈਂ ਉਹਨੂੰ ਦੇਖਿਆ ਕਿ ਉਹ ਛਤਰੋਲ ਕਰਵਾਉਣ ਦੀ ਬਜਾਏ 2-3 ਵਾਰੀ ਉਹਨੇ ਰੈੱਡ ਲਾਈਨ ਜਾ ਅਬੂਰ ਕੀਤੀਆਂ ਨਾ, ਯਾਨੀ ਗਲਤ ਨੂੰ ਸਹੀ ਤੇ ਸਹੀ ਨੂੰ ਗਲਤ ਕਹਿਣਾ ਸ਼ੁਰੂ ਕਰ ਦਿੱਤਾ। ਉਹ ਬਾਹਰ ਰਿਕਾਰਡਿੰਗ ਹੋਣ ਲੱਗੀ ਹੁੰਦੀ ਹੈ। ਮੈਂ ਉਹਨੂੰ ਕਿਹਾ ਵੀ ਜੇ ਤੂੰ ਸਵਾਲੀਆ ਅੰਦਾਜ਼ ਵਿੱਚ ਕਿਸੇ ਗੱਲ ਨੂੰ ਤੂੰ ਪੁੱਛਣਾ ਹੈ ਆਪਣੇ ਮੁਸਲਮਾਨ ਭਾਈਆਂ ਕੋਲੋਂ, ਜਾਂ ਉਹਨਾਂ ਨੂੰ ਕਹਿਣਾ ਯਾਰ ਮੈਨੂੰ ਤੇ ਇਹਦੀ ਸਮਝ ਨਹੀਂ ਸਹੀ ਆ ਰਹੀ, ਤੇ ਉਹ ਉਹਦੀ ਚੰਗੀ ਤਰ੍ਹਾਂ ਵਜ਼ਾਹਤ ਕਰਦੇ ਨੇ, ਤੇ ਇਹ ਤੇ ਇੱਕ ਅੱਛਾ ਤਰੀਕਾ ਹੈ। ਮੈਂ ਖੁਦ ਵੀ ਕਾਊਂਟਰ ਕੁਐਸਚਨ ਨੂੰ ਪਸੰਦ ਕਰਨਾ ਵਾ, ਉਹਦੇ ਨਾਲ ਜ਼ਿਆਦਾ ਤਹਿਕੀਕ ਜਿਹੜੀ ਉਹ ਕਲੀਅਰ ਹੁੰਦੀ। ਲੇਕਿਨ ਜਿਹੜਾ ਤੇਰਾ ਅੰਦਾਜ਼ ਹੈ ਕਿ ਤੂੰ ਤੇ ਉਹਨਾਂ ਨਾਲ ਝਗੜਾ ਸ਼ੁਰੂ ਕਰ ਦੇਣਾ, ਤੂੰ ਸੇ ਦਿਨ ਨੂੰ ਰਾਤ ਕਹਿਣੀ ਸ਼ੁਰੂ ਕਰ ਦੇਣਾ ਤੇ ਰਾਤ ਨੂੰ ਦਿਨ ਕਹਿਣੀ ਸ਼ੁਰੂ ਕਰਨਾ, ਉਹਦੀ ਵਜ੍ਹਾ ਤੋਂ ਨਤੀਜਾ ਇਹ ਹੁੰਦਾ ਹੈ ਕਿ ਦੂਜੇ ਦਿਨ ਵੀਡੀਓ ਚੜੀਆਂ ਹੁੰਦੀਆਂ ਨੇ ਮਿਰਜ਼ਾਈਆਂ ਦੀਆਂ, ਜਿਸ ਤਰ੍ਹਾਂ ਤੁਸੀਂ ਮਿਸਾਲ ਦਿੱਤੀ ਉਹ ਅੰਤ ਮਿੰਨੀ ਬੇਮੰਜ਼ਲਤ ਵਲਦੀ ਵਾਲੀ, ਜਾਂ ਉਹ ਜ਼ਿੱਲੀ ਹੱਜ ਵਾਲੀ, ਜਾਂ ਉਹ ਦੂਸਰੀਆਂ ਤੀਸਰੀਆਂ। ਮੈਂ ਇਹਨੂੰ ਕਿਹਾ ਵੀ ਤੂੰ ਸਾਡੇ ਹਾਲ ਤੇ ਮਿਹਰਬਾਨੀ ਕਰਕੇ ਤੂੰ ਬੰਦ ਕਰ ਦੇ, ਤੂੰ ਕਿਸੇ ਮੁਸਲਮਾਨ ਨਾਲ ਮਿਰਜ਼ਾਈਅਤ ਦੇ ਮੌਜੂ ਉੱਤੇ ਤੂੰ ਅਗਰ ਇਹਨੂੰ ਸਮਝਣਾ ਨਾ ਪਿਆ ਕਿ ਮੈਂ ਬਿਹਤਰ ਕਰ ਰਿਹਾ ਵਾਂ, ਉਹਦੇ ਜ਼ਿਆਦਾ ਨਿਖਾਰ ਕੇ ਤਾਂ ਉਹਦੇ ਬਜਾਏ ਨੁਕਸਾਨ ਹੋਣ ਲੱਗਿਆ, ਤੇ ਤੂੰ ਨਾ ਕਰ। ਇਹਨੇ ਮੇਰੇ ਨਾਲ ਵਾਅਦਾ ਵੀ ਕੀਤਾ, ਉਹਦੇ ਬਾਵਜੂਦ ਸਰਕਾਰ ਨੇ ਫਿਰ ਉਹੀ ਕੰਮ ਕੀਤਾ। ਦੁਬਾਰਾ 2-3 ਦਿਨ ਤੋਂ ਬਾਅਦ ਫਿਰ ਉਹੀ ਬਹਿਸਾਂ ਸ਼ੁਰੂ ਕਰ ਦਿੱਤੀਆਂ। ਸੋ ਮੁਕਤਸਰ ਗੱਲ ਇਹ ਵੇ ਕਿ ਉਹ ਬੰਦਾ ਇਸ ਹੱਦ ਤੱਕ ਪਹੁੰਚ ਚੁੱਕਿਆ ਹੈ ਕਿ ਉਹ ਸਮਝਦਾ ਕਿ ਮੈਂ ਜਿਹੜੀ ਗੱਲ ਕਰ ਰਿਹਾ ਇਹ ਬਿਲਕੁਲ ਦੁਨੀਆ ਦਾ ਆਖਰੀ ਸੱਚ ਹੈ। ਇਲਜ਼ਾਮ ਉਹ ਸਾਡੇ ਤੇ ਲਾਈ ਜਾ ਰਿਹਾ ਕਿ ਨਹੀਂ ਤੁਸੀਂ ਆਪਣੇ ਆਪ ਨੂੰ ਚੌਧਰੀ ਬਣੇ ਹੋ ਤੇ ਇੰਜ ਕੀਤਾ ਤੇ ਉਹ ਕੀਤਾ, ਫਜ਼ੂਲ ਜਿਹੀਆਂ ਗੱਲਾਂ ਨੇ, ਖਾਮਖਾਹ ਦੇ ਤੇ એનર્ਜੀ ਲਾਉਣ ਲੱਗਿਆ। ਬਿਹਤਰ ਇਹ ਵੇ ਇਹਨੂੰ ਹੁਣ ਖ਼ਤਮ ਕਰ ਦਿਓ ਮੌਜੂ ਨੂੰ, ਤੇ ਆਪਣੇ ਮੌਜੂ ਤੇ ਬਲਕਿ 8 ਘੰਟੇ ਦੀ ਬਰਾਡ ਹੋ ਗਈ ਹੈ, ਤੇ ਯੂਰਪ ਵਿੱਚ 8 ਘੰਟੇ ਦੇ ਉੱਤੇ ਮਜ਼ਦੂਰੀ ਕੋਈ ਨਹੀਂ ਹੁੰਦੀ। ਮੇਰਾ ਸਿਰ ਵੀ ਦਰਦ ਕਰ ਰਿਹਾ, ਮੈਂ ਥੋੜਾ ਵਕਫਾ ਵੀ ਕਰਨਾ ਹੈ, ਜ਼ਰੂਰੀ ਗੱਲ ਕੋਈ ਹੈ ਤਾਂ ਕਰ ਲਓ। ਬਾਕੀ ਉਹ ਜਿੰਨੇ ਉਹਨੇ ਤਾਨੇ ਤੁਨੇ ਮਾਰੇ ਨੇ ਉਹਨਾਂ ਗੱਲਾਂ ਦਾ ਮੈਨੂੰ ਕੋਈ ਪਰਵਾਹ ਨਹੀਂ ਹੈ ਕਿ ਬਈ ਉਹ ਜੀ ਉਹ ਔਰਤਾਂ ਦੇ ਬਾਰੇ ਉਹ ਕਿਹਾ ਮੈਂ ਤਸਵੀਰ ਨਾ ਲਾ, ਕਬਰ ਪੁੱਜਿਆਂ ਦਾ ਕੰਮ ਹੈ, ਤੇਰਾ ਨਹੀਂ ਕੰਮ ਹੈ ਤਸਵੀਰਾਂ ਲਾਣੀਆਂ। ਇਹ ਸਭ ਉਹ ਜਿੰਨੀਆਂ ਗੱਲਾਂ ਕਰ ਰਹੇ ਹੋ ਬੱਚਿਆਂ ਵਾਲੀਆਂ ਗੱਲਾਂ ਕਰ ਰਹੇ, ਜਦੋਂ ਉਹਦੇ ਕੋਲ ਕੋਈ ਨਹੀਂ ਵਿਚਾਰੇ ਕੋ ਪੇਸ਼ ਕੀ ਤੇ ਉਹਨੇ ਇਹ ਕਹਿਣਾ ਸ਼ੁਰੂ ਕਰਤਾ। ਬਹਰਹਾਲ ਇਹ ਸਾਡਾ ਉਹਦੇ ਤੇ ਸ਼ਿਕਵਾ ਹੈ, ਇਹ ਸਾਡਾ ਮੁਕੱਦਮਾ ਹੈ ਕਿ ਉਹ ਅਗਰ ਆਪਣੀ ਇਸਲਾਹ ਕਰਕੇ ਆਪਣੇ ਆਪ ਨੂੰ ਇਹਨਾਂ ਸਾਰਿਆਂ ਮੁਜਾਹਿਦਾਂ ਤੋਂ ਜ਼ਿਆਦਾ ਸਮਝਦਾਰ ਨਾ ਸਮਝੇ, ਸਿੱਧੀ ਰਾਹ ਤੇ ਆ ਜਾਏ। ਜਿੱਥੇ ਮੁਸਲਮਾਨ ਹੁਣ ਮੁਸਲਮਾਨ ਆਪਸ ਵੀ ਲੜਦੇ ਨੇ, ਇਹ ਤਾਂ ਨਹੀਂ ਹੈ ਕਿ ਬਈ ਇਹਨਾਂ ਦਾ ਇਖਤਲਾਫ, ਹੁਣ ਵੀ ਥੱਲੇ ਮੈਸੇਜ ਆਉਣ ਲੱਗੇ ਨੇ ਕਿ ਮੈਂ ਆਂਟੀ ਮੈਨੂੰ ਗਾਲਾਂ ਕਢਵਾ ਕੇ ਆਇਆ ਦੂਸਰੀ ਬਰਾੜ ਦੇ ਉੱਤੇ, ਜ਼ਰੂਰ ਕਢਵਾਈਆਂ ਹੋਣਗੀਆਂ। ਤੇ ਐਨ ਨੇ ਕਈ ਮੁਸਲਮਾਨ ਨੇ ਉਹਨਾਂ ਨੂੰ ਜ਼ਬਾਨ ਦਾ ਚਸਕਾ ਹੈ ਤੇ ਉਹ ਇੱਧਰ ਉੱਧਰ ਇਹੋ ਜਿਹੇ ਕੰਮ ਕਰਦੇ ਰਹਿੰਦੇ ਨੇ। ਲੇਕਿਨ ਮਜਮੂਈ ਤੌਰ ਤੇ ਕਮ ਅਜ਼ ਕਮ ਮਿਰਜ਼ਾਈਆਂ ਦੇ ਮੁਕਾਬਲੇ 'ਚ, ਗੈਰ ਮੁਸਲਮਾਨ ਦੇ ਮੁਕਾਬਲੇ 'ਚ ਮੁਸਲਮਾਨਾਂ ਦੇ ਦਰਮਿਆਨ ਕੋਈ ਐਸਾ ਫਰਕਾ ਨਹੀਂ ਪਾਇਆ ਜਾਂਦਾ ਅਲਹਮਦੁਲਿਲਾ ਅੱਜ ਦੀ ਤਰੀਕ ਤੱਕ ਕਿ ਮੁਸਲਮਾਨ ਮਿਰਜ਼ਾਈਆਂ ਨੂੰ ਨਾਲ ਲੈ ਕੇ ਕਿਸੇ ਮੁਸਲਮਾਨ ਦੇ ਉੱਤੇ ਹਮਲਾਵਰ ਹੋਏ ਹੋਣ। ਅੱਜ ਸੁਬਾਹ ਦਾ ਵਾਕਿਆ, ਅੱਜ ਸੁਬਾਹ ਮੈਂ ਬਰਾਡ ਆਨ ਕੀਤੀ ਹੈ, ਜਿਉਂ ਹੀ ਮੈਂ ਟਿਕਟਾਕ ਆਨ ਕੀਤੀ ਹੈ ਇਹ ਦੋਏ ਭੈਣ ਭਰਾ ਉੱਥੇ ਬੈਠੇ ਸਨ, ਉੱਥੇ ਇੱਕ ਮਿਰਜ਼ਾਈ, 2 ਮਿਰਜ਼ਾਈ ਬਾਏ ਉੱਤੇ ਇਹ ਅਲੀ ਹੱਕ ਉੱਤੇ ਟੁਰ ਗਿਆ, ਇਹਦੇ ਨਾਲ ਮਿਸਬਿਹੇਵ ਕਰਕੇ ਇਹਨੂੰ ਥੱਲੇ ਲਾਇਆ ਗਿਆ। ਉਸ ਮਿਰਜ਼ਾਈ ਜਿਹੜੇ ਨੇ ਉਹ ਉੱਥੇ ਮੁਸਲਮਾਨਾਂ ਦੇ ਖਿਲਾਫ ਔਰ ਅਹਿਲ ਇਸਲਾਮ ਦੇ ਖਿਲਾਫ ਬਕਵਾਸ ਕਰਦੇ ਰਹੇ ਨੇ। ਇਹ ਦੋਏ ਭੈਣ ਭਰਾ ਉਹਨਾਂ ਨਾਲ ਰਲ ਕੇ ਗਰੇ ਮੁਸਲਮਾਨਾਂ ਦੇ ਉੱਤੇ ਹਮਲੇ ਕਰਨਗੇ, ਇਹ ਆਖਣਗੇ ਕਿ ਅਸੀਂ ਇਸਲਾਹ ਪੇ ਕਰਨੇ ਆ ਮੁਸਲਮਾਨਾਂ ਦੀ, ਤੇ ਤੁਹਾਡੇ ਹਰ ਦੇ ਭਲੇ ਮਾਨਸ ਆਖਣਗੇ ਵੀ ਇਹ ਕੋਈ 2 ਪਰਸਨੈਲਿਟੀ ਕਲੈਸ਼ ਨੇ, 2 ਬੰਦਿਆਂ ਦੇ ਦਰਮਿਆਨ ਇਖਤਲਾਫ ਹੈ। ਮੇਰਾ ਨਹੀਂ ਖਿਆਲ ਕਿ ਦਰੁਸਤ ਗੱਲ ਬਣਦੀ ਹੈ। ਇਹ ਸਾਡਾ ਉਹਦਾ ਕੋਈ ਜ਼ਾਤੀ ਇਖਤਲਾਫ ਨਹੀਂ ਹੈ, ਇਹ ਇੱਕ ਇਸਲਾਮਿਕ ਕਾਜ਼ ਦਾ ਮਸਲਾ ਹੈ, ਮੁਸਲਮਾਨਾਂ ਦੇ ਨਫੇ ਔਰ ਨੁਕਸਾਨ ਦੀ ਗੱਲ ਹੈ। ਉਹ ਮੁਸਲਮਾਨਾਂ ਦਾ ਨਾਮ ਬਦਨਾਮ ਕਰਦੇ ਨੇ। ਇਹ ਜਿਹੜਾ ਗਿੱਲਾ ਦੇ ਉੱਤੇ ਥੱਲੇ ਲਗਾ ਫਿਰਦਾ ਪੱਪੂ ਮਲਕ, ਇਹ ਹੋ ਗਿਆ, 2 ਹੋਰ ਨੇ, ਇਹ 3 ਬੰਦੇ ਨੇ, ਮੈਂ ਤੁਹਾਨੂੰ ਦੱਸਿਆ ਇਹ 3-4 ਬੰਦੇ, ਇਹ ਅਗਰ ਇਸੇ ਰਵਸ਼ ਦੇ ਉੱਤੇ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਨੇ, ਇਹਨਾਂ ਦੀ ਆਪਣੀ ਚਾਇਸ ਹੈ, ਇਹ ਮਰਨਗੇ ਤੇ ਲੋਕੀ ਕੀ ਇਹਨਾਂ ਦੇ ਬਾਰੇ ਮੁਸਲਮਾਨ ਰਾਏ ਦੇਣਗੇ, ਅਹਿਲੇ ਇਸਲਾਮ ਇਹਨਾਂ ਦੇ ਬਾਰੇ ਕੀ ਆਖਣਗੇ, ਕੌਣ ਮਰ ਗਿਆ। ਇਹ ਮੈਂ ਪੱਪੂ ਨੂੰ ਮੈਂ ਅਗਲੇ ਦਿਨ ਆਖਿਆ ਸੀ ਕਿ ਲੋਕੀ ਆਖਣਗੇ ਕਿ ਮਤਲਬ ਇਹ ਗਿੱਲਾ ਤਿੱਤਰ ਮਰ ਗਿਆ, ਗੱਦਾਰ ਮਰ ਗਿਆ, ਮੁਸਲਮਾਨਾਂ ਦਾ ਜਿਹੜਾ ਉਹ ਮੁਕਬਰ ਮਰ ਗਿਆ, ਇਹੀ ਆਖਣਗੇ ਨਾ। अस्सलाम ਆਪਣੀ वालेकुम ਸਲਾਹ ਕਰ ਲਓ। अली भाई 1 मिनट मैंने दे, मैं जाब पड़ा मैं ओ 1 मिनट, सिर्फ 1 मिनट, मैं लामा साहब ने एक चीज करानी है। ओ देखो चोर की दाढ़ी में तिनका, और ट्रू मुस्लिम कह रहा है 2 तो और कौन है।
ਉਹ ਤੀਜਾ ਇਹਦਾ ਵੀ ਨਾਮ ਪਾਓ ਵਿੱਚ। नहीं नहीं, ये बहुत अच्छा ये बहुत अच्छा। अच्छा गल कर लो जल्दी। ਅੰਬਰ ਭਾਈ ਸਿਰਫ 1 ਮਿੰਟ, ਮੈਂ ਸਿਰਫ ਬਾਹਰ ਨਿਕਲਣ ਸੇ ਤੁਹਾਡੇ ਨਾਲ ਗੱਲ ਕਰਨੇ ਵਾਸਤੇ। ਅੰਬਰ ਭਾਈ ਦੇਖੋ, ਮਾਮਲਾ ਇਹ ਹੈ ਕਿ ਅਸੀਂ ਤੁਹਾਨੂੰ ਹੱਕ ਸਮਝਦੇ ਹਾਂ, ਅਸੀਂ ਤੁਹਾਨੂੰ ਆਪਣਾ ਰਿਪਰੈਜ਼ੈਂਟੇਟਿਵ ਸਮਝਦੇ ਹਾਂ। ਇਸ ਦੀ ਵਜ੍ਹਾ ਤੋਂ ਅਸੀਂ ਤੁਹਾਡੇ ਨਾਲ ਇਤਨੀ ਮੁਹੱਬਤ ਕਰਦੇ ਹਾਂ ਔਰ ਤੁਹਾਡੇ ਨਾਲ ਖੜੇ ਹਾਂ, ਠੀਕ ਹੈ। ਸ਼ਨਾ ਬਸ਼ਨਾ ਤੁਹਾਡੀ ਵਜ੍ਹਾ ਤੋਂ ਅੰਬਰ ਭਾਈ ਸਾਨੂੰ ਮੈਨੂੰ ਅਬੂ ਬਕਰ ਮੀਰ ਨੂੰ, ਯੂਸਫੀ ਨੂੰ, ਹੋਰ ਕਾਫੀ ਭਾਈਆਂ ਨੂੰ ਗਾਲਾਂ ਵੀ ਪੈਂਦੀਆਂ ਨੇ, ਗਾਲਾਂ ਕੱਢਦੇ ਵੀ ਨੇ, ਜਾ ਕੇ ਨੀਚੇ ਜਾ ਕੇ ਗਾਲਾਂ ਕੱਢਦੇ ਨੇ। ਰਾਤੀ ਇੱਕ ਬਰੋਡ ਲੱਗੀ ਸੀ ਬਾਬਰ ਦੀ, ਉਸਨੇ ਚ ਉਹ ਜ਼ਹਿਨੀ ਮਰੀਜ਼ ਨੇ ਮੌਜੂ ਕੁਝ ਹੋਰ ਚੱਲ ਰਿਹਾ ਸੀ, ਤੁਹਾਡਾ ਨਾਂ ਲੈ ਲੈ ਕੇ ਉਸ ਤੁਹਾਡੇ ਪਰ ਪੂਰਾ ਘੰਟਾ ਉਸਨੇ ਤਬਰਕਾ ਕਰਵਾਇਆ ਉੱਥੇ, ਠੀਕ ਹੈ। ਤੇ ਅਸੀਂ ਫਿਰ ਵੀ ਤੁਹਾਡੇ ਨਾਲ ਖੜੇ ਹਾਂ। ਤੁਸੀਂ ਅੱਜ ਪੀਐਸ ਕਾਨੀ ਨੂੰ ਬਰੋਡ ਉੱਪਰ ਲਿਆ, ਤੁਸੀਂ ਇਸ ਨਾਲ ਗੱਲ ਕੀਤੀ ਹੈ, ਪੱਪੂ ਮਲਿਕ ਨੂੰ ਬਰੋਡ ਉੱਪਰ ਲੈਂਦੇ ਹੋ, ਗੱਲ ਕਰਦੇ ਹੋ। ਅਸੀਂ ਤੁਹਾਡੇ ਇਤਰਾਮ, ਤੁਹਾਡੀ ਮੁਹੱਬਤ ਇਸ ਖਾਮੋਸ਼ ਹਾਂ, ਲੇਕਿਨ ਅਸਾਂ ਜੇ ਤੁਹਾਡੇ ਨਾਲ ਬਹਿੰਦੇ ਖਲਦੇ ਹਾਂ, ਸਾਨੂੰ ਇਸ ਚੀਜ਼ ਦੀ ਬੜੀ ਤਕਲੀਫ ਹੈ ਕਿ ਇਹ ਬੰਦੇ ਜਦੋਂ ਤੁਹਾਨੂੰ ਗਾਲਾਂ ਕੱਢਦੇ ਨੇ, ਤੁਹਾਨੂੰ ਡਿਸਰਿਸਪੈਕਟ ਕਰਦੇ ਨੇ, ਸਾਡੇ ਦਿਲਾਂ ਪਰ ਛੁਰੀਆਂ ਚੱਲਦੀਆਂ ਨੇ, ਠੀਕ ਹੈ। ਲੇਕਿਨ ਅਸੀਂ ਫਿਰ ਵੀ ਇਸ ਖਾਤਰ ਖਾਮੋਸ਼ ਹੋ ਜਾਂਦੇ ਹਾਂ। ਤੁਹਾਡੇ ਅੱਗੇ ਗਿਲਾ ਵੀ ਕਦੇ ਨਹੀਂ ਕੀਤਾ ਕਿ ਭਾਈ ਸਾਨੂੰ ਨਾ ਬਿਠਾਓ, ਕਿਉਂ ਕਿ ਅਸੀਂ ਚਾਹੁੰਦੇ ਹਾਂ, ਅਸਾਂ ਨੂੰ, ਮੇਰਾ ਇਹ ਹੈ, ਮੈਂ ਬੜਾ ਕਲੀਅਰ ਹਾਂ ਕਿ ਜੋ ਤੁਹਾਡਾ ਫੈਸਲਾ ਉਹ ਹੀ ਸਾਡਾ ਫੈਸਲਾ, ਅਸੀਂ ਉਸ ਫੈਸਲੇ ਤੇ ਚੁੱਪ ਕਰਕੇ ਆਮੀਨ ਕਰਦੇ ਹਾਂ। ਵਰਨਾ ਸੱਚੀ ਗੱਲ ਹੈ, ਨਾ ਪੀਰ ਅਸਕਾਨੀ ਨੂੰ ਸਲਾਮ ਲੈਣ ਦਾ ਦਿਲ ਕਰਦਾ, ਨਾ ਪੱਪੂ ਮਲਕ ਨੂੰ ਲੈਣ ਦਾ ਦਿਲ ਕਰਦਾ, ਨਾ ਉਮੇ ਨੂੰ, ਨਾ ਫੈਜ਼ ਨੂੰ, ਨਾ ਦੂਏ ਨੂੰ, ਨਾ ਤਰੀਏ ਨੂੰ, ਕਿਉਂਕਿ ਇਹਨਾਂ ਮੁਸਲਮਾਨਾਂ ਦਾ ਵੀ ਨਾ ਡੁਬੋਇਆ। ਔਰ ਇੱਕ ਐਸੇ ਬੰਦੇ ਦਾ ਜਿਹੜਾ ਬੰਦਾ ਖੜਾ ਮੁਰਜ਼ਾਈਆਂ ਦੇ ਨਾਲ ਲੜ ਰਿਹਾ, ਦਿਨ ਰਾਤੀ ਲੜ ਰਿਹਾ, ਹਰ ਇੱਕ ਉਹਨਾਂ ਦੀ ਸਾਜ਼ਿਸ਼ ਨਾਲ ਜਵਾਬ ਦੇ ਰਿਹਾ, ਹਰ ਇੱਕ ਜਗ੍ਹਾ ਨੂੰ ਝੂਠਾ ਕਰ ਰਿਹਾ। ਈਵਨ ਦੋ ਉਸ ਪੈਸੇ ਲੈਣ ਧੋਖੇ ਨਾਲ ਉਹ ਵੀ ਪੈਸੇ ਉਸ ਵਾਪਸ ਕਰਵਾਏ ਨੇ। ਹਰ ਇੱਕ ਕਿਤਨੇ ਮੌਕੇ ਮੈਂ ਤੁਹਾਨੂੰ, ਕਿਤਨੀਆਂ ਗੱਲਾਂ ਮੈਂ ਤੁਹਾਨੂੰ ਕਹਿ ਸਕਦਾ ਕਿ ਜਿੱਥੇ ਤੁਸੀਂ ਹਰ ਜਗ੍ਹਾ ਮੁਸਲਮਾਨਾਂ ਨਾਲ ਸਰ ਫਖਰ ਨਾਲ ਬੁਲੰਦ ਕੀਤਾ, ਕੰਡ ਨਹੀਂ ਲੱਗਣ ਦਿੱਤੀ। ਔਰ ਇਹਨਾਂ ਲੋਕਾਂ ਨੇ ਹਮੇਸ਼ਾ ਸਾਡੀਆਂ ਕੰਡਾਂ ਲਵਾਈਆਂ ਨੇ। ਅਸਾਂ ਫਿਰ ਵੀ ਤੁਹਾਡੇ ਇਤਰਾਮ ਦੀ ਖਾਤਰ ਖਾਮੋਸ਼ ਹਾਂ। ਇਹ ਗੱਲ ਸਿਰਫ ਮੈਂ ਕਹਿਣੇ ਵਾਸਤੇ ਆਇਆ ਹਾਂ ਕਿ ਰਿਕਾਰਡ 'ਚ ਰਹਵੇ ਕਿ ਅਸੀਂ ਇਹਨਾਂ ਨੂੰ ਲਾਇਕ ਨਹੀਂ ਕਰਦੇ। ਅਸੀਂ ਅਗਰ ਖਾਮੋਸ਼ ਹਾਂ, ਅਗਰ ਤੁਹਾਡੇ ਕੋਲ ਆ ਕੇ ਬਹਿੰਦੇ ਨੇ, ਅਸਾਂ ਇਹਨਾਂ ਦੀ ਗੱਲ ਸੁਣਦੇ ਹਾਂ ਜਾਂ ਦੂਏ ਤਰੀਕੇ, ਸਿਰਫ ਤੁਹਾਡੇ ਪਿਆਰ ਦੀ ਖਾਤਰ ਸੁਣਨੇ ਹਾਂ। ਇਹ ਇਹਨਾਂ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਵਰਨਾ ਸੱਚੀ ਗੱਲ ਹੈ ਕਿ ਇਹ ਇਸ ਕਾਬਲ ਨੇ ਕਿ ਇਹਨਾਂ ਨੇ ਬੋਰਡਾਂ ਪਰ ਜਾ ਕੇ ਜਿੱਥੇ ਜਾਣ ਇਹਨਾਂ ਨਾਲ ਉਹ ਸਖਤੀ ਨਾਲ ਰਵੱਈਆ ਅਖਤਿਆਰ ਕੀਤਾ ਜਾ, ਉਹਨਾਂ ਨੇ ਮਾਂ ਭੈਣ ਕਰ ਦਿੱਤੀ ਜਾ, ਜੋ ਇਹ ਸਾਡੇ ਨਾਲ ਕਰਦੇ ਨੇ, ਜੋ ਇਹ ਇਸਲਾਮ ਨਾਲ ਕਰਦੇ ਨੇ, ਜੋ ਸਾਡੇ ਕੋਲ ਹੋ ਸਕਦਾ ਅਸੀਂ ਕਰੀਏ। ਲੇਕਿਨ ਅਸੀਂ ਸਿਰਫ ਤੁਹਾਡੀ ਖਾਤਰ ਕਿ ਅਸਾਂ ਕਹਿੰਦੇ ਹਾਂ ਕਿ ਸਾਡਾ ਇੱਕ ਲੀਡਰ ਹੈ, ਉਹ ਠੀਕ ਜਾ ਰਿਹਾ ਤਾਂ ਜਿਸ ਤਰ੍ਹਾਂ ਉਹ ਕਹੇਗਾ ਅਸਾਂ ਉਸ ਨਾਲ ਹਾਂ। ਬਸ ਇਤਨੀ ਮੈਂ ਗੱਲ ਕਰਨੀ ਸੀ। ਬਹੁਤ ਮੈਂ ਸ਼ੁਕਰੀਆ। ਤੁਹਾਡਾ ਭਾਈ ਹਾਂ ਰਾਜਾ ਸਾਹਿਬ, ਤੁਸੀਂ ਭਾਈ ਹੋ ਤੇ ਮੈਂ ਤੁਹਾਡਾ ਭਾਈ ਹਾਂ। ਮੈਂ ਉਮਰ 'ਚ ਵੱਡਾ ਹੋਵਾਂਗਾ 2 ਸਾਲ, ਲੇਕਿਨ ਇਹਦਾ ਨਹੀਂ ਮਤਲਬ ਕਿ ਮੈਂ ਕੋਈ ਲੀਡਰ ਸ਼ੀਡਰ ਹਾਂ। ਮੈਂ ਇੱਕ ਆਜਜ਼ ਜਿਹਾ ਬੰਦਾ ਹਾਂ। ਸਿਰਫ ਗੱਲ ਇੰਨੀ ਹੈ ਕਿ ਮੈਂ ਵੀ ਉਹਨਾਂ ਨੂੰ ਪਸੰਦ ਨਹੀਂ ਕਰਦਾ। ਅੱਲਾ ਗਵਾਹ ਹੈ, ਮੇਰੇ ਦਿਲ 'ਚ ਵੀ ਇਹਨਾਂ ਨੇ ਆਪਣੀ ਇੰਨੀ ਨਫ਼ਰਤ ਪੈਦਾ ਕਰ ਲਈ ਹੈ। ਮੈਂ ਪੱਪੂ ਮਲਕ ਨੂੰ ਉਸ ਦਿਨ ਜਿਸ ਦਿਨ ਇਹਨੇ ਪੈਸੇ ਦਿੱਤੇ ਨੇ, ਮੈਂ ਜ਼ਿੰਦਗੀ 'ਚ ਕਦੇ ਕਿਸੇ ਨੂੰ ਉਹ ਲਫ਼ਜ਼ ਨਹੀਂ ਆਖੇ ਜਿਹੜੇ ਮੈਨੂੰ ਉਸ ਦਿਨ ਆਖੇ ਨੇ। ਮੇਰੇ ਦਿਲ 'ਚ ਵੀ ਇਹਨਾਂ ਦੇ ਐਟੀਟਿਊਡ ਦੀ ਵਜ੍ਹਾ ਤੋਂ ਨਫ਼ਰਤ ਪੈਦਾ ਹੋ ਗਈ ਹੈ। ਲੇਕਿਨ ਮੈਂ ਸਿਰਫ ਇੱਕ ਗੱਲ ਨਾਲ ਡਿਫਰ ਕਰਨਾ ਆਪਣੇ ਭਾਈਆਂ ਨਾਲ ਕਿ ਬਾਈਕਾਟ ਐਗਜ਼ਿਸਟ ਨਹੀਂ ਕਰਦਾ। ਯਾਨੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਨੂੰ ਜਿੱਥੇ ਹੋ ਸਕੇ ਇਹਨਾਂ ਨੂੰ ਸਮਝਾਇਆ ਜਾਏ, ਇਹਨਾਂ ਨੂੰ ਆਖਿਆ ਜਾਏ ਆਪਣੇ ਉਹਨੂੰ ਥੱਲੇ ਆ ਕੇ ਨਾ, ਅਸੀਂ ਤੇ ਆਪਸ 'ਚ ਗੱਲ ਕਰਨ ਲੱਗੇ ਸੀ, ਉਹ ਸਰਕਾਰ ਨੇ ਥੱਲੇ ਆ ਕੇ ਮੈਸੇਜ ਲਿਖਣੇ ਸ਼ੁਰੂ ਕੀਤੇ ਸੀ ਤੇ ਮੈਂ ਕਿਹਾ ਉੱਤੇ ਆ ਕੇ ਬੁਖਾਰਾਤ ਕੱਢ ਲਓ ਜਿਹੜੇ ਕੱਢਣੇ ਨੇ, ਤੇ ਸਾਨੂੰ ਕੋਈ ਨਹੀਂ, ਤੁਹਾਡੀ ਹੁਣ ਇਹਨਾਂ ਹਰਕਤਾਂ ਦੀ ਕਿ ਖੁਰਕ ਵੀ ਨਹੀਂ ਹੁੰਦੀ ਹੈ। ਅੱਲਾ ਤੁਹਾਨੂੰ ਹਦਾਇਤ ਦੇ। ਸਾਰੇ ਮੁਸਲਮਾਨਾਂ ਨੂੰ ਤੁਹਾਡੇ ਕਿਰਦਾਰ ਦਾ ਪਤਾ ਲੱਗ ਗਿਆ, ਤੁਹਾਡੇ ਰਵੱਈਏ ਦਾ ਪਤਾ ਲੱਗ ਗਿਆ। ਜੇ ਤੁਸੀਂ ਆਪਣੀ ਸਲਾਹ ਕਰ ਲਓ ਚੰਗਾ, ਨਹੀਂ ਮਾੜਾ ਆਖਣਾ ਇੱਥੇ ਬਹਿ ਕੇ ਆਖ ਲਓ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਤੇ ਜੋ ਆਪਣੀ ਬਰਾੜ ਤੇ ਜਾ ਕੇ ਬਹਿ ਕੇ ਪਿਆ ਸਾਰਾ ਦਿਨ ਪਿਆ। ਕੱਲ ਮੈਂ ਦੇਖਿਆ ਅੱਧਾ ਘੰਟਾ ਉਹ ਬੰਦਾ, ਇੱਕ ਪਤਾ ਨਹੀਂ ਨੈਤੀ ਸਾਹਿਬ ਕਿ ਕੀ ਉਹਨਾਂ ਦਾ ਨਾਂ ਹੈ, ਸ਼ਾਰ ਨਾਮ ਦਖਲਾ, ਅੱਧਾ ਘੰਟਾ ਉਹ ਬੰਦਾ ਇਹਦੀਆਂ ਮਿੰਨਤਾਂ ਕਰਦਾ ਰਿਹਾ। ਉਹਨੇ ਕਿਹਾ मोहतरम भाईजान इस मौजू ਨੂੰ ਛੱਡ ਦਿਓ, ਅਸੀਂ ਤੁਹਾਡੇ ਕੋਲ दीन ਦੀ ਗੱਲ ਸੁਣਨਾ। ਇਹ आके वो जिस वे गल कर पे आके नहीं, बात आपकी ठीक है, लेकिन मसला ये है कि उस भले मानस ने, उस टिकटॉक के मबूद ने ये कर दिया, वो आखे भाई इस गल नूं छड़ दे, दीन दी गल कर, कोई कुरान पेश कर, कोई हदीस। असीं बैठे हैं साडे इलम च इजाफा। अद्धा घंटा वो बंदा इहदियां मिन्नतां करता कि मेरा हस हस के ना वक्खियां दर्द पै गया भी इस बंदे नूं ਇੰਨੀ ਦਰਦ ਹੈ ਕਿ ਉਹ ਬੰਦਾ ਇਹਨੂੰ ਬਾਰ-ਬਾਰ ਰੋਕਣ ਲੱਗੇ ਹੈ। ਮੈਂ ਅਮਰ ਸਾਹਿਬ, ਮੈਂ ਇਹਨਾਂ ਦੀ ਬਰਾਤ ਤੇ ਜਾਂਦਾ ਸਾਂ 5-5 6-6 ਘੰਟਿਆਂ ਦੇ ਹਿਸਾਬ ਨਾਲ, ਔਰ ਇਹ ਨੀਅਤ ਲੈ ਕੇ ਕਿ ਇਹਨਾਂ ਦੀ ਬਰਾਤ ਦੇ ਟਾਪਿਕ ਨੂੰ ਚੇਂਜ ਕਰਨਾ ਹੈ, ਡਿਰੇਲ ਕਰਨਾ ਹੈ। ਔਰ ਉਹ ਕਾਫੀ ਹੱਦ ਤੱਕ ਕਾਮਯਾਬ ਹੋ ਗਿਆ। अस्सलाम वालेकुम। सलाम है शार्प शूटर ਨੂੰ, ਉਹ ਵੀ ਵੈਸੇ ਮੇਰੇ ਨਾਲ ਮੇਰਾ ਸਾਥ ਦਿੰਦਾ। अस्सलाम वालेकुम। नहीं ਤੁਸੀਂ ਡੀਰੇਲ ਤੇ ਕੀ ਕਰਨਾ, ਤੁਸੀਂ ਉਲਟਾ ਇੰਧਨ ਬਣਦੇ ਰਹੋ ਨਾ ਉਹਦਾ, ਉਸ ਚੁੱਲ੍ਹੇ ਦਾ ਚੁੱਲ੍ਹਾ ਬਲਦਾ ਰਹੇ ਹੋ ਜਾਂਦਾ ਯਾਰ। ਯੂ ਰਾਈਟ। ਹਾਂ, ਬਿਹਤਰ ਹੈ ਕਿ ਤੁਸੀਂ ਸਾਰੇ ਭਾਈ ਪਿੱਛੇ ਰਹੋਗੇ, ਚੁੱਲ੍ਹਾ ਬੁਝ ਜਾਏਗਾ।
सही 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 एब्सोल्युटली एब्सोल्युटली ਆਪਣੀ ਸਲਾਹ ਕਰ ਲੈਣ, ਆ ਜਾਣ ਬਮਣ ਇੱਥੇ ਸਿੱਖਣ ਲੋਕਾਂ ਕੋਲੋਂ, ਮੁਸਲਮਾਨਾਂ ਦੇ ਨਾਲ ਚੱਲਣ ਤੇ ਕੋਈ ਮਸਲਾ ਨਹੀਂ। ਜਿਹੜਾ ਵੀ ਮੁਸਲਮਾਨਾਂ ਦਾ ਵਫਾਦਾਰ ਹੈ, ਸਾਡੇ ਉਹ ਮੱਥੇ ਦਾ ਝੂਮਰ ਹੈ। ਜਿਹੜਾ ਮੁਸਲਮਾਨਾਂ ਨਾਲ ਗੱਦਾਰੀ ਕਰੇ, ਮੁਸਲਮਾਨਾਂ ਦੇ ਨਾਮ ਬਦਨਾਮ ਕਰੇ, ਮੁਸਲਮਾਨਾਂ ਦਾ ਮੂੰਹ ਕਾਲਾ ਕਰੇ। ਵਾਲੇकुम सलाम अब्दुल्ला भाई, कर लो ਗੱਲ यार, मैं थक गया, मैं ਗੱਲ करनी। आमिर भाई मैं मुकदी गल मुकावा। जल्दी जल्दी मुकाओ, ਤੁਹਾਡੀ ਸਿਗਨਲ। जवानी दा इश्क बंदे दी जान ले जांदा है ते बुढ़े वाले दा इश्क बंदे दा ईमान ले जांदा है। अब्दुल्ला खुदा दा वास्ता, अब्दुल्ला खुदा दा वास्ता, खुदा दा वास्ता। ਸ਼ੇਖ ਰਸ਼ੀਦ ਆਂਦਾ ਸੀ, ਸ਼ੇਖ ਰਸ਼ੀਦ ਆਂਦਾ ਸੀ ਪਿਛਲੀ ਉਮਰ ਦੀ ਸ਼ਾਦੀ ਤੇ ਬੈਂਕ ਦੀ ਨੌਕਰੀ ਹੈ, ਦੂਜੇ ਮਤ ਹੀ ਹੁੰਦੀ। और लामा साहब ਉਹ ਸਿਰਫ ਔਰ ਸਿਰਫ ਨਾਲ ਟਰੈਕਟਰ ਤੇ ਲੱਗੀ ਟੇਪ ਤੇ ਬੁੱਢੇ ਵਾਲੇ ਦਾ ਵਿਆਹ, ਇਹ ਲੋਕਾਂ ਵਾਸਤੇ ਹੀ ਹੁੰਦਾ। ਇੱਕ ਮਿੰਟ, ਪਤਾ ਮੈਂ ਬਰਾੜ ਸੁਬਹ ਆਨ ਕਿਉਂ ਕੀਤੀ ਹੈ? ਇਹ ਸੁਣੋ ਮੇਰੀ ਗੱਲ। ਇਹ ਬਰਾੜ ਮੈਂ ਪਤਾ ਕਿਉਂ ਆਨ ਕੀਤੀ ਹੈ? ਸਵੇਰੇ ਮੈਂ ਉੱਠਿਆ, ਟਿਕਟਾਕ ਆਨ ਕੀਤੀ ਹੈ ਤੇ ਸੁਹੇਬ ਰਾਜਾ ਮਿਰਜ਼ਾਈਆਂ ਦੀ ਬਰਾੜ ਦੇ ਉੱਤੇ ਕਿਸੇ ਨਾਲ ਝਗੜਾ ਕਰ ਰਿਹਾ ਸੀ। ਮੈਂ ਗੱਲ ਤੇ ਸੁਣ ਲਈ ਸੀ ਉੱਠਦੇ ਹੀ, ਉਹ ਵੀਡੀਓ ਮੈਂ ਵੇਖ ਲਈ ਥੋੜੀ ਜਿਹੀ, ਪਤਾ ਨਹੀਂ ਅਲੀ ਅਕ ਨੇ ਮੈਨੂੰ ਭੇਜੀ, ਕਿੰਨੇ ਭੇਜੀ। ਮੈਂ ਇਹਨੂੰ ਆਖਿਆ ਜਲਦੀ ਮੈਨੂੰ ਆਪਣੀ ਪਿਕਚਰ ਕਰ, ਮੈਂ ਤੇਰਾ ਪੋਸਟਰ ਬਣਾਵਾਂ, ਆਪਣੀ ਬਰਾੜ ਆਨ ਕਰ। ਇਹ ਸੁਬਹ ਦੀ ਬਰਾੜ ਤਾਂ ਲਾਈ, ਸਾਡਾ ਭਰਾ ਹੈ ਉਹ, ਹੋ ਸਕਦਾ ਹੈ ਉਹਦੇ 'ਚ ਕਿਰੇ ਕੋਈ ਗੁੰਜਾਇਸ਼ ਹੋਵੇ, ਹੋਰ ਬਿਹਤਰੀ ਦੀ ਗੁੰਜਾਇਸ਼ ਹੋ ਸਕਦੀ ਸੀ, ਲੇਕਿਨ ਸਾਨੂੰ ਉਹਦੇ ਤੇ ਫਖਰ ਹੈ। ਉਹਨੇ ਜਿੰਨੀ ਕਾਰਕਰਦਗੀ, ਜਿੰਨਾ ਟੋਲਰੈਂਸ ਉਹਨੇ ਸ਼ੋਅ ਕੀਤਾ ਹੈ, ਜਿੰਨੀ ਉਹਨੇ ਦਲੇਰੀ ਨਾਲ ਟੈਕਲ ਕੀਤਾ ਹੈ, ਸਾਨੂੰ ਉਹਦੇ ਨਾਲ ਖੜਾ ਹੋਣਾ ਚਾਹੀਦਾ, ਨਾ ਕਿ ਉਹਦੀਆਂ ਲੱਤਾਂ ਖਿੱਚਣੀਆਂ ਚਾਹੀਦੀਆਂ ਨੇ। ਜੀ ਸਾਡੇ ਵਿੱਚ ਤੇ ਸਾਡੇ ਵਿੱਚ ਸਾਡੇ ਹਾਂਜੀ ਸਾਡੇ ਵਿੱਚ ਤੇ ਆਸਤੀਨ ਦੇ ਸੱਪਾਂ 'ਚ ਇੰਨਾ ਹੀ ਫਰਕ ਹੈ। ਇਹਨੂੰ ਮਹਿਸੂਸ ਕਰ ਦਿਓ। ਜਿਹੜਾ ਬੰਦਾ ਆਪਣੇ ਭਰਾ ਦੇ ਨਾਲ ਖੜਾ ਹੁੰਦਾ ਹੈ, ਜਿਹੜਾ ਆਪਣੇ ਭਰਾ ਦਾ ਕੰਧਾ ਤਖਤ ਪਾਉਂਦਾ, ਉਹਦੇ ਤੇ ਫਖਰ ਕਰਦਾ ਹੈ ਔਰ ਉਹਨੂੰ ਉਹਦੀ ਹੌਸਲਾ ਅਫਜ਼ਾਈ ਕਰਦਾ ਹੈ, ਉਹ ਇਸਲਾਮ ਔਰ ਅਹਿਲੇ ਇਸਲਾਮ ਦੇ ਨਾਲ ਹੈ। ਜਿਹੜਾ ਉਹਦੀ ਲੱਤ ਖਿੱਚਦਾ ਹੈ, ਉਹਦਾ ਮੂੰਹ ਕਾਲਾ ਕਰਦਾ ਹੈ, ਉਹਦੇ ਖਰਾਬ ਪ੍ਰੋਪਗੈਂਡਾ ਕਰਦਾ ਹੈ, ਇਹਨੇ तो ये गलती की है, इसने तो वो गलती की है, वो मुसलमानों का ते अहले इस्लाम दा गद्दार है, आस्तीन दा सप। ਆਮਰ ਭਾਈ ਕੱਲ ਫੇਰ ਇੱਕ ਵਾਰੀ ਤਾਰੀਖ ਨੇ ਦੁਹਰਾਇਆ ਵੇ ਕਿ ਜਿਸ ਤਰ੍ਹਾਂ ਇਹਨਾਂ ਦਾ ਮਿਰਜ਼ਾ ਪੀਰ ਮੇਰ ਅਲੀ ਸ਼ਾਹ ਸਾਹਿਬ ਕੋ ਨੱਸ ਗਿਆ ਸੀ ਨਾ, ਇਸੇ ਤਰ੍ਹਾਂ ਹੀ ਮਰਜ਼ਈ ਸੁਹੇਬ ਰਾਜਾ ਭਾਈ ਕੋ ਨੱਸ ਗਿਆ ਵੇ। माशाअल्लाह तबारक अल्लाह। नहीं अपना लामा साहब चलो उन्होंने दूजा नंबर तुसा कदों दिता है? दूजा नंबर कोई नहीं दिता। अब्दुल्ला भाई एक मिनट, ਲਾਮਾ ਸਾਹਿਬ ਉਹ ਸਕਾਨੀ ਸਾਹਿਬ ਤੁਹਾਡੇ ਨਾਲ ਬੜੀ ਮੁਹੱਬਤ ਕਰਦੇ ਨੇ। ਉਹਨਾਂ ਨੇ ਉਦੋਂ ਆਉਣ ਦੀ ਬਰਾੜ ਕਿਹਾ ਕਿ ਮੈਂ ਇਸ ਪੂਰੀ ਟਿਕਟੌਕ ਦੇ ਉੱਤੇ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਗੱਲ ਕਹਿਣਾ ਵਾ ਕਿ ਅਗਰ ਮੈਨੂੰ ਇਸ ਟਿਕਟੌਕ ਦੇ ਉੱਤੇ ਕਿਸੇ ਨਾਲ ਮੁਹੱਬਤ ਹੈ ਵੇ ਤੇ ਉਹ ਆਮਰ ਨਜ਼ੀਰ ਹੈ। ਠੀਕ ਹੈ, ਉਹ ਸਿਰਫ ਔਰ ਸਿਰਫ ਤੁਹਾਡੇ ਨਾਲ ਹੁਣ ਸੁਲ੍ਹਾ ਕਰਨਾ ਚਾਹ ਰਹੇ ਨੇ। ਉਹਨਾਂ ਨੂੰ ਪਤਾ ਚੱਲ ਚੁੱਕਿਆ ਹੈ ਕਿ ਉਹਨਾਂ ਤੁਹਾਡੇ ਤੋਂ ਇਲਾਵਾ ਜਿਹੜਾ ਨਾ ਕੋਈ ਉਹ ਆਸਰਾ ਨਹੀਂ ਹੈਗਾ। ਠੀਕ ਹੈ, ਅਸੀਂ ਜਿੰਨੇ ਵੀ ਅੱਗੇ ਆਰ ਅਹਿਮਦ ਭਾਈ ਨੇ ਗੱਲ ਕੀਤੀ ਹੈ, ਉਹ ਆਰ ਹੁਸੈਨ ਭਾਈ ਨੇ, ਕਿ ਅਸੀਂ ਸਿਰਫ ਔਰ ਸਿਰਫ ਇਹਨਾਂ ਦੀ ਰਿਸਪੈਕਟ ਕਰਨੇ ਆ ਨਾ। ਪੀਰ ਸਕਾਨੀ ਸਾਹਿਬ ਦੀ ਗੱਲ ਕਰਨਾ ਪਿਆ ਮੈਂ, ਹੋਰ ਕਿਸੇ ਦੀ ਨਹੀਂ। ਤੇ ਅਸੀਂ ਸਿਰਫ ਔਰ ਸਿਰਫ ਤੁਹਾਡੀ ਵਜ੍ਹਾ ਤੋਂ ਕਰਨੇ ਆ ਕਿ ਅਲਾਮਾ ਸਾਹਿਬ ਤੁਸੀਂ ਉਹਦੇ ਨਾਲ ਮੁਹੱਬਤ ਕਰਦੇ ਹੋ। ਠੀਕ ਹੈ, ਤੇ ਉਹ ਉਦੋਂ ਮੇਰੇ ਕੋਲੋਂ ਕੁਛ ਮੌਕਫ ਲੈਣਾ ਚਾਹ ਰਹੇ ਸਨ ਸਕਾਨੀ ਸਾਹਿਬ, ਤੇ ਮੈਂ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹੀ ਸੀ। ਮੈਂ ਕਿਹਾ ਤੁਸੀਂ ਸਾਡੇ ਦੋਵੇਂ ਸਾਡੇ ਵਾਸਤੇ ਸ਼ੇਰ ਹੋ, ਅਸੀਂ ਬੱਕਰੀਆਂ ਵਾਂ, ਅਸੀਂ ਤੁਹਾਡੇ ਵਿੱਚ ਆ ਕੇ ਪਾਟਣਾ ਨਹੀਂ ਚਾਹੁੰਦੇ। ਤੇ ਬਰਾਏ ਮਿਹਰਬਾਨੀ ਇਸ ਗੱਲ ਨੂੰ ਖਤਮ ਕਰੋ। ਜਿਸ ਤਰ੍ਹਾਂ ਤੁਹਾਡੀ ਅੱਗੇ ਤੁਸੀਂ ਆਂਦੇ ਸੋ ਸਾਡੀ ਬਰੌਡ ਤੇ, ਅਸੀਂ ਕੋਈ ਟੌਪਿਕ ਸ਼ੁਰੂ ਵੀ ਕੀਤਾ ਹੁੰਦਾ ਸੀ ਤੇ ਅਸੀਂ ਕਹਿੰਦੇ ਸਾਂ ਉਸਕਾਨੀ ਸਾਹਿਬ ਆ ਗਏ ਨੇ, ਚੁੱਪ ਹੋਈਓ, ਹੁਣ ਨਹੀਂ ਗੱਲ ਕਰਨੀ। ਤੁਹਾਡੀ ਸ਼ਰਮ, ਤੁਹਾਡੀ ਹਯਾ। ਲੇਕਿਨ ਤੁਸੀਂ ਵੀ ਮਿਰਜ਼ਾ ਦੀ ਤਰ੍ਹਾਂ ਜਿੰਨੀ ਦੇਰ ਤੱਕ ਰੋਜ਼ ਗਾਲਾਂ ਕੱਢ ਨਾ ਲਵੋ ਔਰ ਗਾਲਾਂ ਖਾ ਨਾ ਲਵੋ, ਹੁਣ ਇਹ ਤੁਹਾਡਾ ਇਹ ਵਤੀਰਾ ਬਣ ਚੁੱਕਿਆ ਵੇ ਡੇਲੀ ਦਾ, ਡੇਲੀ ਬੇਸਿਸ ਤੇ ਹੈ। ਤੁਸੀਂ ਵੇਖ ਲਵੋ ਇਹ 6 ਮਹੀਨਿਆਂ ਦੇ ਵਿੱਚ ਕਿ ਰੋਜ਼ ਅਸਕਾਨੀ ਸਾਹਿਬ ਗਾਲਾਂ ਕੱਢ ਰਹੇ ਨੇ ਔਰ ਗਾਲਾਂ ਖਾ ਰਹੇ ਨੇ, ਫਿਰ ਉਹਨਾਂ ਨੂੰ ਨੀਂਦਰ ਪੈਂਦੀ ਹੈ, ਉਂਝ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਹੁਣ ਜਜ਼ਾਕ ਅੱਲਾ। ਨਾਲੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਬਾਰ-ਬਾਰ ਔਰਤਾਂ ਦੀ ਗੱਲ ਕਰਕੇ ਗਏ ਨੇ। ਇਹ ਹੁਣ ਜਿਹਨੂੰ ਨਾਮ ਨਿਹਾਦ ਆਪਣੀ ਭੈਣ ਬਣਾਇਆ, 1 ਸਾਲ ਪਹਿਲਾਂ ਇਹਨਾਂ ਨੇ ਕੀ ਕੁਝ ਨਹੀਂ ਕਿਹਾ।
ਉਹਦੇ ਬਾਰੇ ਕੀ ਕੁਝ ਨਹੀਂ ਕਿ ਇਹਨਾਂ ਨੇ ਪ੍ਰੋਪੋਗੰਡਾ ਕੀਤਾ। ਇਹਨਾਂ ਦੇ ਲਫ਼ਾਜ਼ ਇਹਨਾਂ ਦੇ ਮੂੰਹ ਸਨ ਕਿ ਇਹ ਔਰਤ ਨਹੀਂ ਚੰਗੀ। ਇਹ ਪੀਰ ਸਾਹਿਬ ਦੇ ਲਫ਼ਾਜ਼ ਸਨ। ਅੱਜ ਇਹਨਾਂ ਨੇ ਆਪਣੇ ਨਾਮ ਨੇ ਆਦ ਭੈਣ ਬਣਾ ਲਈ ਏ। ਤੇ ਦੂਸਰਾ ਅਬਦੁੱਲਾ ਆ ਗਿਆ, ਅਬਦੁੱਲਾ ਨੂੰ ਪੁੱਛ ਲਓ ਅਬਦੁੱਲਾ ਭਾਈ ਉਦੋਂ ਕੀ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੈਂ ਅੱਲਾ ਦੀ ਰਜ਼ਾ ਵਾਸਤੇ ਮਾਮਲਾ ਇੱਥੇ ਛੱਡ ਰਿਹਾ। उमर फराज साहब दफा करो ने